पंजाब के लोगों ने तुहानू इसलिए नहीं अगे लिया कि तुसी हर महीने या हर हफ्ते अपने MLA करप्शन दे विच पा के और कदी उन्हां दी वॉइस रिकॉर्डिंग सामने लियाओ ते एट दी एंड कह दो कि हाँ जी असीं उन्हां नू बर्खास्त कर देंगे, असीं ये कर देंगे, असीं उन्हां नू नहीं रखांगे, असीं नवे बंदे लावांगे। कि बड़ी हैरानी वाली गल है कि जिथे 1 रुपया खर्चा भी नहीं गया होवे उत्थे भ्रष्टाचार के आरोप लगन बड़ा सरप्राइजिंग है। जैन साहब के खिलाफ इन्होंने कुछ नहीं लभा, कोर्ट च इन्होंने एफिडेविट देता कि सानू लभ्या कुछ नहीं, पर फिर भी असीं अपोज करांगे क्योंकि शायद लिंक फरोल नहीं होण। जे करप्शन की किसी तरह की भी कोई कंप्लेंट हैगी है, मैं समझना मैं कोई भी सरकार होवे उन्होंने उहदे ते एक्शन लेना चाहिए। जी जी ਮੈਨੂੰ ਇਹ ਗੱਲ ਸਮਝ ਨਹੀਂ ਲੱਗਦੀ ਜਦੋਂ ਆਮ ਆਦਮੀ ਪਾਰਟੀ ਤੇ ਕੋਈ ਕਾਰਵਾਈ ਹੋਣੀ ਸ਼ੁਰੂ ਹੋਣ ਲੱਗਦੀ ਹੈ ਤੇ ਇਹਨਾਂ ਨੂੰ ਇਦਾਂ ਕਿਉਂ ਲੱਗਦਾ ਹੈਗਾ ਕਿ ਜਾਣਬੁੱਝ ਕੇ ਇਹ ਇੱਕ ਸਿਆਸਤਬਾਜ਼ੀ ਕੀਤੀ ਜਾ ਰਹੀ ਹੈ, ਜਾਣਬੁੱਝ ਕੇ ਜਾਂ ਸਾਡੀ ਆਮ ਆਦਮੀ ਇਹ ਕਹਿਣਾ ਚਾਹੁੰਦੇ ਨੇ ਕਿ ਸਾਡੀ ਆਮ ਆਦਮੀ ਪਾਰਟੀ ਤੇ ਬਲੇਮਸ ਲਗਾਏ ਜਾ ਰਹੇ ਨੇ। ਕਿਸੇ ਨੇ ਕੋਈ ਗਲਤੀ ਕੀਤੀ ਆ ਉਹਨੂੰ ਬਰਖਾਸਤ ਹੋਣਾ ਚਾਹੀਦਾ, ਉਹਨੂੰ ਪਾਰਟੀ ਦੇ ਵਿੱਚੋਂ ਨਿਸ਼ਕਾਸਿਤ ਕਰ ਦੇਣਾ ਚਾਹੀਦਾ। ਇਹ ਬਿਲਕੁਲ ਠੀਕ ਹੈ ਜਦੋਂ ਕਨਵਿਕਟਡ ਹੋ ਜਾਏ। ਗਰੇਵਾਲ ਸਾਹਿਬ ਗੱਲ ਹੈ ਵੀ ਜੈਨ ਸਾਹਿਬ ਨੂੰ ਜੇ ਕਲੀਨ ਚਿੱਟ ਮਿਲ ਗਈ ਤਾਂ ਉਹਨਾਂ ਨੂੰ ਘਰੇ ਹੀ ਲੈ ਆਓ ਤੁਸੀਂ। ਉਹ ਜੇਲ੍ਹ 'ਚ ਕਿਉਂ ਬੈਠੇ ਨੇ? ਜੇਲ੍ਹ 'ਚੋਂ ਬਾਹਰ ਕਿਉਂ ਨਹੀਂ ਆ ਰਹੇ? ਰੁਪਈਆ ਤੁਹਾਡਾ ਮੋਟਾ ਉੱਥੇ ਫੜਿਆ ਗਿਆ, ਜਿੰਨੀ ਫੰਡਿੰਗ ਤੁਹਾਨੂੰ ਆਉਂਦੀ ਸੀ ਸਾਰੀ ਉਹਦੇ ਘਰ 'ਚੋਂ ਰਿਕਵਰ ਹੋਈ ਹੈ। ਇਕੱਲਾ ਇਹੀ ਨਹੀਂ ਸਿੱਧੂ ਸਾਹਿਬ, ਆਪਾਂ ਰੋਜ਼ ਹੁਣ ਅਖਬਾਰਾਂ 'ਚ ਪੜ੍ਹਨ ਲੱਗ ਗਏ ਹਾਂ ਕਿਤੇ ਕੋਈ ਇਹਨਾਂ ਦਾ MLA ਆਪਣੀ ਘਰਵਾਲੀ ਦੇ ਖਿਲਾਫ ਪਰਚਾ ਦਰਜ ਕਰਾਈ ਜਾ ਰਿਹਾ, ਕੋਈ ਕਿਸੇ ਟਰੈਵਲ ਏਜੰਟ ਤੋਂ ਪੈਸੇ ਮੰਗ ਰਿਹਾ, ਕੋਈ ਜਿਹੜਾ ਹੈਗਾ ਕਾਰਪੋਰੇਸ਼ਨ ਤੋਂ ਪੈਸੇ ਮੰਗ ਰਿਹਾ। ਚਾਹੇ ਡੇਰਾ ਬਸੀ ਵਾਲਾ MLA ਦਾ ਆਇਆ ਕਹਿੰਦਾ ਲੱਖ ਰੁਪਈਆ ਕੀ ਹੁੰਦਾ? ਇਹਦੇ ਕੁਝ ਵੀ ਨਹੀਂ ਹੈਗਾ, ਮੇਰੇ ਪੀਏ ਨੇ ਮੰਗ ਲਿਆ ਫਿਰ ਕੀ ਹੋ ਗਿਆ? कांग्रेस की गल सर यह है कि देखो नैशनल हैरल्ड केस है, काले कपड़े पा लेंदे है, पोलिटिकल वेंडेटा दे देंदे है, फिर इकट्ठे होके आके साधु सिंह तेरी सोच ते पहरा देंगे ठोक के, वो जो पता लगता कि वह दरख्त चोरी किए सी फिर चुप कर जाते हैं। सो जी आम आदमी पार्टी की एक सोच बन गई है ना कि जो भी इन्हों के खिलाफ कोई एक्शन होता है, इन्हों के किसी मिनिस्टर के खिलाफ कोई एक्शन होता है या इन्हों के किसी लीडर के खिलाफ होता है तो सिर्फ एक भारतीय जनता पार्टी को एलीगेशन देने के अलावा कुछ नहीं करने पेगे। अगर इन्होंने वाकई लगता कि हुण इन्नियां गल्लां आ रही हैं 70 साल च कुछ होया नहीं, ये बार-बार इन्नियां गल्लां करते ने ते क्यों नहीं इन्होंने फिर आवाज़ चुकी अपनी पिछले 5 साल च? क्योंकि 5 साल च इन्हों दे पंजाब के प्रधान अपने घरों बाहर ही नहीं निकले। ਤੁਸੀਂ ਫੜ ਕੇ ਅੰਦਰ ਕਰ ਲਓ, ਤੁਸੀਂ ਵੇਟ ਕਾਹਦੀ ਕਰਦੇ ਤੁਸੀਂ? ਐਵੇਂ ਆ ਕੇ ਗੋਲ ਗੱਪੇ ਜਿਹੇ ਬਣਾ ਦੇਣੇ ਗੱਲਾਂ ਦੇ, ਇਸ ਤਰ੍ਹਾਂ ਨਹੀਂ ਚੱਲਦਾ ਹੈਗਾ। ਅੱਜ ਤੁਹਾਡੇ ਮੰਤਰੀ ਦੇ ਸਿੱਧੇ ਐਲੀਗੇਸ਼ਨ ਲੱਗ ਰਹੇ ਨੇ, ਸਾਰੇ ਸੋਸ਼ਲ ਮੀਡੀਆ ਤੇ ਵੀਡੀਓ ਘੁੰਮ ਰਹੀ ਹੈ, ਸਾਰੇ ਸੋਸ਼ਲ ਮੀਡੀਆ ਤੇ ਆਡੀਓ ਘੁੰਮ ਰਹੀ ਹੈ। ਤੁਸੀਂ ਉਹਦੇ ਅਗੇਂਸਟ ਇਨਕੁਆਇਰੀ ਕਰਾਓ, ਕਿਉਂ ਨਹੀਂ ਕਰਾਉਂਦੇ ਹੈਗੇ? ਤੁਹਾਡੇ ਅੱਜ ਜਿਹੜਾ ਪਾਇਲ ਤੋਂ MLA ਹੈ ਉਹਦੇ ਖਿਲਾਫ ਐਲੀਗੇਸ਼ਨ ਲੱਗ ਰਹੇ ਨੇ, ਹਾਈ ਕੋਰਟ 'ਚ ਉਹ ਲੇਡੀ ਚਲੀ ਗਈ ਹੈ, ਉਹਦੇ ਖਿਲਾਫ ਕਿਉਂ ਨਹੀਂ ਐਕਸ਼ਨ ਲੈਂਦੇ? ਕਿਉਂ ਨਹੀਂ ਉਹਦੇ ਖਿਲਾਫ ਇਨਕੁਆਇਰੀ ਕਰਦੇ ਤੁਸੀਂ? ਕਿਉਂ ਚੁੱਪ ਹੋ ਤੁਸੀਂ ਇਸ ਗੱਲ ਵਾਸਤੇ? ਦੋਗਲੀ ਰਾਜਨੀਤੀ ਹੈ ਇਹਨਾਂ ਲੋਕਾਂ ਦੀ, ਇਹ ਦੋਗਲਾ ਮਾਪਦੰਡ ਲੈ ਕੇ ਚੱਲਦੇ ਆ। ਉਹਨੇ ਜੈਨ ਨੇ ਹਿੱਸਾ ਮੰਗਿਆ ਸੀ ਚੱਡੇ ਹੋਣਾ ਤੋਂ, ਸਸੋਦੀ ਹੋਣਾ ਤੋਂ ਜਾਂ ਕੇਜਰੀਵਾਲ ਤੋਂ ਕਿ ਤੁਸੀਂ ਉਹ ਇਕੱਲੇ ਖਾਈ ਜਾਂਦੇ ਹੋ, ਮੈਨੂੰ ਵੀ ਤਾਂ ਮੇਰਾ ਹਿੱਸਾ ਦੇ ਦਿਓ, ਮੈਂ ਵੀ ਮੰਤਰੀ ਹਾਂ। ਤੇ ਇਸੇ ਗੱਲ ਤੋਂ ਫੜ ਕੇ ਉਹਨੂੰ ਅੰਦਰ ਕਰਤਾ। ਕਾਂਗਰਸ ਜਮ ਪ੍ਰੋਟੈਸਟ ਕਰੇ ਜੀ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਤੇ ਸਾਧੂ ਸਿੰਘ ਧਰਮਸੋਤ ਹੋਰਾਂ ਤੇ ਆਸ਼ੂ ਉਹਨਾਂ ਦੀ ਸੋਚ ਤੇ ਪੈਰੇ ਦੇਣ। ਜਿਵੇਂ ਇਹਨਾਂ ਦੇ ਪ੍ਰਧਾਨ ਜੀ ਸਿੱਧੂ ਸਾਹਿਬ ਕਹਿ ਰਹੇ ਸੀ ਨਾ 3000-5000 ਕਰੋੜ ਦੇ ਮੰਤਰੀ ਤੇ ਚੰਨੀ ਸਾਹਿਬ ਦੇ ਭਤੀਜੇ ਦੇ ਘਰੋਂ ਜੋ ਮਿਲਦਾ, ਇਹ ਉਸ ਸੋਚ ਤੇ ਪੈਰਾ ਦੇਣ, ਪ੍ਰੋਟੈਸਟ ਕਰਨ। ਇਹਨਾਂ ਨੂੰ ਮੁਬਾਰਕ ਰਵੇ। ਉਹ ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਦੇਸ਼ ਦੀ ਰਾਜਧਾਨੀ ਦੀ ਗੱਲ ਕਰਦੇ ਹਾਂ, ਦਿੱਲੀ ਦੇ ਉਪ ਰਾਜਪਾਲ ਤੇ ਉੱਥੋਂ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋਨਾਂ ਵਿਚਕਾਰ ਭ੍ਰਿਸ਼ਟਾਚਾਰ ਦੇ ਮੁੱਦਿਆਂ ਨੂੰ ਲੈ ਕੇ ਟਕਰਾਅ ਦੀ ਸਥਿਤੀ, ਮੈਂ ਕਹਾਂਗਾ ਬਲਕਿ ਤਣਾਅ ਦੀ ਸਥਿਤੀ ਬਣਦੀ ਹੋਈ ਨਜ਼ਰ ਆ ਰਹੀ ਹੈ। ਉਪ ਰਾਜਪਾਲ ਨੇ ਪਹਿਲਾਂ ਇੱਕ ਮੁੱਦੇ ਤੇ CBI ਦੀ ਜਾਂਚ ਦਾ ਆਦੇਸ਼ ਦਿੱਤਾ ਤੇ ਹੁਣ ਜਦੋਂ ਆਪਾਂ ਤਾਜ਼ਾ ਗੱਲ ਕਰਦੇ ਹਾਂ ਤਾਂ ਦਿੱਲੀ 'ਚੋਂ 1000 ਬੱਸਾਂ ਖਰੀਦਣ ਦੇ ਮੁੱਦੇ ਤੇ ਜਿਹੜਾ CBI ਨੂੰ ਜਾਂਚ ਦਾ ਆਦੇਸ਼ ਦਿੱਤਾ ਗਿਆ। ਦੂਜੇ ਪਾਸੇ ਆਪ ਦਾ ਕਹਿਣਾ ਹੈ ਕਿ ਕੋਈ ਬੱਸ ਖਰੀਦੀ ਨਹੀਂ ਗਈ, ਨਾ ਹੀ ਕੋਈ ਪੈਸਾ ਖਰਚਿਆ ਗਿਆ, ਕਿਉਂਕਿ ਰਾਜਪਾਲ ਦੇ ਭ੍ਰਿਸ਼ਟਾਚਾਰ ਦੇ ਦੋਸ਼ ਹੈ, ਇਸ ਕਰਕੇ ਇੱਦਾਂ ਦੇ ਮਾਮਲਿਆਂ ਦੇ ਉੱਤੇ ਉਹ ਚਰਚਾ ਲੈ ਰਿਹਾ। ਬਹੁਤ ਵੱਡੇ ਸਵਾਲ ਹੈ ਭ੍ਰਿਸ਼ਟਾਚਾਰ ਦਾ ਜਦੋਂ ਮਾਮਲਾ ਉੱਠਦਾ, ਸੁਭਾਵਿਕ ਹੈ ਇੱਕ ਧਿਰ ਇਸ ਨੂੰ ਰਾਸ਼ਟਰੀ ਮੁੱਦਾ ਕਹਿੰਦੀ ਹੈ ਤੇ ਦੂਜੀ ਕਹਿੰਦੀ ਹੈ ਕਿ ਦੁੱਧ ਪਾਣੀ ਦਾ ਨਿਤਾਰਾ ਅਸੀਂ ਕਰਾਂਗੇ। ਕੌਣ ਸਹੀ ਹੈ, ਕੌਣ ਗਲਤ ਹੈ, ਕੌਣ ਕਰ ਰਿਹਾ ਰਾਜਨੀਤੀ? ਕਈ ਵਾਰੀ ਅਦਾਲਤਾਂ ਫੈਸਲੇ ਕਰਦੀਆਂ ਤੇ ਕਈ ਵਾਰ ਦੇਸ਼ ਦੇ ਲੋਕ ਫੈਸਲੇ ਕਰਦੇ ਹੈ।
ਇਹਨਾਂ ਮੁੱਦੇ ਤੇ ਆਉਣ ਲਈ ਮੇਰੇ ਨਾਲ ਪੈਨਲ ਚਰਚਾ ਜਿਹੜੇ ਸਾਡੇ ਕਦਾਵਰ ਮਹਿਮਾਨ ਮੇਰੀ ਬੇਨਤੀ ਪ੍ਰਵਾਨ ਕਰਕੇ ਜੁੜ ਚੁੱਕੇ ਹੈ। ਅਹਿਬਾਬ ਗਰੇਵਾਲ ਨੇ, ਆਮ ਆਦਮੀ ਪਾਰਟੀ ਦੇ ਬੁਲਾਰੇ ਨੇ, ਸੰਜੇ ਕਪੂਰ ਜੀ ਨੇ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ, ਟੀਨਾ ਚੌਧਰੀ ਨੇ ਕਾਂਗਰਸ ਪਾਰਟੀ ਦੇ ਬੁਲਾਰੇ, ਹਰਜੀਤ ਭੁੱਲਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ। ਸਾਰੇ ਮਹਿਮਾਨਾਂ ਨੂੰ ਆਪਾਂ ਤੁਹਾਡੇ ਵੱਲੋਂ ਜੀ ਆਖਦੇ ਹਾਂ, ਵੈਲਕਮ ਕਰਦੇ ਹਾਂ। ਅਹਿਬਾਬ ਗਰੇਵਾਲ ਜੀ, ਬੰਦਾ ਵੀ ਹੈ ਤੁਹਾਡੇ ਤੋਂ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ। ਜਦੋਂ ਆਪਾਂ ਭ੍ਰਿਸ਼ਟਾਚਾਰ ਦੇ ਮੁੱਦੇ ਦੀ ਗੱਲ ਕਰਦੇ ਹਾਂ, ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਉਪ ਰਾਜਪਾਲ ਟਕਰਾਅ ਤੇ ਤਣਾਅ ਦੀ ਸਥਿਤੀ ਬਣਦੀ ਹੋਈ ਨਜ਼ਰ ਆ ਰਹੀ ਹੈ। ਕਿ ਭ੍ਰਿਸ਼ਟਾਚਾਰ ਦਾ ਮੁੱਦਾ ਹੈ ਜਾਂ ਰਾਜਨੀਤੀ ਕੀਤੀ ਜਾ ਰਹੀ ਹੈ ਇਸ ਮੁੱਦੇ ਨੂੰ ਲੈ ਕੇ? ਗਰੇਵਾਲ ਸਾਹਿਬ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਦਾ ਸਵਾਗਤ ਕਰਦੇ ਹਾਂ ਜੀ। ਐਂਡ ਗੱਲ ਇਹ ਹੈ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿੱਥੇ 1 ਰੁਪਇਆ ਖਰਚਿਆ ਵੀ ਨਹੀਂ ਗਿਆ ਹੋਵੇ ਉੱਥੇ ਭ੍ਰਿਸ਼ਟਾਚਾਰ ਦੇ ਆਰੋਪ ਲੱਗਣ ਬੜਾ ਸਰਪ੍ਰਾਈਜ਼ਿੰਗ ਹੈ। ਹਾਲਾਂਕਿ ਦਿੱਲੀ ਖਾਦੀ ਗ੍ਰਾਮ ਉਦਯੋਗ 'ਚ ਪ੍ਰੋਬਲਮ ਹੈ, ਇਹਨਾਂ ਨੇ ਐਕਸਾਈਜ਼ ਪਾਲਿਸੀ ਤੇ ਮਨੀਸ਼ ਜੀ ਤੇ ਕੇਸ ਪਾਇਆ, ਲੱਭਾ ਕੁਛ ਨਹੀਂ, ਅਰੈਸਟ ਨਹੀਂ ਕਰ ਪਾ ਰਹੇ ਕਿਉਂਕਿ ਇਹਨਾਂ ਕੋਲ ਸਬੂਤ ਹੈ ਨਹੀਂ। ਜੈਨ ਸਾਹਿਬ ਦੇ ਖਿਲਾਫ ਇਹਨਾਂ ਨੂੰ ਕੁਛ ਨਹੀਂ ਲੱਭਾ, ਕੋਰਟ 'ਚ ਇਹਨਾਂ ਨੇ ਐਫੀਡੇਵਿਟ ਦੇਤਾ ਕਿ ਸਾਨੂੰ ਲੱਭਿਆ ਕੁਛ ਨਹੀਂ, ਪਰ ਫਿਰ ਵੀ ਅਸੀਂ ਅਪੋਜ਼ ਕਰਾਂਗੇ ਕਿਉਂਕਿ ਅਸੀਂ ਸ਼ਾਇਦ ਲਿੰਕ ਫਰੋਲ ਨਹੀਂ ਹੋਣ। ਸੋ ਸੱਚ ਇਹ ਹੈ ਸਰ ਕਿ ਬੀਜੇਪੀ ਨੂੰ ਹੁਣ ਇੱਕ ਕ੍ਰੈਡੀਬਲ ਚੈਲੰਜ ਹੋ ਰਿਹਾ ਹੈ, ਚਾਹੇ ਉਹ ਗੁਜਰਾਤ 'ਚ ਹੋਵੇ, ਚਾਹੇ ਪੰਜਾਬ 'ਚ ਹੋਵੇ, ਚਾਹੇ ਦਿੱਲੀ 'ਚ ਹੋਵੇ, ਚਾਹੇ ਹਿਮਾਚਲ 'ਚ ਹੋਵੇ ਤੇ ਚਾਹੇ ਦੇਸ਼ ਦੇ ਹੋਰ ਹਿੱਸਿਆਂ 'ਚ ਹੋਵੇ। ਤੇ ਉਹ ਕ੍ਰੈਡੀਬਲ ਚੈਲੰਜ ਨੂੰ ਨਿਪ ਇਨ ਦਾ ਬੱਡ ਕਰਨ ਲਈ ਇਹ ਆਪਣੇ ਤਰਾਜ਼ੂ ਨਾਲ ਸਭ ਨੂੰ ਤੋਲਣ ਦੀ ਕੋਸ਼ਿਸ਼ ਕਰਦੇ ਆ। ਰਾਜਪਾਲ ਜੀ ਜਿਹੜੀ ਐਕਸਾਈਜ਼ ਪਾਲਿਸੀ ਆ ਉਹਦੇ 'ਚ ਇਸ ਕਰਕੇ ਨਹੀਂ ਅੱਗੇ ਹੈਡਵੇ ਹੋ ਰਹੀ ਇਨਕੁਆਇਰੀ ਕਿਉਂਕਿ ਉਹਦੇ ਜਿਹੜੀਆਂ ਚੇਂਜਸ ਸੀਗੀਆਂ ਉਹ ਪਿਛਲੇ ਉਪ ਰਾਜਪਾਲ ਜੀ ਨੇ ਕੀਤੀਆਂ ਸੀਗੀਆਂ। ਤੇ ਇਹਨਾਂ ਦਾ ਇਹ ਰੈਸ਼ਨਲ ਸਮਝ ਨਹੀਂ ਆਉਂਦਾ ਕਿ ਜਿੱਥੇ ਖਾਦੀ ਗ੍ਰਾਮ ਉਦਯੋਗ 'ਚ ਘਪਲੇ ਹੋਏ ਨੇ, ਜਿੱਥੇ ਆ ਤਿਰੰਗਾ ਦਾ ਇਹਨਾਂ ਨੇ ਜਿਹੜਾ ਐਡਾ ਪ੍ਰਚਾਰ ਕੀਤਾ ਸੀ 15 ਅਗਸਤ ਨੂੰ, ਜਿੱਥੇ 5-5 ਰੁਪਏ ਦਾ ਤਿਰੰਗਾ 20 ਰੁਪਏ ਦਾ ਵੇਚਿਆ ਗਿਆ ਤੇ ਉਹ ਵੀ ਕੰਪਲਸਰੀ ਤੌਰ ਤੇ ਗਰੀਬ ਲੋਕਾਂ ਨੂੰ, ਤੇ ਉਹਦੇ ਵਿੱਚ ਕੋਈ ਇਨਕੁਆਇਰੀ ਨਹੀਂ ਕਰ ਪਾ ਰਹੇ। ਸੋ ਗੱਲ ਇਹ ਹੈ ਕਿ ਇਹਨਾਂ ਨੂੰ ਹੁਣ ਹੋਰ ਕੁਝ ਲੱਭ ਨਹੀਂ ਰਿਹਾ ਤੇ ਜਿਹੜੇ ਸਾਡੇ ਫੋਰਟੇ ਸੀ ਹੈਲਥ ਐਂਡ ਐਜੂਕੇਸ਼ਨ, ਜਿਹੜੇ ਸਾਡੇ ਬੰਦੇ ਉਹਨੂੰ ਹੈਡ ਕਰ ਰਹੇ ਸੀ, ਉਹਨਾਂ ਤੇ ਹਮਲਾ ਕਰਕੇ ਇਹ ਡੀਮੋਰਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਰ ਅਸੀਂ ਪਹਿਲੀ ਗੱਲ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਖੁੱਲੇ ਆ, ਸਵਾਗਤ ਕਰਦੇ ਆ ਤੇ ਅਸੀਂ ਉਪ ਰਾਜਪਾਲ ਜੀ ਨੂੰ ਕਹਿੰਦੇ ਆ ਕਿ ਤੁਸੀਂ ਜਿੰਨੀਆਂ ਫਾਈਲਾਂ ਖੁਲਵਾਉਣੀਆਂ ਖੁਲਵਾ ਲਓ। ਆਫਟਰ ਆਲ ਦਿੱਲੀ ਦੀ ਹਰ ਇੱਕ ਫਾਈਲ ਜਿਹੜੀ ਹੈ ਉਹ ਲੈਫਟੀਨੈਂਟ ਗਵਰਨਰ ਤੋਂ ਅਪਰੂਵ ਹੋ ਕੇ ਸਾਈਨ ਹੁੰਦੀ ਹੈ ਸਰ। ਸੋ ਅਸੀਂ ਵੀ ਆਰ ਓਪਨ ਟੂ ਸਕਰੂਟਨੀ। ਪਰ ਮੈਂ ਇੰਨੀ ਕੁ ਬੇਨਤੀ ਜ਼ਰੂਰ ਕਰੂੰਗਾ ਕਿ ਜਿਹੜੀ ਇਹਨਾਂ ਨੇ ਵਿਚ ਹੰਟ ਸ਼ੁਰੂ ਕੀਤੀ ਹੈ ਜਿਹਦੇ 'ਚ ਵੀ ਲੱਭਦਾ ਹੀ ਕੁਛ ਨਹੀਂ, ਉਹ ਲੋਕਾਂ ਦਾ ਬੇਵਕੂਫ ਬਣਾਉਣਾ ਬੰਦ ਕਰਨ। ਜਦੋਂ 1 ਰੁਪਇਆ ਖਰਚਿਆ ਹੀ ਨਹੀਂ ਗਿਆ, ਕਿਸੇ ਤਰੀਕੇ ਦੀ ਕੋਈ ਪਰਚੇਜ਼ਿੰਗ ਹੋਈ ਨਹੀਂ, ਤਾਂ ਫਿਰ ਘਪਲਾ ਕਾਹਦਾ ਹੋਇਆ ਜੀ? ਅਸੀਂ ਵੈਲਕਮ ਕਰਦੇ ਹਾਂ ਤੇ ਅਸੀਂ ਇਹ ਕਹਿੰਦੇ ਹਾਂ ਕਿ ਇਹਦੇ ਨਾਲ ਬੀਜੇਪੀ ਦੀ ਜਿਹੜੀ ਪੋਲਿਟਿਕਸ ਆਫ ਵੈਂਡੇਟਾ ਹੈ ਤੇ ਜਿਹੜੀ ਵਿਚ ਹੰਟ ਹੈ ਪੋਲਿਟਿਕਸ, ਉਹ ਐਕਸਪੋਜ਼ ਹੋਊਗੀ। ਆਲਰੇਡੀ ਇਹ ਆਮ ਆਦਮੀ ਪਾਰਟੀ ਤੋਂ ਭੱਜ ਰਹੇ ਨੇ, ਐਮਸੀਡੀ ਇਲੈਕਸ਼ਨ ਨਹੀਂ ਕਰਾ ਰਹੇ, ਗੁਜਰਾਤ 'ਚ ਇਹਨਾਂ ਨੂੰ ਡਰ ਪਿਆ ਹੋਇਆ, ਹਿਮਾਚਲ 'ਚ ਇਹਨਾਂ ਨੂੰ ਡਰ ਪਿਆ ਹੋਇਆ। ਸੋ ਕੋਈ ਗੱਲ ਨਹੀਂ ਜੀ, ਆਪਾਂ ਉਹਨਾਂ ਮੁੱਦਿਆਂ ਦੇ ਵੀ ਆਉਂਦੇ, ਆਪਾਂ ਜਵਾਬ ਲੈ ਲਈਏ। ਕਪੂਰ ਜੀ, ਇਸੇ ਮਾਮਲੇ ਤੇ ਜੋ ਗਰੇਵਾਲ ਜੀ ਨੇ ਕਿਹਾ ਕਿ ਜਦੋਂ ਕਿਧਰੇ ਭ੍ਰਿਸ਼ਟਾਚਾਰ ਹੋਇਆ ਹੀ ਨਹੀਂ, ਖਾਮ-ਖਾ ਦੇ ਐਲੀਗੇਸ਼ਨ ਜਿਹੜੇ ਲਗਾਏ ਜਾ ਰਹੇ ਆ, ਕਿਉਂਕਿ ਹੋਰ ਕਈ ਕਿਸਮ ਦੇ ਉੱਥੇ ਘਟਾਲਿਆਂ ਦੀ ਤੇ ਘਪਲਿਆਂ ਦੀ ਗੱਲ ਹੁੰਦੀ ਹੈ, ਤਾਂ ਰਾਜਪਾਲ ਜਾਣ-ਬੁੱਝ ਕੇ ਇਸ ਪਾਸੇ ਨੂੰ ਗੱਲ ਨੂੰ ਮੋੜ ਰਿਹਾ ਆਪ ਦੇ ਸੁਪਰੀਮੋ ਨੂੰ ਬਦਨਾਮ ਕਰਨ ਦੇ ਲਈ। ਸੰਧੂ ਸਾਹਿਬ, ਐਸਾ ਹੈਗਾ ਵਾ ਕਿ ਜੇ ਕਿਤੇ ਕੋਈ ਕੰਪਲੇਂਟ ਆਈ ਹੈ, ਇਹ ਲੈਫਟੀਨੈਂਟ ਗਵਰਨਰ ਦੀ ਕਨਸਟੀਟਿਊਸ਼ਨਲ ਜ਼ਿੰਮੇਵਾਰੀ ਵੀ ਮੰਨਦੀ ਹੈ ਕਿ ਉਸ ਕੰਪਲੇਂਟ ਨੂੰ ਸਹੀ ਤਰੀਕੇ ਦੇ ਨਾਲ ਇਨਕੁਆਇਰ ਕੀਤਾ ਜਾਵੇ। ਤੇ ਜਦੋਂ ਕੋਈ ਕੰਪਲੇਂਟ ਆਈ ਹੈ ਉਹਦੇ ਤੇ ਉਹਨਾਂ ਨੇ ਉਹਦੀ ਇੱਕ ਇਨਕੁਆਇਰੀ ਲਈ ਫਾਰਵਰਡ ਕਰ ਦਿੱਤੀ ਹੈ, ਤੇ ਮੈਨੂੰ ਨਹੀਂ ਲੱਗਦਾ ਕਿ ਇਹਦੇ 'ਚ ਆਮ ਆਦਮੀ ਪਾਰਟੀ ਨੂੰ ਇੰਨਾ ਕਿੰਤੂ ਪਰੰਤੂ ਕਰਨਾ ਚਾਹੀਦਾ ਹੈਗਾ। ਜੇ ਇਹਨਾਂ ਨੇ ਕੋਈ ਘਪਲਾ ਨਹੀਂ ਕੀਤਾ, ਕੋਈ ਉਹਦੇ 'ਚ ਕੁਝ ਨਹੀਂ ਹੈਗਾ, ਤੇ ਠੀਕ ਹੈ, ਉਹ 'ਚੋਂ ਕਲੀਨ ਚਿੱਟ ਇਹਨਾਂ ਨੂੰ ਮਿਲ ਜਾਏਗੀ ਔਰ ਦੇਸ਼ ਦੀ ਜਨਤਾ ਇਸ ਚੀਜ਼ ਨੂੰ ਦੇਖ ਲਏਗੀ। ਪਰ ਦੋ ਗੱਲਾਂ ਤੁਹਾਡੀ ਜਾਣਕਾਰੀ 'ਚ ਲਿਆਉਣਾ ਚਾਹੁੰਦਾ ਵਾ। ਇਹਨਾਂ ਨੇ ਆਪਣਾ ਜਿਹੜਾ ਟੈਂਡਰ ਫਲੋਟ ਕੀਤਾ ਹੈਗਾ ਸੀ 400 ਬੱਸਾਂ BS4 ਤੇ 600 BS6 ਬੱਸਾਂ ਦਾ, ਟਾਟਾ ਮੋਟਰ ਨੇ ਘੱਟ ਰੇਟ ਤੇ ਉਹਦਾ ਟੈਂਡਰ ਭਰਿਆ 600 BS6 ਬੱਸਾਂ ਦਾ। ਪਹਿਲੀ ਗੱਲ ਤੇ ਇਹਨਾਂ ਨੂੰ ਦੋ ਅਲੱਗ-ਅਲੱਗ ਟੈਂਡਰ ਫਲੋਟ ਕਰਨੇ ਚਾਹੀਦੇ ਸੀ ਕਿਉਂਕਿ ਦੋਨੋਂ ਅਲੱਗ-ਅਲੱਗ ਮਾਡਲ ਹੈਗੇ ਸੀ। ਫਿਰ ਦੂਸਰੀ ਗੱਲ ਹੈ ਕਿ ਜਿਹੜੀ ਦੂਸਰੀ ਕੰਪਨੀ ਸੀ JBM, ਜਿਹਨੂੰ ਇਹ ਅਕੋਮੋਡੇਟ ਕਰਨਾ ਚਾਹੁੰਦੇ ਹੈਗੇ ਸੀ, ਉਹਨੇ ਟਾਟਾ ਮੋਟਰ ਤੋਂ ਜ਼ਿਆਦਾ ਰੇਟ ਕੋਟ ਕੀਤਾ ਕਿ ਸਹੀ ਤਰੀਕੇ ਦੇ ਨਾਲ ਸਾਰੇ ਪ੍ਰੋਸੀਜਰ ਬਣਾਉਂਦੇ, ਉਹਦੇ ਰੂਲ ਬਣਾਉਂਦੇ ਔਰ ਜਿੰਨੀਆਂ ਵੀ ਕੰਪਨੀਆਂ ਹਿੰਦੁਸਤਾਨ ਦੀਆਂ ਆਉਂਦੀਆਂ ਉਹਨਾਂ ਨੂੰ ਮੌਕਾ ਦਿੰਦੇ ਪ੍ਰੋਪਰ। ਕਪੂਰ ਜੀ, ਗੱਲ ਬਿਲਕੁਲ ਮੈਂ ਤੁਹਾਨੂੰ ਵਿੱਚੋਂ ਟੋਕ ਰਿਹਾ। ਇਹ ਕਹਿੰਦੇ ਕਿ ਜਦੋਂ ਟੈਂਡਰ ਦਾ ਜਿਹਦੀ ਤੁਸੀਂ ਗੱਲ ਕਰਦੇ ਹੋ ਉਹਨੂੰ ਇੰਪਲੀਮੈਂਟੇਸ਼ਨ ਹੀ ਨਹੀਂ ਕੋਈ ਹੋਈ, ਨਾ ਕੋਈ ਬੱਸ ਖਰੀਦੀ ਗਈ ਹੈ,
ਫਿਰ ਇਸ ਕਰਕੇ ਕਹਿ ਰਿਹਾ ਕਿ ਜਾਣਬੁੱਝ ਕੇ ਜਿਹੜਾ ਹੈਗਾ ਇੱਦਾਂ ਦਾ ਮਾਮਲਾ ਉਠਾਇਆ ਜਾ ਰਿਹਾ। ਦੇਖੋ ਇਹਨਾਂ ਨੇ ਆਪਣੇ ਵੱਲੋਂ ਤੇ ਪੂਰੀ ਕੋਸ਼ਿਸ਼ ਕੀਤੀ ਉਹਨੂੰ ਫੇਵਰ ਦੇਣ ਦੀ JBM ਨੂੰ। ਔਰ ਤੇ ਇੱਕ ਮਜ਼ੇ ਦੀ ਗੱਲ ਦੇਖੋ, ਫਿਰ ਇਹ JBM ਨੂੰ ਕੀ ਕਰਦੇ ਅਗੇਂਸਟ CBC ਗਾਈਡਲਾਈਨ ਨੈਗੋਸੀਏਸ਼ਨ ਲਈ ਬੁਲਾਉਂਦੇ ਪਏ ਹੈਗੇ ਹੈ। ਮੈਂ ਤੇ ਦੇਖਣਾ ਪਿਆ ਵੀ ਕਿਸੇ ਵੀ ਤਰ੍ਹਾਂ ਦੇ ਰੂਲਸ ਐਂਡ ਰੈਗੂਲੇਸ਼ਨ ਜੋ ਸਾਡੇ ਕਨਸਟੀਟਿਊਸ਼ਨ 'ਚ ਪ੍ਰਸਕ੍ਰਾਈਬਡ ਹੈ ਇਹ ਫੋਲੋ ਨਹੀਂ ਕਰਦੇ ਹੈਗੇ। ਅੱਜ ਸਭ ਤੋਂ ਵੱਡੀ ਸਮੱਸਿਆ ਤੇ ਇਹ ਪੈਦਾ ਹੋ ਰਹੀ ਹੈ ਕਿ ਇਹਨਾਂ ਨੇ ਜਿੰਨਾ ਪ੍ਰੋਸੀਜਰ ਉਹਦੇ ਲਈ ਬਣਾਇਆ ਸਾਰਾ ਫਾਲਟੀ ਪ੍ਰੋਸੀਜਰ ਬਣਾਇਆ। ਕੋਈ ਇਹਨਾਂ ਨੂੰ ਪੁੱਛੇ ਕਿ ਤੁਸੀਂ ਇਹ ਫਾਲਟੀ ਪ੍ਰੋਸੀਜਰ ਕਿਉਂ ਤਿਆਰ ਕੀਤਾ, ਜੇ ਉੱਥੇ ਆਬਜੈਕਸ਼ਨਸ ਰੇਜ਼ ਨਾ ਹੁੰਦੀ ਹੈ ਇਹ ਤੇ ਆਪਣੇ ਕੰਮ ਲਈ ਅੱਗੇ ਵਧਦੇ ਪਏ ਸੀ। ਦੇਖੋ ਕਰਪਸ਼ਨ ਇੱਕ ਬੜਾ ਵੱਡਾ ਜ਼ਹਿਰ ਹੈ ਸੋਸਾਇਟੀ ਲਈ। ਜੇ ਕਰਪਸ਼ਨ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਕੰਪਲੇਂਟ ਹੈਗੀ ਹੈ, ਮੈਂ ਸਮਝਦਾ ਮੈਂ ਕੋਈ ਵੀ ਸਰਕਾਰ ਹੋਵੇ ਉਹਨੂੰ ਉਹਦੇ ਤੇ ਐਕਸ਼ਨ ਲੈਣਾ ਚਾਹੀਦਾ ਹੈ। ਤੁਸੀਂ ਪੰਜਾਬ ਦੀ ਉਦਾਹਰਣ ਲੈ ਲਓ, ਇਹਨਾਂ ਦੇ ਹੈਲਥ ਮਿਨਿਸਟਰ ਵਿਜੇ ਸਿੰਗਲਾ ਜੀ ਪਕੜੇ ਗਏ ਹੈ। ਉਹ ਆਪਣੇ ਆਪ 'ਚ ਇੱਕ ਬੜੀ ਵੱਡੀ ਉਦਾਹਰਣ ਹੈ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਬੜੀ ਵੱਡੀ ਮੁਹਿੰਮ ਦੀ ਗੱਲ ਕਰਦੇ ਪਏ ਸੀ ਤੇ ਖੁਦ ਇਹਨਾਂ ਦੇ ਹੈਲਥ ਮਿਨਿਸਟਰ ਉਹਦੇ ਵਿੱਚ ਇਨਵੋਲਵ ਪਕੜੇ ਗਏ। ਇਹਨਾਂ ਨੇ ਕਰਪਸ਼ਨ ਹੈਲਪਲਾਈਨ ਨੰਬਰ ਚਾਲੂ ਕੀਤਾ ਔਰ ਇਹਨਾਂ ਨੇ ਬੜਾ ਕਲੇਮ ਕੀਤਾ ਸਾਰੇ ਪੰਜਾਬ 'ਚ ਢੋਲ ਪਿੱਟਿਆ ਕਿ ਸਾਰੇ ਪੰਜਾਬ 'ਚ ਕਰਪਸ਼ਨ ਖਤਮ ਹੋ ਗਈ ਹੈ। ਆਪਾਂ ਜਵਾਬ ਲੈ ਲਈਏ। 3 ਲੱਖ ਤੋਂ ਵੱਧ ਕੰਪਲੇਂਟ ਨਾ ਉੱਥੇ ਪੈਂਡਿੰਗ ਪਈ ਹੋਈ ਹੈ। 3 ਲੱਖ ਤੋਂ ਵੱਧ ਕੰਪਲੇਂਟ। ਓਕੇ ਕਪੂਰ ਜੀ, ਬਿਲਕੁਲ ਨਿਪਟਾਰਾ ਨਹੀਂ ਕਰ ਪਾਏ ਉਹਦਾ। ਪੰਜਾਬ ਦੇ ਮੁੱਦੇ ਤੇ ਵੀ ਮੈਂ ਤੁਹਾਡੇ ਤੋਂ ਹੈਲਪਲਾਈਨ ਨੰਬਰ ਜਾਰੀ ਕਰਨ ਦਾ ਮੁੱਦਾ ਕੀ ਹੈਗਾ ਸੀ ਇਹਨਾਂ ਦਾ। ਆਪਾਂ ਸਵਾਲ ਲੈਣੇ ਆ, ਬਾਅਦ ਚ ਮੈਂ ਬਾਕੀ ਮਹਿਮਾਨਾਂ ਤੋਂ ਵੀ ਆਪਾਂ ਸਵਾਲ ਲੈ ਲਈ। ਇਸ ਮੁੱਦੇ ਤੇ ਮੈਂ ਵਾਪਸ ਆਵਾਂਗਾ ਤੁਹਾਡੇ ਵੱਲ। ਟਿੰਨਾ ਜੀ, ਇਸੇ ਇਸ਼ੂ ਨੂੰ ਲੈ ਕੇ ਉਪ ਰਾਜਪਾਲ ਦੀ ਗੱਲ ਹੈ ਤੇ ਦੂਜੇ ਪਾਸੇ ਕੇਜਰੀਵਾਲ ਦਾ ਮੁੱਦਾ ਹੈਗਾ। ਆਪ ਦਾ ਕਹਿਣਾ ਕਿ ਜਾਣਬੁੱਝ ਕੇ ਇਸ ਤਰੀਕੇ ਨਾਲ ਟਾਰਗੇਟ ਕੀਤਾ ਜਾ ਰਿਹਾ ਹੈ। ਕਾਂਗਰਸ ਨੂੰ ਵੀ ਕਈ ਵਾਰੀ ਇਸ ਤਰ੍ਹਾਂ ਦਾ ਭੁਗਤ ਭੋਗੀ ਹੋਣਾ ਪੈਂਦਾ। ਟਿੰਨਾ ਜੀ, ਮੈਨੂੰ ਇਹ ਗੱਲ ਸਮਝ ਨਹੀਂ ਲੱਗਦੀ, ਜਦੋਂ ਆਮ ਆਦਮੀ ਪਾਰਟੀ ਤੇ ਕੋਈ ਕਾਰਵਾਈ ਹੋਣੀ ਸ਼ੁਰੂ ਹੋਣ ਲੱਗਦੀ ਹੈ ਤੇ ਇਹਨਾਂ ਨੂੰ ਇਦਾਂ ਕਿਉਂ ਲੱਗਦਾ ਹੈਗਾ ਕਿ ਜਾਣਬੁੱਝ ਕੇ ਇਹ ਇੱਕ ਸਿਆਸਤਬਾਜ਼ੀ ਕੀਤੀ ਜਾ ਰਹੀ ਹੈ। ਜਾਣਬੁੱਝ ਕੇ ਜਾਂ ਸਾਡੀ ਆਮ ਆਦਮੀ ਇਹ ਕਹਿਣਾ ਚਾਹੁੰਦੇ ਨੇ ਕਿ ਸਾਡੀ ਆਮ ਆਦਮੀ ਪਾਰਟੀ ਤੇ ਬਲੇਮਸ ਲਗਾਏ ਜਾ ਰਹੇ ਨੇ। ਦੇਖੋ ਸਿੱਧੀ ਗੱਲ ਹੈ, ਜਦੋਂ ਇਹ ਕਹਿ ਰਹੇ ਨੇ ਕਿ ਹਜੇ ਬੱਸਿਸ ਹਜੇ ਖਰੀਦੀਆਂ ਹੀ ਨਹੀਂ। ਇੱਕ ਗੱਲ ਹੋਰ ਕਹਿਣਾ ਚਾਹਾਂਗੀ, ਇਹਨਾਂ ਦੇ ਜਿਹੜੇ ਹੈਲਥ ਮਿਨਿਸਟਰ ਜਿਨ੍ਹਾਂ ਨੂੰ ਇਹਨਾਂ ਨੇ ਬਰਖਾਸਤ ਕੀਤਾ ਕੈਬਨਿਟ ਮੰਤਰੀ ਤੋਂ, ਇਹਨਾਂ ਨੇ ਇਹੀ ਗੱਲ ਸਾਰੀ ਮੀਡੀਆ ਦੇ ਸਾਹਮਣੇ ਲਿਆਂਦੀ ਸੀਗੀ ਕਿ ਵਿਜੇਂਦਰ ਸਿੰਗਲਾ ਨੇ ਇੰਨੇ % ਕਮਿਸ਼ਨ 1% ਕਮਿਸ਼ਨ ਮੰਗਣ ਦੀ ਕੋਸ਼ਿਸ਼ ਕੀਤੀ ਹੈ ਨਾ, ਲਈ ਤਾਂ ਨਹੀਂ ਨਾ। ਉਹ ਵੀ ਤਾਂ ਕੁਐਸਚਨ ਰਾਈਜ਼ ਹੁੰਦਾ ਹੈ। ਤੇ ਫਿਰ ਜਦੋਂ ਲੈ ਲੈਂਦੇ ਕਿਆ ਉਸ ਤੋਂ ਬਾਅਦ ਕਾਰਵਾਈ ਕਰਨੀ ਬਣਦੀ ਹੈ? ਅਗਰ ਕਿਸੇ ਨੇ ਕੰਪਲੇਂਟ ਕੀਤੀ ਹੈ, ਅਗਰ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਕੋਈ ਕਰਪਸ਼ਨ ਨਹੀਂ ਕੀਤੀ ਹੈਗੀ ਤਾਂ ਲੈਟ ਗੋ ਵਿਦ ਦ ਫਲੋ। ਉਹ ਪ੍ਰੋਸੀਜਰ ਦੇ ਥਰੂ ਨਿਕਲਣਾ ਚਾਹੀਦਾ ਔਰ ਉਹ ਨਿਕਲਣ ਤੋਂ ਬਾਅਦ ਪਤਾ ਲੱਗਣਾ ਹੈਗਾ ਕਿ ਕੌਣ ਕਿੰਨਾ ਕਨਵਿਕਟਡ ਹੈ। ਇਹੀ ਚੀਜ਼ ਸਾਡੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਵੈਂਡੇਟਾ ਪੋਲਿਟਿਕਸ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ ਮੁੱਦਿਆਂ ਤੋਂ ਭੜਕਾਉਣ ਵਾਸਤੇ ਕਿ ਉਹਨਾਂ ਨੂੰ ਕੋਈ ਹੋਰ ਕੰਮ ਨਹੀਂ ਹੈ, ਕੋਈ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਲੱਭ ਪਾ ਰਿਹਾ, ਕੋਈ ਪਾਲਿਸੀ ਮੇਨਟੇਨ ਨਹੀਂ ਹੋ ਪਾ ਰਹੀ, ਐਡਮਿਨਿਸਟ੍ਰੇਸ਼ਨ ਨੂੰ ਨਹੀਂ ਹੈਂਡਲ ਕੀਤਾ ਜਾ ਰਿਹਾ ਤੇ ਵੈਂਡੇਟਾ ਪੋਲਿਟਿਕਸ ਖੇਡੀ। ਦੂਸਰੇ ਦੀ ਪਾਰਟੀ ਖਾਸ ਕਰਕੇ ਕਾਂਗਰਸ ਪਾਰਟੀ ਦੇ ਪਿੱਛੇ ਜਿਹੜੇ ਵਰਕਰਸ ਨੇ ਜਾਂ ਜਿਹੜੇ ਐਕਸ ਮਿਨਿਸਟਰਸ ਨੇ ਜਾਂ MLA ਨੇ, ਉਹਨਾਂ ਤੇ ਸ਼ਿਕੰਜਾ ਕੱਸਿਆ ਜਾਏ, ਉਹਨਾਂ ਨੂੰ ਹਰਾਸ ਕੀਤਾ ਜਾਏ, ਮੁੱਦਿਆਂ ਤੋਂ ਪੰਜਾਬ ਨੂੰ ਭੜਕਾਇਆ ਜਾਏ। ਸੋ ਇਹ ਟੀਨਾ ਜੀ, ਇੱਕ ਸਵਾਲ ਜਿਹੜਾ ਹੈਗਾ ਮੈਂ ਲੈਣਾ ਚਾਹਾਂਗਾ। ਦੇਖੋ, ਜਦੋਂ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ ਉਦੋਂ ਆਪਾਂ ਕਹਿ ਰਹੇ ਹਾਂ ਕਿ ਬਦਲੇ ਦੀ ਰਾਜਨੀਤੀ। ਜਦੋਂ ਆਪ ਬਾਰੇ ਕੋਈ ਸਵਾਲ ਉੱਠਦਾ ਤਾਂ ਆਪਾਂ ਕਹਿੰਦੇ ਹਾਂ ਕਿ ਇਹਦੇ ਤੇ ਇਨਕੁਆਇਰੀ ਹੋਣੀ ਚਾਹੀਦੀ ਹੈ। ਆਪ ਕਹਿੰਦੀ ਹੈ ਕਿ ਦੂਰਾ ਮਾਪਦੰਡ ਆ। ਜਦੋਂ ਦੂਜੀਆਂ ਧਿਰਾਂ ਦੀ ਗੱਲ ਆਉਂਦੀ ਹੈ ਤਾਂ ਉਹ ਕਹਿੰਦੇ ਬਦਲੇ ਦੀ ਰਾਜਨੀਤੀ। ਇੱਦਾਂ ਹੀ ਆਪ ਵਾਲੇ ਵੀ ਦੂਜਿਆਂ ਬਾਰੇ ਕਹਿ ਰਹੇ ਕਿ ਬਦਲੇ ਦੀ ਰਾਜਨੀਤੀ ਹੈ। ਅਸੀਂ ਵੀ ਕਹਿ ਰਹੇ ਹਾਂ ਸਰ ਕਿ ਕਾਂਗਰਸ ਪਾਰਟੀ ਦੇ ਵਿੱਚ ਵੀ ਅਗਰ ਤੁਹਾਨੂੰ ਕਿਸੇ ਨੂੰ ਕੋਈ ਡਾਊਟ ਹੈਗਾ, ਅਗਰ ਕਿਸੇ ਨੇ ਕੁਝ ਕੀਤਾ ਉਹਦੇ ਤੇ ਕਾਰਵਾਈ ਕਰੋ। ਮੋਸਟ ਵੈਲਕਮ ਕਰਨੀ ਵੀ ਚਾਹੀਦੀ ਹੈ। ਅਗਰ ਕਿਸੇ ਨੇ ਕੋਈ ਗਲਤੀ ਕੀਤੀ ਆ ਉਹਨੂੰ ਬਰਖਾਸਤ ਹੋਣਾ ਚਾਹੀਦਾ, ਉਹਨੂੰ ਪਾਰਟੀ ਦੇ ਵਿੱਚੋਂ ਨਿਸ਼ਕਾਸਿਤ ਕਰ ਦੇਣਾ ਚਾਹੀਦਾ। ਇਹ ਬਿਲਕੁਲ ਠੀਕ ਹੈ ਜਦੋਂ ਕਨਵਿਕਟਡ ਹੋ ਜਾਏ। ਔਰ ਅਸੀਂ ਇਹ ਗੱਲ ਉਦੋਂ ਕਹੀ ਸੀਗੀ, ਅਸੀਂ ਨਹੀਂ ਇਹ ਗੱਲ ਕਹਿੰਦੇ ਕਿ ਇਹ ਗਲਤ ਕਰ ਰਹੇ ਨੇ ਜਾਂ ਜੋ ਵੀ ਕਰ ਰਹੇ ਨੇ, ਪਰ ਪ੍ਰੋਸੀਜਰ ਲਾਅ ਐਂਡ ਆਰਡਰ ਨੂੰ ਫੋਲੋ ਕਰਕੇ ਜਿਸ ਤਰੀਕੇ ਦੇ ਨਾਲ ਸਾਡੇ ਜਿਹੜੇ ਐਕਸ ਮਿਨਿਸਟਰ ਜਿਹੜੇ ਹੈਗੇ ਨੇ ਭਾਰਤ ਭੂਸ਼ਣ ਆਸ਼ੂ ਜੀ ਦੇ ਨਾਲ ਜੋ ਭਾਨਾ ਵਰਤਿਆ ਉਹ ਸਾਰਾ ਪੰਜਾਬ ਜਾਣਦਾ, ਸਾਰਾ ਦੇਸ਼ ਜਾਣਦਾ। ਕਿਸ ਤਰੀਕੇ ਦੇ ਨਾਲ ਅਸੀਂ ਖੁਦ ਜਦੋਂ ਸਾਰੀ ਜਿਹੜੀ ਸੀਗੀ ਕਾਂਗਰਸ ਪਾਰਟੀ ਉੱਥੇ ਵਿਜੀਲੈਂਸ ਆਫਿਸ ਦੇ ਬਾਹਰ ਖੜੇ ਹੋ ਕੇ ਤੇ ਵਿਜੀਲੈਂਸ ਦੇ ਚੀਫ ਨੂੰ ਅਸੀਂ ਮਿਲ ਕੇ ਮੈਮੋਰੈਂਡਮ ਦੇਣਾ ਚਾਹੁੰਦੇ ਸੀ ਤਾਂ ਇਹਨਾਂ ਦੇ ਵਿਜੀਲੈਂਸ ਆਫਿਸ ਦੇ ਚੀਫ ਸਾਹਿਬ ਨੇ ਉੱਥੇ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਨਹੀਂ ਕੀਤੀ, ਨਾ ਮਿਲਣ ਵਾਸਤੇ ਹਾਂ ਕੀਤੀ। ਔਰ ਅਸੀਂ ਕਿਹਾ ਸੀਗਾ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਟਾਈਮ ਬਚਾਉਂਦੇ ਅਸੀਂ, ਜਿਹੜੇ ਤੁਸੀਂ ਸਾਡੇ ਕਿਸੇ ਐਕਸ ਮਿਨਿਸਟਰ ਜਾਂ MLA ਨੂੰ ਪੜ੍ਹਨਾ ਚਾਹੁੰਦੇ ਹੋ ਤੁਸੀਂ ਲੈ ਜਾਓ ਅੰਦਰ, ਇਹਨਾਂ ਦੀ ਕਾਰਵਾਈ ਕਰ ਲਓ। ਪਰ ਇਹਨਾਂ ਨੇ ਉਸ ਤਰੀਕੇ ਨਾਲ ਨਹੀਂ ਕੀਤਾ, ਵਾਰੰਟ ਇਸ਼ੂ ਨਹੀਂ ਕੀਤਾ ਔਰ ਕਿਸੇ ਤਰ੍ਹਾਂ ਦੀ ਕੋਈ ਨੋਟੀਫਿਕੇਸ਼ਨ ਨਹੀਂ ਦਿੱਤੀ, ਬਿਨਾ ਵਾਰੰਟ ਇਸ਼ੂ ਕੀਤੇ ਹੋਏ ਜਾਂ ਕਿਸੇ ਤਰ੍ਹਾਂ ਦਾ ਕੋਈ ਸੰਮਨ ਦਿੰਦੇ ਹੋਏ, ਬਿਨਾ ਇੰਟਰੋਗੇਸ਼ਨ ਤੋਂ, ਵਿਦਾਊਟ ਇੰਟਰੋਗੇਸ਼ਨ। ਕਿਉਂਕਿ ਇੰਟਰੋਗੇਸ਼ਨ ਚ ਸਰ ਟਾਈਮ ਬਹੁਤ ਲੱਗਦਾ ਹੈ ਤੇ ਆਮ ਆਦਮੀ ਪਾਰਟੀ ਅਗਰ ਟਾਈਮ ਲਏਗੀ ਤੇ ਪੰਜਾਬ ਦੇ ਮੁੱਦਿਆਂ ਨੂੰ, ਪੰਜਾਬ ਦੇ ਲੋਕਾਂ ਨੂੰ ਭੜਕਾਏਗੀ ਕਿਸ ਤਰ੍ਹਾਂ? ਸੋ ਇਹਦੇ ਤਰੀਕੇ ਨਾਲ ਚਲੋ, ਤਰੀਕੇ ਨਾਲ ਚੱਲਣਗੇ
ਵੀ ਆਰ ਹੈਪੀ। ਅਸੀਂ ਜੀ। ਬਹੁਤ ਵਧੀਆ ਤਰੀਕੇ ਨਾਲ ਖੁਦ ਆਵਾਂਗੇ ਆਪਣੀਆਂ ਮਿਹਰਬਾਨੀ। ਪੇਸ਼ੀਆਂ ਦੇਣ ਵਾਸਤੇ। ਤੁਹਾਡਾ ਵਿਊ ਪੁਆਇੰਟ ਆ ਗਿਆ। ਪੁਲਿਸ ਸਾਹਿਬ ਇਸੇ ਮਾਮਲੇ ਨੂੰ ਲੈ ਕੇ ਆਪ ਵੱਲੋਂ ਲਗਾਤਾਰ ਜੋ ਦਿੱਲੀ 'ਚ ਦੇਖੋ ਪਹਿਲਾਂ ਨਹੀਂ ਦੂਜੀ ਵਾਰ ਜਿਹੜਾ ਹੈਗਾ ਇਸ ਤਰ੍ਹਾਂ ਦੀ ਸ਼ਿਕਾਇਤ ਆਈ ਹੈ, CBI ਤੋਂ ਜਾਂਚ ਦਾ ਮਾਮਲਾ ਸਾਹਮਣੇ ਆਇਆ ਜਿਸ ਤਰੀਕੇ ਨਾਲ ਉਪ ਰਾਜਪਾਲ ਵੱਲੋਂ ਕਿਹਾ ਗਿਆ, ਪਰ ਦੂਜੇ ਪਾਸੇ ਇਹ ਕਿ ਜਿਹੜੀ ਕਾਰਵਾਈ ਕਦੇ ਹੋਈ ਨਹੀਂ, ਨਾ ਕੋਈ ਟੈਂਡਰ ਜਿਹੜੇ ਰੱਦ ਹੋ ਗਏ ਹੈ, ਨਾ ਬੱਸਾਂ ਖਰੀਦੀਆਂ ਗਈਆਂ। ਤੇ ਉਹ ਕਹਿੰਦੇ ਕਿ ਜਾਣਬੁੱਝ ਕੇ ਨਿਸ਼ਾਨਾ, ਕਿਉਂਕਿ ਉਪ ਰਾਜਪਾਲ ਦੇ ਉੱਪਰ ਵੀ ਐਲੀਗੇਸ਼ਨ ਲੱਗੇ ਹੋਏ ਹੈ। ਜੀ ਪੁਲਿਸ ਸਾਹਿਬ। ਦੇਖੋ ਸਿੱਧੂ ਸਾਹਿਬ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਕਾਫੀ ਕੁਝ ਤੇ ਕਪੂਰ ਸਾਹਿਬ ਨੇ ਕਲੀਅਰ ਕਰਤਾ ਉੱਥੋਂ ਦਾ ਵੀ ਕਿਸ ਤਰੀਕੇ ਨਾਲ ਟੈਂਡਰ ਜਿਹੜੇ ਸੀਗੇ ਕਿੱਧਰ ਨੂੰ ਜਾ ਰਹੇ ਸੀਗੇ, ਕੀ ਰੇਟ ਕੋਟ ਕੀਤੇ ਗਏ। ਔਰ ਮੈਂ ਗਰੇਵਾਲ ਸਾਹਿਬ ਦੀ ਇੱਕ ਗੱਲ ਤੋਂ ਬਿਲਕੁਲ ਸਹਿਮਤ ਨਹੀਂ ਹੈਗਾ ਕਿ ਕੋਈ ਬੱਸ ਖਰੀਦੀ ਨਹੀਂ ਗਈ। 150 ਦੇ ਕਰੀਬ ਬੱਸਾਂ ਤੁਸੀਂ ਆ ਦਿਖਾ ਰਹੇ ਹੋ ਕਿ ਜਿਹਨਾਂ ਦੇ ਉੱਤੇ ਹਾਰ ਲੱਗੇ ਹੋਏ ਨੇ, ਕੇਜਰੀਵਾਲ ਸਾਹਿਬ ਝੰਡੀ ਦੇ ਰਹੇ ਹੈ, ਉਹ ਬੱਸਾਂ ਤੇ ਚਲਾ ਦਿੱਤੀਆਂ ਗਈਆਂ ਮਈ ਦੇ ਵਿੱਚ, ਤੇ ਤੁਸੀਂ ਕਹਿੰਦੇ ਬੱਸ ਕੋਈ ਖਰੀਦੀ ਨਹੀਂ। ਤੇ ਕੇਜਰੀਵਾਲ ਸਾਹਿਬ ਫਿਰ ਕਿਤੇ ਹਵਾ 'ਚ ਝੰਡੀ ਦੇ ਰਹੇ ਨੇ ਸਾਰੀਆਂ ਬੱਸਾਂ ਨੂੰ, ਤੁਸੀਂ ਤੇ ਆਪ ਦਿਖਾ ਰਹੇ ਹੋ ਸਾਰੇ ਪ੍ਰਤੱਖ ਕਰਕੇ। ਔਰ ਦੂਸਰੀ ਗੱਲ ਜਿਹੜੀ ਹੈ, ਕੇਜਰੀਵਾਲ ਸਾਹਿਬ ਦੇ ਆਉਣ ਤੋਂ ਪਹਿਲਾਂ ਲਗਭਗ 6350 ਬੱਸਾਂ ਸੀਗੀਆਂ, ਔਰ ਕੇਜਰੀਵਾਲ ਸਾਹਿਬ ਦੇ ਆਉਣ ਤੋਂ ਬਾਅਦ 3900 ਰਹਿ ਗਈਆਂ ਸਾਰੀਆਂ ਸ਼ਹਿਰ ਦੇ ਵਿੱਚ। ਬੱਸਾਂ ਬੰਦ ਹੋਈ ਜਾ ਰਹੀਆਂ ਨੇ, ਬੱਸਾਂ ਖਰਾਬ ਹੋਈ ਜਾ ਰਹੀਆਂ ਨੇ, ਉਹਨਾਂ ਨੂੰ ਸਾਈਡ ਤੇ ਕੀਤਾ ਜਾ ਰਿਹਾ, ਨਵੀਆਂ ਬੱਸਾਂ ਪਾਈਆਂ ਨਹੀਂ ਜਾ ਰਹੀਆਂ ਕਿਉਂਕਿ ਰੇਟ ਸੈੱਟ ਨਹੀਂ ਹੋ ਰਹੇ ਇਹਨਾਂ ਦਾ ਕਮਿਸ਼ਨ ਸੈੱਟ ਨਹੀਂ ਹੋ ਰਿਹਾ। 11000 ਬੱਸਾਂ ਦੀ ਰਿਕੁਆਇਰਮੈਂਟ ਹੈ ਇਸ ਟਾਈਮ ਦਿੱਲੀ ਦੇ ਵਿੱਚ ਚਲਾਉਣ ਵਾਸਤੇ। 2025 ਤੱਕ 11000 ਕਰਨੀਆਂ ਨੇ, 2023 ਤੱਕ ਜਿਹੜੀਆਂ ਹੈਗੀਆਂ ਨੇ ਘੱਟੋ ਘੱਟ ਜਿਹੜੀਆਂ ਨੇ 1500 ਬੱਸਾਂ ਖਰੀਦਣੀਆਂ ਸੀਗੀਆਂ, ਜਿਹਦਾ ਆਹ ਰੌਲਾ ਪਿਆ। ਹੁਣ ਗੱਲ ਆ ਗਈ ਦੂਸਰੀ, ਜਿਹੜੀ ਗਰੇਵਾਲ ਸਾਹਿਬ ਕਹਿੰਦੇ ਨਹੀਂ ਜੀ ਸਾਡੇ ਤੇ ਜੈਨ ਸਾਹਿਬ ਵੀ ਜਿਹੜੇ ਉਹਨਾਂ ਨੂੰ ਵੀ ਕਲੀਨ ਚਿੱਟ ਹੈਗੀ ਆ, ਤੇ ਜਿਹੜੇ ਸਾਡੇ ਡਿਪਟੀ CM ਨੇ ਉਹਨਾਂ ਨੂੰ ਵੀ ਕਲੀਨ ਚਿੱਟ ਹੈ। ਗਰੇਵਾਲ ਸਾਹਿਬ ਗੱਲ ਹੈ ਵੀ ਜੈਨ ਸਾਹਿਬ ਨੂੰ ਜੇ ਕਲੀਨ ਚਿੱਟ ਮਿਲ ਗਈ ਤਾਂ ਉਹਨਾਂ ਨੂੰ ਘਰੇ ਲੈ ਆਓ ਤੁਸੀਂ। ਉਹ ਜੇਲ੍ਹ 'ਚ ਕਿਉਂ ਬੈਠੇ ਨੇ? ਜੇਲ੍ਹ 'ਚੋਂ ਬਾਹਰ ਕਿਉਂ ਨਹੀਂ ਆ ਰਹੇ? ਰੁਪਈਆ ਤੁਹਾਡਾ ਮੋਟਾ ਉੱਥੇ ਫੜਿਆ ਗਿਆ, ਜਿੰਨੀ ਫੰਡਿੰਗ ਤੁਹਾਨੂੰ ਆਉਂਦੀ ਸੀ ਸਾਰੀ ਉਹਦੇ ਘਰ 'ਚੋਂ ਰਿਕਵਰ ਹੋਈ ਹੈ। ਠੀਕ ਹੈ, ਮਿਲੀ ਭੁਗਤਣਾ ਜੋ ਵੀ BJP ਦਾ ਉੱਥੇ ਸਿਸਟਮ ਚੱਲ ਰਿਹਾ ਹੈ ਉਹ ਨਹੀਂ ਡਿਕਲੇਅਰ ਹੋਈ ਸਾਰੀ ਜਿਹੜੀ ਹੈ, ਲੇਕਿਨ ਚੋਰ ਤੇ ਚੋਰ ਹੀ ਹੈ ਨਾ, ਭਾਵੇਂ ਉਹ ਰੁਪਈਆ ਚੋਰੀ ਕਰੇ, ਚਾਹੇ ਉਹ ਲੱਖ ਰੁਪਈਆ ਚੋਰੀ ਕਰੇ, ਚਾਹੇ ਕਰੋੜ ਕਰੇ, ਤੇ ਚੋਰੀ ਜੇ ਕੀਤੀ ਹੈ ਜੈਨ ਸਾਹਿਬ ਨੇ, ਇਸ ਕਰਕੇ ਉਹ ਅੰਦਰ ਬੈਠੇ ਨੇ। ਜਿਸ ਤਰ੍ਹਾਂ ਸਸੋਦੀਆ ਸਾਹਿਬ ਦੀ ਗੱਲ ਹੈ, ਤਾਂ ਸਸੋਦੀਆ ਸਾਹਿਬ ਦਾ ਵੀ FIR 'ਚ ਨਾਂ ਹੈਗਾ, ਅਗਰ ਉਹਨਾਂ ਦੇ ਖਿਲਾਫ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਜਾਂ ਅਰੇ ਸਿਰਫ ਉਹਨਾਂ ਨੂੰ ਡਰਾਇਆ ਹੀ ਜਾ ਰਿਹਾ, ਤੇ ਇਹ ਤੁਹਾਡੀ ਆਪਸ ਮਿਲੀ ਭੁਗਤ ਹੈ, ਕਿਉਂਕਿ ਦੋਨੋਂ ਹੀ ਜਿਹੜੇ ਹੈਗੇ ਆ ਇਹ ਵੀ ਟੀਮ ਵਰਗੂ ਕੰਮ ਕਰ ਰਹੇ ਹੈ। ਤੇ ਦੇਖੋ ਆਉਣ ਵਾਲਾ ਸਮਾਂ ਦੱਸ ਦੂਗਾ ਤੁਹਾਨੂੰ ਵੀ ਕੀ ਬਣਦਾ। ਜਿਹੜਾ ਪੰਜਾਬ 'ਚ ਹੀ ਰੇਡ ਪਈ ਹੈ, ਪੰਜਾਬ 'ਚ ਸਾਡਾ ਸਾਰਾ ਕੁਝ ਜਿਹੜਾ ਚਿੱਠੇ ਲੈ ਕੇ ਗਏ ਨੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਆਪਾਂ ਘਰੇ ਬੈਠੇ ਕਲੀਨ ਚਿੱਟ ਦਈਏ ਜਾਂ ਕੇਜਰੀਵਾਲ ਸਾਹਿਬ ਨੂੰ ਕਲੀਨ ਚਿੱਟ ਦੇ ਦੇ, ਤੁਸੀਂ TV ਤੇ ਆ ਕੇ ਕਲੀਨ ਚਿੱਟ ਦੇ ਦਿਓ, ਇਸ ਤਰ੍ਹਾਂ ਨਹੀਂ ਮਿਲਦੀਆਂ ਕਲੀਨ ਚਿੱਟ। ਆਪਾਂ ਜਵਾਬ ਲੈ ਲਈਏ। ਦੂਸਰਾ ਮੈਂ ਹੋਰ ਦੱਸ ਦਿੰਦਾ, ਕੱਲਾ ਇਹੀ ਨਹੀਂ ਸਿੱਧੂ ਸਾਹਿਬ, ਆਪਾਂ ਰੋਜ਼ ਹੁਣ ਅਖਬਾਰਾਂ 'ਚ ਪੜ੍ਹਨ ਲੱਗ ਗਏ ਆ, ਕਿਤੇ ਕੋਈ ਇਹਨਾਂ ਦਾ MLA ਆਪਣੀ ਘਰਵਾਲੀ ਦੇ ਖਿਲਾਫ ਪਰਚਾ ਦਰਜ ਕਰਾਈ ਜਾ ਰਿਹਾ, ਕੋਈ ਕਿਸੇ ਟਰੈਵਲ ਏਜੰਟ ਤੋਂ ਪੈਸੇ ਮੰਗ ਰਿਹਾ, ਕੋਈ ਜਿਹੜਾ ਹੈਗਾ ਕਾਰਪੋਰੇਸ਼ਨ ਤੋਂ ਪੈਸੇ ਮੰਗ ਰਿਹਾ, ਚਾਹੇ ਡੇਰਾ ਬਸੀ ਵਾਲਾ MLA ਦਾ ਆਇਆ ਕਹਿੰਦਾ ਲੱਖ ਰੁਪਈਆ ਕੀ ਹੁੰਦਾ, ਇਹਦੇ ਕੁਝ ਵੀ ਨਹੀਂ ਹੈਗਾ, ਮੇਰੇ PA ਨੇ ਮੰਗ ਲਿਆ ਫਿਰ ਕੀ ਹੋ ਗਿਆ। ਮਤਲਬ ਇਹੋ ਜਿਹੇ ਹਾਲਾਤ ਆ ਰਹੇ ਨੇ, ਕਿਸੇ ਤੇ ਮਾਈਨਿੰਗ ਦੇ ਚਾਰजेस ਲੱਗ ਰਹੇ ਨੇ, ਕਿਸੇ ਤੇ ਜਿਹੜਾ ਹੈਗਾ ਉਗਰਾਈ ਦੇ ਚਾਰजेस ਲੱਗ ਰਹੇ ਨੇ। ਦੇਖੋ ਇਹ ਹੌਲੀ ਹੌਲੀ ਜਿਹੜਾ ਹੈ, ਕਿਉਂਕਿ ਇਹ ਘਾਟ ਦੀ ਮਿੱਟੀ ਨਾਲ ਬਣੀ ਹੋਈ ਪਾਰਟੀ ਹੈ, ਉਸ ਘਾਟ ਦੀ ਮਿੱਟੀ ਉਹ ਹੈ ਜਿਹੜੀ ਦੂਸਰੀਆਂ ਪਾਰਟੀਆਂ ਛੇਕੇ ਹੋਏ ਲੋਕ ਨੇ, ਜਿਹੜੇ ਦੂਸਰੀਆਂ ਪਾਰਟੀਆਂ ਕੱਢੇ ਹੋਏ ਲੋਕ ਨੇ, ਕਰਪਟ ਲੋਕ ਸੀ ਜਿਹੜੇ, ਉਹਨਾਂ ਨੂੰ ਇਕੱਠੇ ਕਰਕੇ ਠੀਕਰੀਆਂ ਨਾਲ ਇਹਨਾਂ ਨੇ ਘੜਾ ਬਣਾਇਆ ਹੈ, ਤੇ ਘੜੇ 'ਚ ਪਾਣੀ ਦੇ ਟਿਕਣਾ ਨਹੀਂ, ਕਿਤੇ ਨਾ ਕਿਤੇ ਵਗਣਾ ਹੀ ਹੈ ਬਾਹਰ। ਆਪਾਂ ਜਵਾਬ ਲੈ ਲਈਏ। ਪੁਲਿਸ ਸਾਹਿਬ ਕਿਧਰੇ ਇਹ ਵੀ ਆਉਂਦਾ ਕਿ ਸੋਸ਼ਲ ਮੀਡੀਆ 'ਚ ਕਈ ਗੱਲਾਂ ਚੱਲਦੀਆਂ, ਉਹਨਾਂ ਦੀ ਕਿੰਨੀ ਕੁ ਅਥੈਂਟਿਸਿਟੀ ਹੁੰਦੀ ਹੈ, ਕਿੰਨੀ ਕੁ ਨਹੀਂ ਹੁੰਦੀ, ਪੋਲੀਟੀਕਲ ਤੌਰ ਤੇ ਵੀ ਇਸ ਦੇ ਐਲੀਗੇਸ਼ਨ ਲੱਗਦੇ ਆ। ਬਿਲਕੁਲ ਜਿਹੜੀ ਇਸ਼ੂ ਤਾਂ ਹਵਾ ਦੇ ਵਿੱਚ ਏਅਰ ਦੇ ਵਿੱਚ ਉੱਠਦੇ ਆ ਜਿਹੜੇ ਹੈਗੇ, ਜਦੋਂ ਆਪਾਂ ਇਹਨਾਂ ਮੁੱਦਿਆਂ ਤੇ ਚਰਚਾ ਕਰਦੇ ਹਾਂ। ਗਰੇਵਾਲ ਸਾਹਿਬ ਜਿਸ ਮਾਮਲੇ ਤੇ ਗੱਲ ਕੀਤੀ ਗਈ ਹੈ, ਦੇਖੋ ਇਹ ਕਿਹਾ ਜਾ ਰਿਹਾ ਸਪਸ਼ਟ ਤੌਰ ਤੇ ਕਿ ਜੇ ਸ਼ਿਕਾਇਤ ਆਈ ਹੈ ਤੇ ਸ਼ਿਕਾਇਤ ਦੀ ਜਾਂਚ ਹੋ ਰਹੀ ਹੈ, ਤਾਂ ਉਸ ਮਾਮਲੇ 'ਚ ਆਪ ਨੂੰ ਕੀ ਇਤਰਾਜ਼ ਹੈ ਇਸ ਮੁੱਦੇ ਤੇ? ਉਹ ਕਹਿੰਦੇ ਆਖਰਕਾਰ ਜਿਹੜੀ ਇੱਕ ਨੀਤੀ ਬਣਾਈ ਗਈ ਜਾਂ ਤੈਅ ਕੀਤੀ ਗਈ, ਕਾਂਗਰਸ ਵੱਲੋਂ ਵੀ ਕਿਹਾ ਜਾ ਰਿਹਾ ਕਿ ਜੇ ਗੱਲ ਲਾਗੂ ਹੋ ਜਾਂਦੀ ਤਾਂ ਫਿਰ ਕਿਸ ਤਰ੍ਹਾਂ ਦੀ ਸਥਿਤੀ ਬਣਨੀ ਸੀ, ਇਸ ਕਰਕੇ ਜਾਂਚ ਹੋਣੀ ਜ਼ਰੂਰੀ ਹੈ। ਸਿੱਧੂ ਸਾਹਿਬ, ਮੈਂ ਸ਼ੁਰੂ ਹੀ ਆਰਗੂਮੈਂਟ ਇੱਥੋਂ ਕੀਤਾ ਸੀ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਦਾ ਸਵਾਗਤ ਕਰਦੇ ਹਾਂ, ਪਹਿਲੀ ਗੱਲ। ਦੂਜੀ ਗੱਲ, ਚਲੋ BJP ਨੂੰ ਕਨਸਟੀਟਿਊਸ਼ਨਲ ਪ੍ਰੋਪਰਾਈਟੀ ਦਾ ਖਿਆਲ ਆਇਆ ਤੇ ਚੰਗੀ ਗੱਲ ਹੈ। ਮਹਾਰਾਸ਼ਟਰ 'ਚ ਵੀ ਕਰ ਲੈਂਦੇ, ਮੱਧ ਪ੍ਰਦੇਸ਼ 'ਚ ਵੀ ਕਰ ਲੈਂਦੇ, ਉਹ ਵੀ ਥੋੜਾ ਜਿਹਾ ਬਿਹਤਰ ਹੁੰਦਾ ਕਿ ਕਨਸਟੀਟਿਊਸ਼ਨਲ ਪ੍ਰੋਪਰਾਈਟੀ ਤੇ ਕਨਸਟੀਟਿਊਸ਼ਨਲ ਪਦ ਦੀ ਕੀ ਗਰਿਮਾ ਹੁੰਦੀ ਹੈ। ਸਵੇਰੇ 6 ਵਜੇ ਜੇ ਸੌਹਾਂ ਨਾ ਖਵਾਈਆਂ ਜਾਣ ਤਾਂ ਗਵਰਨਰ ਸਾਹਿਬ ਦੇ ਪਦ ਦੀ ਗਰਿਮਾ ਬਣੀ ਰਹਿੰਦੀ ਹੈ। ਜਿਹੜੇ ਟੈਂਡਰ ਨੇ ਸਰ, ਉਹ ਟੈਂਡਰ ਕੰਪੀਟੀਟਿਵ ਭਰੇ ਜਾਂਦੇ ਆ, ਇਕੱਲਾ ਹਮੇਸ਼ਾ ਰੇਟ ਨਹੀਂ ਦੇਖਿਆ ਜਾਂਦਾ, ਹੋਰ ਰਿਕੁਆਇਰਮੈਂਟਸ ਵੀ ਹੁੰਦੀਆਂ ਨੇ। ਤੇ ਰਾਫਾਇਲ ਜਿਵੇਂ ਸਰਦਾਰ ਮਨਮੋਹਨ ਸਿੰਘ ਜੀ ਹੋਰ ਰੇਟ ਤੇ ਲਿਆਏ ਸੀ, ਮੋਦੀ ਜੀ ਮਾਸਟਰ ਸਟ੍ਰੋਕ ਥੋੜਾ ਜਿਹਾ ਜ਼ਿਆਦਾ ਮਹਿੰਗੇ ਤੇ ਲਿਆਏ, ਤੇ ਅੰਬਾਨੀਆਂ ਦੀ ਏਵੀਏਸ਼ਨ ਜਿਨ੍ਹਾਂ ਨੇ ਕਦੇ ਅਸੀਂ ਕਾਗਜ਼ ਦਾ ਜਹਾਜ਼ ਨਹੀਂ ਬਣਾਇਆ,
ਉਹਨੂੰ ਵਿੱਚ ਪਾਰਟਨਰ ਬਣਾਤਾ, ਸੋ ਉਹਦੇ 'ਚ ਮੈਂ ਕੁਝ ਨਹੀਂ ਕਹਿ ਸਕਦਾ। ਤੇ ਜਿਹੜਾ CAG ਹੈ ਆਪਣਾ, ਉਹਨਾਂ ਨੇ ਜਿਹੜਾ ਪਿਛਲੀ ਵਾਰੀ 2G ਸਪੈਕਟਰਮ ਸੀਗਾ ਉਹਦਾ 2 ਲੱਖ ਕਰੋੜ ਦਾ ਘਾਟਾ ਸੀ, ਐਤਕੀ 5 ਲੱਖ 5G ਸਪੈਕਟਰਮ 1.5 ਲੱਖ ਕਰੋੜ ਦਾ ਸਾਰੇ ਦੇਸ਼ ਦਾ ਆਕਸ਼ਨ ਕਰ ਦਿੱਤਾ ਗਿਆ। ਸੋ ਉਹ ਤੁਸੀਂ ਦੇਖੋ ਕਿੰਨਾ ਫਰਕ ਹੈ ਕਿ ਇੱਕ ਪਾਸੇ ਦਾ 2 ਲੱਖ ਕਰੋੜ ਦਾ ਸਕੈਮ ਹੈ ਇਕੱਲਾ 2G 'ਚ, ਤੇ ਇੱਥੇ 5 ਲੱਖ ਕਰੋੜ ਦਾ 5G ਸਪੈਕਟਰਮ 1.5 ਲੱਖ ਕਰੋੜ ਦਾ ਆਕਸ਼ਨ ਹੋ ਗਿਆ। ਸੋ ਕਨਸਟੀਟਿਊਸ਼ਨਲ ਪ੍ਰੋਪਰਾਈਟੀ ਬਾਰੇ ਪਲੀਜ਼ ਸਾਨੂੰ ਲੈਕਚਰ ਨਾ ਦੇਣ। ਤੇ ਰਹੀ ਗੱਲ ਸਰ ਕਰਨਾਟਕਾ 'ਚ ਅਸੈਂਬਲੀ ਦੇ ਬਾਹਰ ਖੜੇ ਹੋ ਕੇ ਜਿਹੜੇ ਕੰਟਰੈਕਟਰਸ ਕਹਿ ਰਹੇ ਸੀਗੇ ਕਿ ਅਸੀਂ 40% ਦੇ ਕੇ ਕੰਮ ਕਰਦੇ ਹਾਂ, ਕਾਂਗਰਸ ਦੀ ਗੱਲ ਸਰ ਇਹ ਹੈ ਕਿ ਦੇਖੋ ਨੈਸ਼ਨਲ ਹੈਰਲਡ ਕੇਸ ਹੈ, ਕਾਲੇ ਕੱਪੜੇ ਪਾ ਲੈਂਦੇ ਆ, ਪੋਲੀਟੀਕਲ ਵੈਂਡੇਟਾ ਦੇ ਦਿੰਦੇ ਆ, ਫਿਰ ਇਕੱਠੇ ਹੋ ਕੇ ਆ ਕੇ ਸਾਧੂ ਸਿੰਘ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਉਹ ਜਦੋਂ ਪਤਾ ਲੱਗਦਾ ਕਿ ਉਹਦਾ ਦਰਖਤ ਚੋਰੀ ਕੀਤੇ ਸੀ ਫਿਰ ਚੁੱਪ ਕਰ ਜਾਂਦੇ ਆ। ਵਿਜੀਲੈਂਸ ਦੇ ਦਫ਼ਤਰ ਦੇ ਬਾਹਰ ਜਦੋਂ ਪਤਾ ਲੱਗ ਜਾਂਦਾ ਕਿ ਸਾਡੀਆਂ ਚੋਰੀਆਂ ਫੜੀਆਂ ਜਾ ਰਹੀਆਂ ਨੇ, ਇਕੱਠੇ ਹੋ ਕੇ ਪਹੁੰਚ ਜਾਂਦੇ ਆ ਕਿ ਲਓ ਜੀ ਗਰੇਵਾਲ ਜੀ, ਗਰੇਵਾਲ ਸਾਹਿਬ ਕਾਂਗਰਸ ਹੈ ਇਹੀ ਕਹਿ ਰਹੀ ਹੈ ਕਿ ਜਦੋਂ ਤੱਕ ਕਾਂਗਰਸ ਦੀ ਗੱਲ ਕਰਦੇ ਹਾਂ ਤਾਂ ਆਪਾਂ ਕਹਿੰਦੇ ਹਾਂ ਕਿ ਭ੍ਰਿਸ਼ਟਾਚਾਰ ਹੈ, ਕਾਬੂ ਕੀਤੇ ਜਾ ਰਿਹਾ, ਦਰੁਸਤ ਠਹਿਰਨੇ। ਅਸੀਂ ਵੈਂਡੇਟਾ ਪੋਲਿਟਿਕਸ ਵਿਸ਼ਵਾਸ ਨਹੀਂ ਰੱਖਦੇ। ਵੈਂਡੇਟਾ ਪੋਲਿਟਿਕਸ ਉਹ ਹੁੰਦੀ ਹੈ ਜਦੋਂ ਨਵੀਂ ਸਰਕਾਰ ਆਉਂਦੇ ਸਾਰ ਧੜਾ ਧੜ SHO ਨੂੰ ਵਰਤ ਕੇ, ਜਿਵੇਂ ਪਿਛਲੇ ਸਮਿਆਂ 'ਚ ਪਰਚੇ ਪੈਂਦੇ ਹੁੰਦੇ ਸੀਗੇ ਕਿ ਇਹਨੇ ਉੱਥੇ ਬੂਥ ਲਾਇਆ ਸੀ, ਉਹ ਹੁੰਦਾ, ਉਹਨੂੰ ਵੈਂਡੇਟਾ ਪੋਲਿਟਿਕਸ ਕਹਿੰਦੇ ਆ। ਉਹ ਜੀ ਪੰਜਾਬ 'ਚ ਬਿਲਕੁਲ ਨਹੀਂ ਰਹੀ। ਰਹੀ ਗੱਲ ਅਕਾਲੀ ਦਲ ਦੀ ਸਰ, ਮੈਂ ਪਹਿਲਾਂ ਤਾਂ ਇਹਨਾਂ ਕਨਫਿਊਜ਼ ਨੇ, ਇੱਕ ਤਰ੍ਹਾਂ ਤਾਂ BJP ਦੀ ਸਪੋਰਟ ਲੈ ਲੈਂਦੇ ਆ, ਹੁਣੇ BJP ਨਾਲ ਜਾਣਾ ਵੀ ਚਾਹੁੰਦੇ ਆ। ਜਿਹੜੀ ਇਹ ਬੱਸਾਂ ਦੀ ਗੱਲ ਕਰ ਰਹੇ ਆ, ਉਹ 6300 ਬੱਸ ਚੋਂ ਜਿਹੜੀ NGT ਨੇ ਫੇਜ਼ ਆਊਟ ਕੀਤੀ ਹੈ ਨਾ ਬੱਸ, ਉਹ ਫੇਜ਼ ਆਊਟ ਕੀਤੀ ਹੋਈ ਬੱਸ ਹੈ। ਸੋ ਉਹ ਫੇਜ਼ ਆਊਟ ਕੀਤੀ ਹੋਈ ਬੱਸ ਨੂੰ ਤਾਂ ਰਿਪਲੇਸ ਤਾਂ ਕਰਨਾ ਹੀ ਹੈ। ਤੇ ਹੁਣ ਅਕਾਲੀ ਦਲ ਦੀ ਇੱਕ ਸੋਚਣ ਦਾ ਤਰੀਕਾ ਸੀਗਾ ਕਿ ਇੰਨਾ ਕੁ ਤਾਂ ਕਮਿਸ਼ਨ ਬਣਦਾ ਹੀ ਹੈ, ਇੰਨਾ ਕੁ ਤਾਂ ਹਿੱਸਾ ਮੇਰਾ ਇੰਡਸਟਰੀ ਚੋਂ ਜਿਹੜੀ ਵੀ ਲੱਗਦੀ ਉਹ 'ਚ ਬਣਦਾ। ਇਹਨਾਂ ਦੀ ਸੋਚ ਵਾਂਗੂ ਅਸੀਂ ਨਹੀਂ ਚੱਲਦੇ। ਸੱਚ ਗੱਲ ਭੁੱਲਰ ਸਾਹਿਬ ਇਹ ਹੈ, ਅਸੀਂ ਹਰ ਤਰ੍ਹਾਂ ਦੀ ਜਾਂਚ ਦਾ ਸਵਾਗਤ ਕਰਦੇ ਹਾਂ। ਜਿਹੜਾ ਇਹ ਜੈਨ ਸਾਹਿਬ ਵੇਲੇ ਪੈਸੇ ਕਹਿ ਰਹੇ ਆ, ਉਹ ਪੈਸੇ 1-1 ਰੁਪਈਆ ਇਜ਼ ਅਕਾਊਂਟਡ ਫॉर। ਜਿਹੜੀ ਕੰਪਨੀ ਨੇ ਪੈਸੇ ਦਿੱਤੇ ਆ ਉਹ ਵੀ ਅਕਾਊਂਟਡ ਫॉर ਹੈ, ਐਂਡ ਉਹ ਦੱਸਿਆ ਹੋਇਆ ਹਿਸਾਬ ਕੀ ਹੈ। ਇਹਨਾਂ ਦਾ ਐਫੀਡੇਵਿਟ ਦਿੱਤਾ ਹੋਇਆ ਦਾ ED ਦਾ ਕਿ ਇਹਨਾਂ ਦੇ ਖਿਲਾਫ ਸਾਡੇ ਕੋਲ ਕੋਈ ਸਬੂਤ ਨਹੀਂ, ਕੋਰਟ 'ਚ ਦਿੱਤਾ ਹੋਇਆ, ਜ਼ਮਾਨਤ ਹੋ ਜਾਏਗੀ, ਕੋਈ ਗੱਲ ਨਹੀਂ, ਤੁਸੀਂ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹੋ। ਅਸਲੀ ਗੱਲ ਸਿੱਧੂ ਸਾਹਿਬ ਇਹ ਹੈ ਕਿ BJP ਜਦੋਂ ਘਬਰਾ ਜਾਂਦੀ ਹੈ, ਉਦੋਂ ਉਹ ਜਿਹੜੇ ਆਪਣੇ ਕੇਜਡ ਪੈਰਿਸ ਨੇ, CBID, ਇਨਕਮ ਟੈਕਸ, ਉਹਨਾਂ ਨੂੰ ਕੱਢਦੀ ਹੈ, ਤੇ ਉਹ ਸਾਰੇ ਦੇਸ਼ 'ਚ ਹੋ ਰਿਹਾ, ਸਾਰਾ ਦੇਸ਼ ਦੇਖ ਰਿਹਾ। ਸੱਚ ਤਾਂ ਇਸ ਗੱਲ ਦਾ ਜੀ। ਪੂਰ ਸਾਹਿਬ ਪਹਿਲਾਂ ਤੁਹਾਡੇ ਤੋਂ ਸਵਾਲ ਲੈ ਲੈਣੇ ਇਸੇ ਮੁੱਦੇ ਤੇ। ਗਰੇਵਾਲ ਸਾਹਿਬ ਦਾ ਕਹਿਣਾ ਕਿ ਜਦੋਂ BJP ਘਬਰਾ ਜਾਂਦੀ ਹੈ ਤੇ ਫਿਰ ਕੇਂਦਰੀ ਏਜੰਸੀਆਂ ਨੂੰ ਬਾਹਰ ਕੱਢਦੀ ਹੈ ਦੂਜਿਆਂ ਦੇ ਖਿਲਾਫ ਕਾਰਵਾਈ ਕਰਨ ਲਈ। ਦੇਖੋ ਸੰਧੂ ਸਾਹਿਬ, ਐਸਾ ਹੈਗਾ ਵੈ ਕਿ ਆਮ ਆਦਮੀ ਪਾਰਟੀ ਦੀ ਇੱਕ ਬੜੀ ਨਾਰਮਲ ਪ੍ਰੈਕਟਿਸ ਬਣ ਗਈ ਹੈ ਕਿ ਜਦੋਂ ਵੀ ਕੋਈ ਐਲੀਗੇਸ਼ਨ ਲੱਗਦਾ ਨਾ, ਇਹਨਾਂ ਨੂੰ ਸਿਰਫ ਗਲਤੀ ਜਿਹੜੀ ਰੂਲਿੰਗ ਪਾਰਟੀ BJP ਦੀ ਨਜ਼ਰ ਆਉਣੀ ਚਾਲੂ ਹੋ ਜਾਂਦੀ ਹੈ। ਅੱਜ ਇੱਕ ਕੰਪਲੇਂਟ ਆਈ ਹੈ, ਮੈਂ ਤੇ ਇਹ ਨਹੀਂ ਗੱਲ ਸਮਝ ਪਾ ਰਿਹਾ ਕਿ ਜੇ ਉਹ ਕੰਪਲੇਂਟ ਬਾਰੇ ਇਨਕੁਆਇਰੀ ਕਰਾਂ 'ਚ ਹਰਜ ਕੀ ਹੈ। ਕੰਪਲੇਂਟ ਕੋਈ BJP ਨੇ ਤੇ ਨਹੀਂ ਨਾ ਫਾਈਲ ਕੀਤੀ ਹੋਈ, ਜਾ ਕੇ ਕੰਪਲੇਂਟ ਆਈ ਹੈ। ਔਰ ਦੂਸਰੀ ਗੱਲ, ਜਿਹੜਾ ਤੁਸੀਂ ਪ੍ਰੋਸੀਜਰ ਬਣਾਇਆ ਹੈਗਾ ਵੈ, ਸਾਰਾ ਪ੍ਰੋਸੀਜਰ ਫਾਲਟੀ ਹੈਗਾ ਸੀ ਤੁਹਾਡਾ। ਤੁਹਾਨੂੰ ਉਸ ਟਾਈਮ ਉਹ ਫਾਲਟੀ ਪ੍ਰੋਸੀਜਰ ਕਿਉਂ ਨਹੀਂ ਨਜ਼ਰ ਆਇਆ? ਇੱਕ ਫਾਲਟੀ ਪ੍ਰੋਸੀਜਰ ਦੇ ਬੇਸ ਤੇ ਤੁਸੀਂ ਬੱਸਾਂ ਖਰੀਦਣ ਜਾ ਰਹੇ ਹੋ, ਮਤਲਬ ਕਿ ਤੁਸੀਂ ਚਾਹੁੰਦੇ ਸੀ ਕਿ ਪਹਿਲੇ ਕਰਪਸ਼ਨ ਪੂਰੀ ਹੋ ਜਾਵੇ, ਫਿਰ ਉਹਦੇ ਬਾਅਦ ਵੀ ਜਿਹੜੀ ਏਜੰਸੀਜ਼ ਹੈਗਾ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਹੈਗਾ ਵੈ, ਤੇ ਪਹਿਲੇ ਪ੍ਰੀਵੈਂਸ਼ਨ ਕਿਉਂ ਨਹੀਂ ਕੀਤੀ ਜਾ ਸਕਦੀ? ਦੇਖੋ, ਕਰਪਸ਼ਨ ਇੱਕ ਬੜਾ ਵੱਡਾ ਕੋਡ ਹੈਗਾ ਵੈ ਸਮਾਜ ਦੇ ਉੱਤੇ। ਕੋਈ ਵੀ ਸਰਕਾਰ ਹੋਵੇ, ਕੋਈ ਵੀ ਪਾਰਟੀ ਹੋਵੇ, ਉਹਨੂੰ ਡਟ ਕੇ ਇਹਦੇ ਖਿਲਾਫ ਲੜਨਾ ਚਾਹੀਦਾ ਹੈ। ਭਾਰਤੀ ਜਨਤਾ ਪਾਰਟੀ ਇਹਦੇ ਬਿਲਕੁਲ ਖਿਲਾਫ ਹੈ ਕਰਪਸ਼ਨ ਦੇ, ਔਰ ਜਿੱਥੇ ਵੀ ਕੋਈ ਤਰ੍ਹਾਂ ਦੀ ਕਰਪਸ਼ਨ ਦੀ ਕੋਈ ਗੱਲ ਆਏਗੀ, ਭਾਰਤੀ ਜਨਤਾ ਪਾਰਟੀ ਡਟ ਕੇ ਉਹਦੇ ਖਿਲਾਫ ਲੜੇਗੀ। ਔਰ ਜੇ ਬਿਲਕੁਲ ਕਲੀਅਰ ਹੈਗੇ ਆ, ਸਤਿੰਦਰ ਜੈਨ ਜੀ ਦਾ ਹੁਣ ਉਦਾਹਰਨ ਲੈ ਲਓ, ਕੇਜਰੀਵਾਲ ਜੀ TV ਤੇ ਆ ਕੇ ਉਹਨਾਂ ਨੂੰ ਕਲੀਨ ਚਿੱਟ ਦਿੰਦੇ ਰਹੇ ਹੈਗੇ ਹੈ, ਤੇ ਅੱਜ ਸਤਿੰਦਰ ਜੈਨ ਜੀ ਦੀ ਕੀ ਪੋਜੀਸ਼ਨ ਹੈਗੀ ਹੈ? ਉਦੋਂ ਤੇ ਮਤਲਬ ਕਿ ਕੇਜਰੀਵਾਲ ਜੀ ਜੋ ਕਲੀਨ ਚਿੱਟ ਦੇ ਦੇਣ ਉਹੀ ਸੱਚ ਹੋ ਜਾਏਗਾ? ਕਿਆ ਜਿਹੜੀ ਐਡੀ ਏਜੰਸੀਆਂ ਹਿੰਦੁਸਤਾਨ 'ਚ ਬੈਠੀਆਂ ਹੋਈਆਂ ਉਹਨਾਂ ਦੀ ਇਨਕੁਆਇਰੀ ਦੀ ਕੋਈ ਇੰਪੋਰਟੈਂਸ ਨਹੀਂ ਹੈਗੀ ਜਾ ਕੇ? ਸੋ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਇੱਕ ਸੋਚ ਬਣ ਗਈ ਹੈ ਨਾ ਕਿ ਜਦੋਂ ਵੀ ਇਹਨਾਂ ਦੇ ਖਿਲਾਫ ਕੋਈ ਐਕਸ਼ਨ ਹੁੰਦਾ ਹੈ, ਇਹਨਾਂ ਦੇ ਕਿਸੇ ਮਿਨਿਸਟਰ ਦੇ ਖਿਲਾਫ ਕੋਈ ਐਕਸ਼ਨ ਹੁੰਦਾ ਹੈ ਜਾਂ ਇਹਨਾਂ ਦੇ ਕਿਸੇ ਲੀਡਰ ਦੇ ਖਿਲਾਫ ਹੁੰਦਾ ਹੈ, ਤੇ ਸਿਰਫ ਇੱਕ ਭਾਰਤੀ ਜਨਤਾ ਪਾਰਟੀ ਨੂੰ ਐਲੀਗੇਸ਼ਨ ਦੇਣ ਦੇ ਇਲਾਵਾ ਕੁਝ ਨਹੀਂ ਕਰਦੇ ਪਏਗੇ। ਇਹਨਾਂ ਨੂੰ ਹਿੰਮਤ ਰੱਖ ਕੇ ਫੇਸ ਕਰਨਾ ਚਾਹੀਦਾ ਹੈਗਾ ਗੱਲਾਂ ਨੂੰ। ਜੀ ਸੰਜੇ ਜੀ, ਤੁਹਾਡੀ ਗੱਲ ਆ ਗਈ, ਮਿਹਰਬਾਨੀ। ਜਿਨੇ ਜੀ ਇਸੇ ਮਾਮਲੇ ਤੇ ਆਪ ਵੱਲੋਂ ਇਹ ਵੀ ਕਿਹਾ ਰਿਹਾ ਹੈ ਕਿ ਜਦੋਂ ਕਾਂਗਰਸ ਦੀ ਗੱਲ ਹੁੰਦੀ ਹੈ ਤਾਂ ਕਾਂਗਰਸ ਕਾਲੇ ਚੋਗੇ ਪਾ ਕੇ ਪ੍ਰੋਟੈਸਟ ਕਰਦੀ ਹੈ, ਦੂਜਿਆਂ ਦੇ ਮੁੱਦੇ ਤੋਂ ਕਹਿੰਦੇ ਆ ਕਿ ਜਾਂਚ ਹੈ ਸਹੀ ਹੋਣੀ ਚਾਹੀਦੀ ਹੈ। ਚਲੋ ਇਹਨਾਂ ਮੰਨੇ ਤੇ ਸਹੀ ਕਿ ਅਸੀਂ ਅਗਰ ਕੋਈ ਭ੍ਰਿਸ਼ਟਾਚਾਰ ਦੇ ਖਿਲਾਫ ਅਗਰ ਕੋਈ ਗੱਲ ਹੁੰਦੀ ਹੈ ਜਾਂ ਕੋਈ ਸਾਡੀ ਪਾਰਟੀ ਦੇ ਖਿਲਾਫ ਕੋਈ ਗਲਤ ਏਜੰਡਾ ਅਪਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਫਿਰ ਸਾਡੇ ਤੇ ਵੈਲਿਡੇਟਾ ਪੋਲਿਟਿਕਸ ਕੀਤੀ ਜਾਂਦੀ ਹੈ, ਤੇ ਅਸੀਂ ਸ਼ਰੇਆਮ ਮੰਨਦੇ ਤੇ ਹੈ ਲੋਕਾਂ ਦੇ ਸਾਹਮਣੇ
ਅਸੀਂ ਦੱਸਦੇ ਤੇ ਹੈਗੇ ਕਿ ਸਾਡੇ ਤੇ ਕੁਝ ਗਲਤ ਹੋ ਰਿਹਾ ਹੈ, ਅਸੀਂ ਦੱਸਦੇ ਤੇ ਹੈਗੇ ਕਿ ਕਿਹੜੇ ਸੁਸਾਇਟੀ ਤੇ ਕਿਹੜੇ ਡਿਪਾਰਟਮੈਂਟ ਦੇ ਵਿੱਚ ਕਿਸ ਜਗ੍ਹਾ ਕਰਪਸ਼ਨ ਹੋ ਰਹੀ ਹੈ, ਅਸੀਂ ਅੱਗੇ ਤਾਂ ਲਿਆ ਰਹੇ ਹਾਂ। ਪਰ ਜਦੋਂ ਇਹ ਵਿਪਕਸ਼ 'ਚ ਸੀਗੀ, ਇਹ ਕਿੰਨੇ ਕਾਲੇ ਕੱਪੜੇ ਪਾ ਕੇ ਅੱਗੇ ਆਉਂਦੇ ਨੇ। ਅਗਰ ਇਹਨਾਂ ਨੂੰ ਵਾਕਈ ਲੱਗਦਾ ਕਿ ਹੁਣ ਇੰਨੀਆਂ ਗੱਲਾਂ ਆ ਰਹੀਆਂ, 70 ਸਾਲ 'ਚ ਕੁਝ ਹੋਇਆ ਨਹੀਂ, ਇਹ ਬਾਰ-ਬਾਰ ਇੰਨੀਆਂ ਗੱਲਾਂ ਕਰਦੇ ਨੇ, ਤੇ ਕਿਉਂ ਨਹੀਂ ਇਹਨਾਂ ਨੇ ਫਿਰ ਆਵਾਜ਼ ਚੁੱਕੀ ਆਪਣੀ ਪਿਛਲੇ 5 ਸਾਲਾਂ 'ਚ? ਕਿਉਂਕਿ 5 ਸਾਲਾਂ 'ਚ ਇਹਨਾਂ ਦੇ ਪੰਜਾਬ ਦੇ ਪ੍ਰਧਾਨ ਆਪਣੇ ਘਰੋਂ ਬਾਹਰ ਹੀ ਨਹੀਂ ਨਿਕਲੇ। ਇਹਨਾਂ ਨੇ ਕੀ ਆਵਾਜ਼ ਚੱਕਣੀ ਸੀਗੀ? ਅੱਜ ਸੱਤਾ ਦੇ ਵਿੱਚ ਆਏ ਨੇ, ਪੰਜਾਬ ਦੇ ਵਿੱਚ ਕਿਸੇ ਅਨਲੱਕੀ ਤਰੀਕੇ ਦੇ ਨਾਲ ਇਹ ਅੱਗੇ ਆ ਗਏ ਨੇ ਔਰ ਸੋਚਿਆ ਕਿ ਚਲੋ ਸਾਨੂੰ ਲੋਕਾਂ ਨੇ ਮੈਂਡੇਟ ਦਿੱਤਾ, ਇਹਨਾਂ ਦੇ ਅੱਜ ਇਲੈਕਸ਼ਨ ਕਰਾ ਲਓ, ਤੇ ਅੱਜ ਆਮ ਆਦਮੀ ਪਾਰਟੀ ਨੂੰ ਇੱਥੇ 2 ਸੀਟਾਂ ਨਾ ਮਿਲਣ। ਮੈਂ ਤਾਂ ਕਹਿੰਦੀ ਹਾਂ ਜਿਸ ਤਰੀਕੇ ਦੇ ਨਾਲ ਇਹ ਕੰਮ ਕਰਦੇ ਨੇ, ਔਰ ਚਲੋ ਐਟਲੀਸਟ ਪ੍ਰੋਟੈਸਟ ਕਰਨਾ ਕੋਈ ਮਾੜੀ ਗੱਲ ਥੋੜੀ ਹੈ, ਆਪਣੀ ਪਾਰਟੀ ਦੇ ਖਿਲਾਫ ਖੜੇ ਹੋਣਾ ਕੋਈ ਗਲਤ ਗੱਲ ਥੋੜੀ ਹੈ। ਕਿਹਦੇ ਲਈ ਕੰਮ ਕਰ ਰਹੇ ਸੀ? ਪਾਰਟੀ ਲਈ ਤਾਂ ਕੰਮ ਕਰ ਰਹੇ, ਇਹ ਵੀ ਪਾਰਟੀ ਲਈ ਕਰ ਰਹੇ ਨੇ। ਅਗਰ ਇਹਨਾਂ ਨੇ ਕਦੋਂ ਪ੍ਰੋਟੈਸਟ ਕਰਨੇ ਸ਼ੁਰੂ ਕੀਤੇ? ਜਦੋਂ ਇਲੈਕਸ਼ਨ ਤੋਂ ਪਹਿਲੇ 4 ਮਹੀਨੇ ਪਹਿਲੇ। ਇਹ ਪਿਛਲੇ 4.5 ਸਾਲ ਕਿੱਥੇ ਸੁੱਤੇ ਰਹੇ? ਜੇ ਵਾਕਈ ਨੂੰ ਲੱਗਦਾ ਸੀ ਪਾਰਟੀ 'ਚ ਕਿਸੇ 'ਚ ਗਲਤ ਹੋ ਰਿਹਾ ਐਜ਼ ਅ ਵਿਪਕਸ਼ ਹੋਣ ਦੇ ਨਾਤੇ, ਇਹ ਕਿੱਥੇ ਰਹੇ? ਔਰ ਵਿਪਕਸ਼ ਤਾਂ ਥੋੜੀ ਦੇਰ ਬਾਅਦ ਖਤਮ ਹੋ ਗਈ। ਇਹਨਾਂ ਦੇ ਆਪਣੇ ਐਮਐਲਏ ਐਗਜ਼ਿਸਟੈਂਸ ਛੱਡ ਕੇ ਚਲ ਗਏ। 18 ਤੋਂ ਬਾਅਦ ਇਹਨਾਂ ਦੇ 12 ਰਹਿ ਗਏ, 12 ਤੋਂ 11 ਰਹਿ ਗਏ। ਉਹ ਵੀ ਚੱਲੇ ਸੀਗੇ ਜੇ ਉਹਨਾਂ ਨੂੰ ਟਿਕਟਾਂ ਅਨਾਉਂਸ ਨਾ ਹੁੰਦੀਆਂ, ਫਟਾਫਟ ਉਹਨਾਂ ਦੀ ਟਿਕਟ ਅਨਾਉਂਸ ਕੀਤੀ, ਤੇ ਬਾਕੀ ਉਹ ਵੀ ਐਮਐਲਏ ਬਚਾਏ ਜਾਂਦੇ ਟਿਕਟਸ ਦੇਣ ਤੋਂ, ਇਲੈਕਸ਼ਨਸ ਤੋਂ ਪਹਿਲੇ। ਇਹ ਕਹਿੰਦੇ ਟੀਨਾ ਜੀ, ਇਹ ਕਹਿੰਦੇ ਕਿ ਸਾਨੂੰ ਆਮ ਆਦਮੀ ਪਾਰਟੀ ਨੂੰ ਆ ਦੱਸੇ ਕਿ ਕਿੰਨਾ ਪ੍ਰੋਟੈਸਟ ਕਰਦਾ ਹੈ, ਕਾਲੇ ਕੱਪੜੇ ਪਾਣੇ ਹੈ, ਜੋ ਵੀ ਹੈ, ਜਿੱਦਾਂ ਵੀ ਹੈ, ਵੀ ਨੋ ਬੈਟਰ ਕਿ ਅਸੀਂ ਕਿਸ ਤਰ੍ਹਾਂ ਕੰਮ ਕਰਨਾ। ਓਕੇ, ਥੈਂਕ ਯੂ ਵੈਰੀ ਮਚ। ਫੁੱਲਰ ਜੀ, ਜਿਸ ਮੁੱਦੇ ਤੇ ਤੁਸੀਂ ਗੱਲ ਕਰਦੇ ਹੋ ਭ੍ਰਿਸ਼ਟਾਚਾਰ ਦੀ ਜਾਂ ਕਰਪਸ਼ਨ ਦੀ, ਆਪ ਵਾਲੇ ਕਹਿੰਦੇ ਕਿ ਇਹ ਕੰਮ ਤਾਂ ਅਕਾਲੀ ਦਲ ਨੂੰ ਆਉਂਦਾ, ਉਹਨਾਂ ਨੂੰ ਪਤਾ ਕਿ ਕਿੰਨਾ ਕਮਿਸ਼ਨ ਲੈਣਾ ਹੁੰਦਾ ਹੈ, ਇਸ ਕਰਕੇ ਕਹਿੰਦੇ ਸਾਡੇ ਤੇ ਸਵਾਲ ਉੱਠਦੇ ਆ। ਨਹੀਂ, ਮੈਂ ਤੇ ਗਰੇਵਾਲ ਸਾਹਿਬ ਨੂੰ ਅੱਜ ਚੈਲੰਜ ਕਰਦਾ ਕਿ ਅਗਰ ਅਕਾਲੀ ਦਲ ਦੇ ਕਿਸੇ ਵੀ ਵਰਕਰ ਤੇ ਜਾਂ ਕਿਸੇ ਲੀਡਰ ਦੇ ਉੱਤੇ ਕਰਪਸ਼ਨ ਦੇ ਕੋਈ ਚਾਰਜ ਹੈਗੇ ਆ, ਤੁਸੀਂ ਫੜ ਕੇ ਅੰਦਰ ਕਰ ਲਓ। ਤੁਸੀਂ ਵੇਟ ਕਾਹਦੀ ਕਰਦੇ? ਤੁਸੀਂ ਐਵੇਂ ਆ ਕੇ ਗੋਲ ਗੱਪੇ ਜਿਹੇ ਬਣਾ ਦੇਣੇ ਗੱਲਾਂ ਦੇ, ਇਸ ਤਰ੍ਹਾਂ ਨਹੀਂ ਚੱਲਦਾ ਹੈਗਾ। ਅੱਜ ਤੁਹਾਡੇ ਮੰਤਰੀ ਦੇ ਸਿੱਧੇ ਐਲੀਗੇਸ਼ਨ ਲੱਗ ਰਹੇ ਨੇ, ਸਾਰੇ ਸੋਸ਼ਲ ਮੀਡੀਆ ਤੇ ਵੀਡੀਓ ਘੁੰਮ ਰਹੀ ਹੈ, ਸਾਰੇ ਸੋਸ਼ਲ ਮੀਡੀਆ ਤੇ ਆਡੀਓ ਘੁੰਮ ਰਹੀ ਹੈ। ਤੁਸੀਂ ਉਹਦੇ ਅਗੇਂਸਟ ਇਨਕੁਆਇਰੀ ਕਰਾਓ। ਕਿਉਂ ਨਹੀਂ ਕਰਾਉਂਦੇ ਹੈਗੇ? ਤੁਹਾਡੇ ਅੱਜ ਜਿਹੜਾ ਪਾਇਲ ਤੋਂ ਐਮਐਲਏ ਹੈ, ਉਹਦੇ ਖਿਲਾਫ ਐਲੀਗੇਸ਼ਨ ਲੱਗ ਰਹੇ ਨੇ, ਹਾਈ ਕੋਰਟ 'ਚ ਉਹ ਲੇਡੀ ਚਲੀ ਗਈ ਹੈ, ਉਹਦੇ ਖਿਲਾਫ ਕਿਉਂ ਨਹੀਂ ਐਕਸ਼ਨ ਲੈਂਦੇ? ਕਿਉਂ ਨਹੀਂ ਉਹਦੇ ਖਿਲਾਫ ਇਨਕੁਆਇਰੀ ਕਰਦੇ? ਤੁਸੀਂ ਕਿਉਂ ਚੁੱਪ ਹੋ? ਤੁਸੀਂ ਇਸ ਗੱਲ ਵਾਸਤੇ ਤੁਸੀਂ ਕਹਿੰਦੇ ਹੋ ਬੜੀ ਅਸੀਂ ਤੇ ਦੇਖੋ ਜੀ, ਸਾਨੂੰ ਪਤਾ ਲੱਗਿਆ ਵੀ ਸਾਡੇ ਮੰਤਰੀ ਨੇ ਗੱਲ ਹੀ ਕੀਤੀ ਹੈ ਤੇ ਅਸੀਂ ਉਹਦੇ ਖਿਲਾਫ ਐਕਸ਼ਨ ਲੈ ਲਿਆ। ਇੱਥੇ ਤੇ ਗੱਲਾਂ ਜਨਤਕ ਹੋਈਆਂ ਪਈਆਂ ਨੇ, ਅੱਜ ਸੋਸ਼ਲ ਮੀਡੀਆ ਉੱਤੇ ਘੁੰਮ ਰਹੀਆਂ ਨੇ। ਹੋਰ ਤੁਹਾਨੂੰ ਕਿੰਨੀ ਪ੍ਰੂਫ ਚਾਹੀਦੇ? ਤੁਸੀਂ ਕਰੋ ਨਾ, ਐਕਸ਼ਨ ਲਓ ਤੁਸੀਂ, ਕਿਉਂਕਿ ਦੋਗਲੀ ਰਾਜਨੀਤੀ ਹੈ ਇਹਨਾਂ ਲੋਕਾਂ ਦੀ। ਇਹ ਦੋਗਲਾ ਮਾਪਦੰਡ ਲੈ ਕੇ ਚੱਲਦੇ ਆ। ਉਹਨੇ ਜੈਨ ਨੇ ਹਿੱਸਾ ਮੰਗਿਆ ਸੀ ਚੱਡੇ ਹੋਣਾ ਤੋਂ, ਸਸੋਦੀ ਹੋਣਾ ਤੋਂ ਜਾਂ ਕੇਜਰੀਵਾਲ ਤੋਂ, ਕਿ ਤੁਸੀਂ ਉਹ ਇਕੱਲੇ ਖਾਈ ਜਾਂਦੇ ਹੋ, ਮੈਨੂੰ ਵੀ ਤਾਂ ਮੇਰਾ ਹਿੱਸਾ ਦੇ ਦਿਓ, ਮੈਂ ਵੀ ਮੰਤਰੀ ਹਾਂ। ਤੇ ਇਸੇ ਗੱਲ ਤੋਂ ਫੜ ਕੇ ਉਹਨੂੰ ਅੰਦਰ ਕਰਤਾ। ਔਰ ਉਸ ਤੋਂ ਬਾਅਦ ਭਗਵੰਤ ਮਾਨ ਮੁੱਕਰ ਗਿਆ ਕਿ ਮੇਰੇ ਕੋਲ ਤਾਂ ਕੋਈ ਪ੍ਰੂਫ ਹੀ ਹੈ ਨਹੀਂ। ਜੇ ਪ੍ਰੂਫ ਸੀ ਤਾਂ ਅਦਾਲਤ 'ਚ ਪੇਸ਼ ਕਰਦੇ। ਔਰ ਉਹਨੇ ਜਿਸ ਤਰ੍ਹਾਂ ਆ ਕੇ ਲਲਕਾਰਿਆ ਇਹਨਾਂ ਨੂੰ ਕਿ ਮੇਰੇ ਖਿਲਾਫ ਕੁਝ ਹੈਗਾ ਤੇ ਦੱਸੋ, ਤੇ ਮੁੜ ਕੇ ਉਹਨੂੰ ਮੀਟਿੰਗਾਂ 'ਚ ਬਿਠਾਉਣ ਲੱਗ ਗਏ। ਜੇ ਉਹ ਕਰਪਟ ਸੀ ਤੇ ਉਹਨੂੰ ਐਮਐਲਏਸ਼ਿਪ ਤੋਂ ਵੀ ਹਟਾਉਂਦੇ, ਉਹਨੂੰ ਪਾਰਟੀ 'ਚੋਂ ਵੀ ਕੱਢਦੇ, ਔਰ ਉਹਨੂੰ ਫਿਰ ਮੀਟਿੰਗਾਂ 'ਚ ਕਿਉਂ ਬਿਠਾਉਣਾ ਸ਼ੁਰੂ ਕਰਤਾ? ਮੀਟਿੰਗਾਂ 'ਚ ਤੁਸੀਂ ਵੈਲਕਮ ਕਰਨਾ ਸ਼ੁਰੂ ਕਰਤਾ ਉਹਨੂੰ। ਦੇਖੋ, ਇਹ ਦੋਗਲੀ ਰਾਜਨੀਤੀ ਵਾਲੇ ਲੋਕ ਨੇ, ਇਹ ਲੋਕ ਝੂਠੇ ਲੋਕ ਨੇ। ਔਰ ਇੱਕ ਜਿਹੜਾ केजरीवाल कहता कि हाँ मैं बढ़िया हूँ और मुझे बिजनेस करना आता है, तो ये बिजनेस के तौर के उत्ते राजनीति लै रहे हैं। पंजाब नूं एक वपार के तौर के उत्ते यूज कर रहे हैं। इत्थों का पैसा लुट के बाकी स्टेटां च लाया जा रहा है। वो सारा जग जाहिर है किस तरीके नाल भगवंत मान नूं भी एक पप्पट बना के हर जगह उत्ते पेश किया जा रहा है, लचकाया जा रहा है, और झूठियां राजनीति करके 10 लाख रुपया कर्जा दे के 19.5 करोड़ के इश्तिहार दे देंदे ने। ये लोग झूठ की राजनीति कर रहे हैं, करप्ट लोग ने, झूठ के उत्ते अपना ਤੁਹਾਡਾ ਵੀ ਬਣਾ ਗਿਆ ਆਪਾਂ ਜਵਾਬ ਲੈ ਲਈਏ। ਗਰੇਵਾਲ ਜੀ, ਤੁਸੀਂ ਇਹ ਕਹਿੰਦੇ ਕਿ ਆਪ ਦੂਜਿਆਂ ਦੀ ਗੱਲ ਕਰਦੇ ਆ, ਆਪ ਜਿਹੜੀ ਕਿ ਕਰਪਟ ਕਿਸਮ ਦੀ ਪ੍ਰੈਕਟਿਸ ਔਰ ਇਦਾਂ ਦੀ ਜਿਹੜੀ ਹੈਗੀ ਆ ਦਾਅਵੇਦਾਰੀ ਉਹਨਾਂ ਦੀ ਮੁਕੰਮਲ ਤੌਰ ਤੇ ਉਹ ਰੱਦ ਕਰਦੇ ਆ। ਉਹ ਕਹਿੰਦੇ ਵੀ ਆਪ ਦੇ ਉੱਤੇ ਜਦੋਂ ਦੇ ਐਲੀਗੇਸ਼ਨ ਲੱਗਦੇ ਆ ਉਹ ਦੂਜਿਆਂ ਦੀ ਗੱਲ ਕਰਦੇ ਆ। ਅਕਾਲੀ ਦਲ ਬਾਰੇ ਤੁਸੀਂ ਕਹਿੰਦੇ ਹੋ, ਕਹਿੰਦੇ ਅਕਾਲੀ ਦਲ ਬਾਰੇ ਅਸੀਂ ਤਾਂ ਜਾਂਚ ਕਰਾਉਣ ਨੂੰ ਤਿਆਰ ਹਾਂ, ਦੱਸੋ ਤਾਂ ਸਹੀ ਕਿ ਸਾਡੇ ਮੁੱਦੇ ਤੇ ਕਿਹੜੀ ਗੱਲ ਆਉਂਦੀ ਹੈ। ਸੰਜੇ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਗੱਲ ਕੀਤੀ ਹੈ ਕਿ ਜੇ ਜਾਂਚ ਦੀ ਗੱਲ ਹੈ ਤਾਂ ਕੀ ਤਕਲੀਫ ਹੈ। ਔਰ ਕਾਂਗਰਸ ਦਾ ਕਹਿਣਾ ਹੈ ਕਿ ਇਸੇ ਮੁੱਦੇ ਦੇ ਉੱਤੇ ਜੇ ਗੱਲ ਹੁੰਦੀ ਹੈ ਤਾਂ ਆਪ ਵਾਲੇ ਕਿਉਂ ਇਸ ਤਰ੍ਹਾਂ ਕਰਦੇ? ਅਸੀਂ ਕਹਿੰਦੇ ਪ੍ਰੋਟੈਸਟ ਕੀਤਾ, ਔਰ ਜੇ ਅੱਜ ਦੀ ਸਥਿਤੀ ਆ ਉਹ ਕਹਿੰਦੇ ਦੇਖੀਏ ਆਪ ਦੀ, ਤਾਂ ਇਹਨਾਂ ਦੇ 2 ਵਿਧਾਇਕ ਨਾਲ ਜਿੱਤ ਕੇ ਹੁਣ ਜਿੱਦਾਂ ਦੀ ਸਥਿਤੀ ਬਣੀ ਵੀ ਆਪ ਦੀ ਇਸ ਵੇਲੇ ਵੱਖਰੇ ਵੱਖਰੇ ਦਾਅਵੇ ਆ ਵਿਰੋਧੀ ਤਰ੍ਹਾਂ ਦੇ। ਜੀ ਸਰ ਖਿਆਲਾਂ ਦਾ ਕੀ ਹੁੰਦਾ? ਕੋਈ ਜਿੰਨੇ ਮਰਜ਼ੀ ਖਿਆਲੀ ਪੁਲਾਓ ਪਕਾਈ ਜਾਵੇ। ਪੰਜਾਬ ਦੇ ਲੋਕਾਂ ਨੇ 5 ਸਾਲ ਲਈ ਮੈਂਡੇਟ ਦਿੱਤਾ। ਤਕਲੀਫ ਤਾਂ ਇਹ ਹੈ ਕਾਂਗਰਸ ਜੰਮ ਪ੍ਰੋਟੈਸਟ ਕਰੇ ਜੀ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਤੇ ਸਾਧੂ ਸਿੰਘ ਧਰਮਸੋਤ ਹੋਰਾਂ ਤੇ ਆਸ਼ੂ ਉਹਨਾਂ ਦੀ ਸੋਚ ਤੇ ਪੈਰੇ ਦੇਣ। ਜਿਵੇਂ ਇਹਨਾਂ ਦੇ ਪ੍ਰਧਾਨ ਜੀ ਸਿੱਧੂ ਸਾਹਿਬ ਕਹਿ ਰਹੇ ਸੀ ਨਾ 3000-5000 ਕਰੋੜ ਦੇ ਮੰਤਰੀ ਤੇ ਚੰਨੀ ਸਾਹਿਬ ਦੇ ਭਤੀਜੇ ਦੇ ਘਰੋਂ ਜੋ ਮਿਲਦਾ, ਇਹ ਉਸ ਸੋਚ ਤੇ ਪਹਿਰਾ ਦੇਣ, ਪ੍ਰੋਟੈਸਟ ਕਰਨ।
ਇਹਨਾਂ ਨੂੰ ਮੁਬਾਰਕ ਰਵੇ। ਉਹ ਰਹੀ ਬੀਜੇਪੀ ਦੀ ਗੱਲ, ਮੈਂ ਇੱਕ ਗੱਲ ਕਹਿ ਰਿਹਾ ਕਿ ਜੇ ਤੁਸੀਂ ਐਡੀ ਵੱਡੀ ਪਾਰਟੀ, ਦੇਸ਼ ਦੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ, ਤੁਹਾਨੂੰ ਇੱਕ ਛੋਟੇ ਜਿਹੇ ਸਟਾਰਟਅਪ ਤੋਂ ਇੰਨਾ ਖਤਰਾ ਮਹਿਸੂਸ ਹੋਣ ਲੱਗ ਗਿਆ ਕਿ ਤੁਸੀਂ ਜਿਹੜੇ ਬੰਦੇ ਤੁਹਾਨੂੰ ਚੈਲੰਜ ਕਰ ਰਹੇ ਸੀ ਹਿਮਾਚਲ 'ਚ ਜਾ ਕੇ, ਗੁਜਰਾਤ ਜਾ ਕੇ, ਤੁਸੀਂ ਉਹਨਾਂ ਨੂੰ ਘੇਰਨਾ ਸ਼ੁਰੂ ਕਰਤਾ। ਸ਼ਾਬਾਸ਼ ਹੈ ਤੁਹਾਡੇ, ਲੋਕ ਦੇ ਦੇਸ਼ ਦੇਖਣਗੇ, ਦੇਸ਼ ਦੇ ਲੋਕ ਆਪਣੇ ਆਪ ਜਵਾਬ ਦੇਣਗੇ। ਅਕਾਲੀ ਦਲ ਦੀ ਗੱਲ ਰਹੀ ਸਭ, ਇੱਕ ਟਕਸਾਲੀ ਪਾਰਟੀ ਨੂੰ ਅੱਜ ਸੋਸ਼ਲ ਮੀਡੀਆ ਦਾ ਆਸਰਾ ਲੈਣਾ ਪੈ ਰਿਹਾ ਕਿ ਸੋਸ਼ਲ ਮੀਡੀਆ ਤੇ ਆ ਘੁੰਮ ਰਿਹਾ। ਗੱਲ ਇਹ ਹੈ ਕਿ ਕਾਡਰ ਖਤਮ ਹੋ ਗਿਆ। ਅਕਾਲੀ ਦਲ ਤੋਂ ਪਰਸਨਲ ਅਟੈਕ ਤੋਂ ਇਲਾਵਾ ਮੈਂ ਕਿਸੇ ਚੀਜ਼ ਦੀ ਕੋਈ ਉਮੀਦ ਨਹੀਂ ਰੱਖਦਾ, ਕਿਸੇ ਤਰੀਕੇ ਦੀ ਰੈਸ਼ਨਲ ਗੱਲ ਨਹੀਂ ਕਰਦਾ। ਜੇ ਇੰਨੀ ਬਹਾਦਰ ਨੇ ਤੇ ਜਦੋਂ ਬਾਦਲ ਸਾਹਿਬ ਨੂੰ ਅੱਜ ਤਾਂ ਸਵਾਲ ਇਹ ਪੁੱਛੇ ਸੀ ਸਰ ਕਿ ਪਲੀਜ਼ ਆ ਕੇ ਇਹਦੀ ਥੋੜੀ ਜਿਹੀ ਕਲੈਰੀਫਿਕੇਸ਼ਨ ਦੇ ਦਿਓ, ਤੇ ਉਦੋਂ ਚੱਕ ਕੇ ਅਫਸਰਾਂ ਨੂੰ ਫੋਨ ਕਰਕੇ ਧਮਕੀਆਂ, ਹਾਂ ਬਈ ਕਦੋਂ ਆਵਾਂ, ਕਿਸ ਤਰ੍ਹਾਂ ਆਵਾਂ, ਉਹ ਹੀ ਬੁਖਲਾਹਟ ਨਜ਼ਰ ਆ ਰਹੀ ਹੈ। ਸਿੱਧੂ ਸਾਹਿਬ, ਮੈਂ ਬਾਰ-ਬਾਰ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੂੰਗਾ ਕਿ ਮੋਸਟ ਵੈਲਕਮ, ਹਰ ਤਰ੍ਹਾਂ ਪਲੀਜ਼ ਦੇ ਦਿਓ ਆਰਾਮ ਨਾਲ, ਹਰ ਤਰ੍ਹਾਂ ਦੀ ਸਵਾਗਤ ਹੈ, ਹਰ ਤਰ੍ਹਾਂ ਦਾ ਸਵਾਗਤ ਹੈ। ਅਸੀਂ ਇਹ ਨਹੀਂ ਕਹਿੰਦੇ ਸਾਨੂੰ ਸੰਮਨ ਨਹੀਂ ਮਿਲੇ, ਫਲਾਣਾ ਨਹੀਂ ਹੋਇਆ, ਹਰ ਤਰ੍ਹਾਂ ਦੀ ਜਾਂਚ ਦਾ ਸਵਾਗਤ ਹੈ। ਅਸੀਂ ਬੈਠੇ ਐਡੇ ਵੱਡੇ ਮਾਈਕਰੋਸਕੋਪ ਦੇ ਅੰਡਰ ਦਿੱਲੀ 'ਚ, ਤੇ ਇੱਥੇ ਵੀ ਕਿ ਸਾਨੂੰ ਕਿਸੇ ਤਰੀਕੇ ਦੀ ਹਿਚਕਿਚਾਹਟ ਨਹੀਂ। ਅੱਜ ਤੱਕ ਹਿੰਦੁਸਤਾਨ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਕਿ ਇੱਕ ਮੰਤਰੀ ਤੇ ਇੱਕ ਸ਼ੰਕਾ ਗਈ ਹੋਵੇ ਤੇ ਉਸਨੂੰ ਖੁਦ ਉਸਦੀ ਆਪਣੀ ਪਾਰਟੀ ਨੇ ਸਜ਼ਾ ਦਿੱਤੀ ਹੋਵੇ, ਉਸਨੂੰ ਖੁਦ ਜੇਲ੍ਹ 'ਚ ਦਿੱਤਾ ਹੋਵੇ। ਸੋ ਇਹ ਪਹਿਲਾ ਪੱਥਰ ਵਹੀ ਮਾਰੇ ਜਿਸਨੇ ਪਾਪ ਨਾ ਕੀਆ ਹੋ। ਜਿਹੜਾ ਵਪਾਰ ਕਰਨਾ ਹੈ, ਕੌਣ ਪੰਜਾਬ ਦਾ ਸਭ ਤੋਂ ਵੱਡਾ ਵਪਾਰੀ ਬਣਿਆ 1997 ਤੋਂ ਲੈ ਕੇ ਹੁਣ ਤੱਕ, ਸਾਰਾ ਪੰਜਾਬ ਜਾਣਦਾ। ਸੋ ਅਸੀਂ ਨਾ ਤਾਂ ਵਪਾਰ ਕਰਨ ਆਏ ਆ, ਪੰਜਾਬ ਦਾ ਕੰਮ ਕਰਨ ਆਏ ਆ। ਠੀਕ ਹੈ, ਇਸ ਲੜਾਈ ਦੇ ਵਿੱਚ ਸਾਨੂੰ ਕੁਝ ਸੱਟਾਂ ਖਾਣੀਆਂ ਪੈਣਗੀਆਂ, ਅਸੀਂ ਉਹ ਸੱਟਾਂ ਖਾਣ ਲਈ ਤਿਆਰ ਹਾਂ। ਪੰਜਾਬ ਤੇ ਦੇਸ਼ ਦੀ ਲੜਾਈ ਲਈ ਜਿੱਥੇ ਵੀ ਸੈਕੂਲਰਿਜ਼ਮ ਲਈ ਖੜਨਾ ਪਏਗਾ, ਅਸੀਂ ਬੀਜੇਪੀ ਦਾ ਟੱਕਰ ਕਰਾਂਗੇ, ਕਿਉਂਕਿ ਕਾਂਗਰਸ ਉਹ ਜ਼ਿੰਮੇਵਾਰੀ ਨੂੰ ਛੱਡ ਚੁੱਕੀ ਹੈ ਤੇ ਅਕਾਲੀ ਦਲ ਹੁਣ ਉਹ ਕਹਿਣ ਦਾ ਰਾਈਟ ਵੀ ਗਵਾ ਚੁੱਕੇ ਹੈ। ਆਪਾਂ ਜਵਾਬ ਲੈਣੇ ਆ, ਬਾਕੀ ਤਰ੍ਹਾਂ ਤੋਂ ਵੀ ਆਪਾਂ ਜਵਾਬ ਲੈਣੇ ਆ। ਪਹਿਲਾਂ ਮੈਂ ਕਹਾਂ ਪੁਲਿਸ ਸਾਹਿਬ ਇਸੇ ਮੁੱਦੇ ਤੇ ਗੱਲ ਇਸ ਤਰ੍ਹਾਂ ਹੈ, ਅਕਾਲੀ ਦਲ ਨੂੰ ਨਿਸ਼ਾਨੇ ਤੇ ਲਿਆ। ਗੱਲ ਇਸ ਤਰ੍ਹਾਂ ਹੈ ਵੀ ਅਕਾਲੀ ਦਲ ਨੂੰ ਨਿਸ਼ਾਨੇ ਤੇ ਲੈਣਾ, ਕਿਉਂਕਿ ਅਕਾਲੀ ਦਲ ਇਹਨਾਂ ਦੇ ਖਿਲਾਫ ਜਿਹੜਾ ਹੈ ਸਾਰੀ ਜਿਹੜੇ ਕਰਪਸ਼ਨ ਕਰ ਰਹੇ ਨੇ ਉਹ ਕੱਢ ਕੇ ਲੈ ਕੇ ਆ ਰਿਹਾ। ਜਿਹੜਾ 500 ਕਰੋੜ ਦਾ ਇਹਨਾਂ ਨੇ ਐਕਸਾਈਜ਼ ਵਿੱਚ ਘਪਲਾ ਕੀਤਾ, ਉਹ ਅਕਾਲੀ ਦਲ ਨੇ ਕੱਢ ਕੇ ਸਾਹਮਣੇ ਲੈ ਕੇ ਆਂਦਾ, ਜਿਹਦੀ ਬਾਅਦ ਵਿੱਚ ਸੈਂਟਰ ਦੀਆਂ ਜਿਹੜੀਆਂ ਏਜੰਸੀਆਂ ਹੈਗੀਆਂ ਉਹਨਾਂ ਨੇ ਰੇਡ ਕੀਤੀ ਹੈ ਉਹਨਾਂ ਅਫਸਰਾਂ ਦੇ ਖਿਲਾਫ ਜਿਹੜੀ ਹੈ, ਔਰ ਉਹ 'ਚ ਸਸੋਦੀਆ ਸਿੱਧਾ ਜਿਹੜਾ ਤੌਰ ਦੇ ਉੱਤੇ ਔਰ ਚੱਡਾ ਰਗੜੇ ਜਾਂਦੇ ਨੇ। ਦੂਸਰੀ ਗੱਲ ਜਿਹੜੀ ਕਹਿੰਦੇ ਸਮਨ ਨਹੀਂ ਮਿਲੇ ਜਾਂ ਕੁਛ ਹੈ, ਸਮਨ ਮਿਲੇ ਤੇ ਸਾਡੇ ਪ੍ਰਧਾਨ ਨੇ ਆ ਕੇ ਉੱਥੇ ਹਾਜ਼ਰੀ ਲਾਈ, ਔਰ ਪਹਿਲਾਂ ਵੀ ਲਾਈ, ਹੁਣ ਵੀ ਲਾਈ, ਲੇਕਿਨ ਤੁਹਾਡੇ ਤੇ ਮੰਤਰੀ ਦੀ ਯਾਦਦਾਸ਼ਤ ਚਲੀ ਗਈ। ਜਿੱਦਣ ਉਹਨੂੰ ਫੜਿਆ ਉਹ ਕਹਿੰਦਾ ਮੇਰੀ ਯਾਦਦਾਸ਼ਤ ਹੀ ਚਲੀ ਗਈ ਆ। ਹੁਣ ਕਮਾਲ ਕਰਦੇ ਹੋ ਤੁਸੀਂ ਗਰੇਵਾਲ ਸਾਹਿਬ, ਤੁਹਾਡੇ ਤੇ ਮੰਤਰੀਆਂ ਦੀ ਯਾਦਦਾਸ਼ਤ ਚਲੀ ਜਾਂਦੀ ਹੈ, ਤੁਹਾਡੇ ਕਨਵੀਨਰ ਸਾਹਿਬ ਆ ਕੇ ਫਿਰ ਪਰਦੇ ਪਾਉਣ ਲੱਗ ਜਾਂਦੇ, ਹਰ ਗੱਲ ਦੇ ਉੱਤੇ ਗਰੰਟੀਆਂ ਦੇਣ ਲੱਗ ਜਾਂਦੇ ਆ। ਮੈਂ ਅੱਜ ਦੀ ਤਰੀਕ 'ਚ 40 ਕਰੋੜ ਦਾ ਗਬਨ ਕਰਨ ਵਾਲਾ ਤੁਹਾਡਾ ਇੱਕ ਬੰਦਾ ਹੋਵੇ ਜਿਹਦੇ ਘਰੇ ਰੇਡ ਹੋਈ ਹੋਵੇ, ਕੀ ਐਕਸ਼ਨ ਲਿਆ ਤੁਸੀਂ ਉਹਦੇ ਖਿਲਾਫ? ਕੀ ਉਹਦੇ ਬਾਰੇ ਤੁਸੀਂ ਕਹਿਣਾ ਚਾਹੋਗੇ? ਇੱਕ ਦੀ ਵੀਡੀਓ ਘੁੰਮ ਰਹੀ ਹੈਗੀ ਆ, ਆਡੀਓ ਘੁੰਮ ਰਹੀ ਹੈ, ਉਹ ਪੈਸਿਆਂ ਦਾ ਸੌਦਾ ਕਰਦਾ ਫਿਰਦਾ, ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਇੱਕ ਸ਼ਰੇਆਮ ਟਰੈਵਲ ਏਜੰਸੀ ਵਾਲਿਆਂ ਤੋਂ ਪੈਸੇ ਮੰਗ ਰਿਹਾ, ਫੋਨ ਦੇ ਉੱਤੇ ਆ ਗਿਆ, ਆਡੀਓ ਆ ਗਈ, ਹਾਈ ਕੋਰਟ ਮਾਮਲਾ ਪਹੁੰਚ ਗਿਆ, ਕੀ ਐਕਸ਼ਨ ਲੈ ਰਹੇ ਹੋ ਤੁਸੀਂ? ਇੱਕ ਕਰਪਟ ਪਾਰਟੀ ਜਦੋਂ ਦੂਸਰਿਆਂ ਦੇ ਉੱਤੇ ਤੁਹਮਤਾਂ ਲਾਉਣ ਦੀ ਕੋਸ਼ਿਸ਼ ਕਰਦੀ ਹੈ, ਇਹ ਕੰਮ ਤੁਸੀਂ ਕਰਦੇ ਰਹੇ ਹੋ। ਕੇਜਰੀਵਾਲ ਨੇ ਕੀਤਾ, ਮੁੜ ਕੇ ਸ਼ੀਲਾ ਦੀਕਸ਼ਿਤ ਦੇ ਵੀ ਪੈਰ ਚੱਟੇ, ਮੁੜ ਕੇ ਮਜੀਠੀਆ ਦੇ ਵੀ ਪੈਰ ਚੱਟੇ, ਤੇ ਮੁੜ ਕੇ ਉਹਨਾਂ ਨੇ ਜਾ ਕੇ ਜੇਤਲੀ ਦੇ ਵੀ ਪੈਰ ਚੱਟੇ। ਇਸ ਕਰਕੇ ਤੁਸੀਂ ਰਹਿਣ ਦਿਓ, ਝੂਠ ਬੋਲਣ ਵਾਲੀ ਪਾਰਟੀ ਦੁਬਾਰਾ ਮਾਫੀਆਂ ਮੰਗਦੀ ਹੈ ਤੇ ਮਾਫੀਆਂ ਮੰਗ ਕੇ ਤੁਸੀਂ ਫਿਰ ਛੁਟਕਾਰਾ ਕਰਾਉਂਦੇ ਹੋ ਆਪਣਾ। ਆਪਾਂ ਜਵਾਬ ਲੈ ਲਈਏ ਗਰੇਵਾਲ ਸਾਹਿਬ। ਜੀ ਸਿੱਧੂ ਸਾਹਿਬ, ਦੇਖੋ ਹੁਣ ਮੈਨੂੰ ਟੋਨ ਐਂਡ ਟੈਨਰ ਤੋਂ ਹੀ ਪਤਾ ਲੱਗ ਰਿਹਾ ਕਿ ਪਰਸਨਲ ਅਟੈਕ ਤਾਂ ਕਰ ਰਹੀ ਹੈ। ਹਲੇ ਵੀ ਸੋਸ਼ਲ ਮੀਡੀਆ ਵਾਲੀਆਂ ਗੱਲਾਂ, 40 ਕਰੋੜ ਸੋਸ਼ਲ ਮੀਡੀਆ ਵਾਲੀਆਂ ਗੱਲਾਂ ਬੋਲੀ ਜਾਣੀਆਂ ਨੇ। ਸੋਸ਼ਲ ਮੀਡੀਆ ਸੀਬੀਆਈ ਰੇਡ ਕਰਕੇ ਗਈ ਹੈ, ਇਸੇ ਕਰਕੇ ਗਈ ਹੈ। ਸੋਸ਼ਲ ਮੀਡੀਆ ਦੀ ਗੱਲ ਨਹੀਂ ਹੈਗੀ, ਉਹ ਸ਼ਰੇਆਮ ਹੈ, ਓਪਨ ਹੈ। ਗਰੇਵਾਲ ਸਾਹਿਬ ਸ਼ਾਇਦ ਅੱਖਾਂ, ਕੰਨ, ਮੂੰਹ ਤੁਹਾਡਾ ਬੰਦ ਹੈ, ਹੁਣ ਤੁਹਾਨੂੰ ਸਰੀਰ ਨਜ਼ਰ ਨਹੀਂ ਆਉਂਦੀ, ਕਿਉਂਕਿ ਕੇਜਰੀਵਾਲ ਨੇ ਬੰਦ ਕੀਤਾ ਹੋਇਆ ਸਾਰਾ ਕੁਝ, ਇਸ ਕਰਕੇ ਨਜ਼ਰ ਨਹੀਂ ਆ ਰਿਹਾ। ਸੋਸ਼ਲ ਮੀਡੀਆ ਨਹੀਂ, ਇਹ ਓਪਨ ਹੈ, ਸੱਚ ਹੈ, ਸੱਚਾਈ ਹੈ ਸਾਹਮਣੇ ਜਿਹੜੀ ਆ ਰਹੀ ਹੈ। ਬੋਲੇ ਹੁਣ ਮੈਂ ਬੋਲਣਾ 2 ਮਿੰਟ ਬੋਲਣਾ। ਦੇਖੋ ਮੈਂ ਬੋਲਣਾ ਹੁਣ 2 ਮਿੰਟ ਬੋਲਣਾ। ਥੈਂਕ ਯੂ। ਹੁਣ ਦੇਖੋ ਜੀ, ਗੱਲ ਇਹ ਹੈ ਕਿ ਖਬਰਾਂ ਜਿੱਥੋਂ ਵੀ ਸੱਚ ਹੈ, ਜੇ ਆਪਾਂ ਜ਼ੋਰ ਨਾਲ ਝੂਠ ਬੋਲਾਂਗੇ ਉਹ ਸੱਚ ਨਹੀਂ ਬਣ ਜਾਂਦਾ। ਅਸੀਂ ਓਪਨ, ਇਹ ਆਦਤ ਜਿਹੜਾ ਆਮ ਆਦਮੀ ਪਾਰਟੀ ਦੀ ਹੈ, ਜ਼ੋਰ ਨਾਲ ਝੂਠ ਬੋਲਣ ਦੀ। ਸ਼ੀਲਾ ਦੀਕਸ਼ਿਤ ਕਰਪਟ, ਸੋਨੀਆ ਗਾਂਧੀ ਕਰਪਟ, ਬਾਦਲ ਕਰਪਟ, ਕਾਂਗਰਸ ਕਰਪਟ, ਤੇ ਮੁੜ ਕੇ ਮਾਫੀਆ ਮੰਗ ਲਓ। ਮੈਨੂੰ ਪਤਾ ਬੀਜੇਪੀ ਨਾਲ ਜਾਣਾ, ਮੁੜ ਕੇ ਮਾਫੀਆ ਮੰਗ ਲਓ। ਨਿਕਰਾਲਾ ਮੈਂ ਦੱਸਣਾ, ਮੁੜ ਕੇ ਮਾਫੀਆ ਮੰਗ ਲਓ। ਤਾਂ ਸੁਣ ਲਓ, ਉਹ ਗੱਲ ਤਾਂ ਸੁਣ ਲਓ। ਉਹਦੇ ਕੇਜਰੀਵਾਲ ਦੀ ਪੈਂਟ ਲਵਾ ਲਿਓ, ਥੱਲੇ ਨਿੱਕਰ ਹੀ ਨਿਕਲਣੀ ਆ ਉਹਦੇ ਵੀ। ਮੇਰਾ ਕੇਜਰੀਵਾਲ ਦੀ ਪੈਂਟ ਲਵਾ ਲਿਓ, ਨਿੱਕਰ ਹੀ ਨਿਕਲਣੀ ਉੱਥੇ ਵੀ। ਆਪਾਂ ਜਵਾਬ ਲੈ ਲਈਏ।
ਆਪਾਂ ਜਵਾਬ ਲੈ ਉੱਥੇ ਵੀ ਖਾਕੀ ਨਿੱਕਰ ਨਿਕਲਣੀ ਹੈ। ਪੁਲਿਸ ਦਾ ਸੰਜਮ ਚ ਰਹਿ ਕੇ ਆਪਾਂ ਗੱਲ ਕਰੀਏ। ਨਹੀਂ ਉਹ ਕਹਿ ਰਹੇ ਨਿੱਕਰਾਂ ਵਾਲਿਆਂ ਨਾਲ ਜੇ ਨਿੱਕਰ ਉਹਦੇ ਵੀ ਨਿੱਕਰ ਨਿਕਲਣੀ ਹੈ, ਸਸੋਦੀਆ ਦੇ ਵੀ ਨਿੱਕਰ ਨਿਕਲਣੀ ਹੈ, ਚੱਡੇ ਦੇ ਵੀ ਨਿੱਕਰ ਨਿਕਲਣੀ ਹੈ, ਖਾਕੀ ਪਾਈ ਹੈ ਸਾਰਿਆਂ ਨੇ। ਪੁਲਿਸ ਦਾ ਜਵਾਬ ਲੈ ਲਈ, ਜਵਾਬ ਲੈ ਲਈ। ਸਿੱਧੂ ਸਾਹਿਬ ਇੱਕ ਤਾਂ ਨਾ ਇਹ ਫੈਸਲਾ ਕਰ ਲੈਣ ਕਿ ਅਸੀਂ ਬੀਜੇਪੀ ਵਾਲਾ ਇਹ ਤਾਂ ਗੱਲ ਇਹ ਹੈ ਗਰੇਵਾਲ ਸਾਹਿਬ, ਤੁਸੀਂ ਖਾਕੀ ਨਿੱਕਰ ਦੀ ਗੱਲ ਕੀਤੀ ਹੈ, ਕੇਜਰੀਵਾਲ ਸਾਹਿਬ ਦੀ ਪੈਂਟ ਲਵਾਇਓ, ਦੇਖਿਓ ਖਾਕੀ ਨਿੱਕਰ ਪਈ ਕਿ ਨਹੀਂ ਪਈ ਥੱਲੇ। ਸਿੱਧੂ ਸਾਹਿਬ ਮੈਂ ਬੇਨਤੀ ਕਰੂੰਗਾ, ਮੈਨੂੰ 2 ਮਿੰਟ ਗੱਲ ਪੂਰੀ ਕਰ ਲੈਣ ਦਿਓ। ਭੁੱਲਰ ਸਾਹਿਬ ਭਾਵੁਕ ਹੋ ਜਾਂਦੇ ਆ। ਨਹੀਂ ਭਾਵੁਕ ਨਹੀਂ, ਤੁਹਾਡੇ ਝੂਠ ਤੇ ਬੋਲਦੇ ਆ, ਤੁਹਾਡੇ ਝੂਠ ਤੇ ਬੋਲਦੇ ਆ। ਜਿਹੜੀ ਨਿੱਕਰਾਂ ਵਾਲੀ ਗੱਲ ਕੀਤੀ ਹੈ ਕੇਜਰੀਵਾਲ, ਸਸੋਦੀਆ, ਚੱਡੇ ਦੀ, ਔਰ ਆਪਣੀ ਵੀ ਲਾ ਕੇ ਵੇਖ ਲਿਓ, ਖਾਕੀ ਨਿੱਕਰ ਨਿਕਲਣੀ ਹੈ। ਲੋ ਭੁੱਲਰ ਸਾਹਿਬ ਕਿ ਜਿਹੜੇ ਮੈਂ ਜਵਾਬ ਇਹ ਦੇਣਾ ਚਾਹੂੰਗਾ ਕਿ ਜਦੋਂ ਹੋਰ ਕੁਝ ਨਹੀਂ ਹੁੰਦਾ ਉਦੋਂ ਵਿਅਕਤੀਗਤ ਗੱਲਾਂ ਹੁੰਦੀਆਂ ਨੇ, ਕਿਸੇ ਦੀ ਪੈਂਟ ਉਤਾਰ ਲਓ, ਕਿਸੇ ਦਾ ਕੁਝ ਤੁਸੀਂ ਕਿਹਾ ਤੇ ਤੁਹਾਨੂੰ ਜਵਾਬ ਦਿੱਤਾ, ਜਿਹੋ ਜਿਹਾ ਸਵਾਲ ਕਰੋਗੇ ਉਹਦਾ ਜਵਾਬ ਮਿਲੂਗਾ। ਵਿਅਕਤੀਗਤ ਕੀ ਹੈ, ਤੁਸੀਂ ਜਿਹੜਾ ਸਵਾਲ ਕਰੋਗੇ ਉਹਦਾ ਜਵਾਬ ਮਿਲੂਗਾ, ਜਿਹੜੇ ਝੂਠੇ ਐਲੀਗੇਸ਼ਨ ਲਾਓਗੇ ਉਹਦਾ ਜਵਾਬ ਮਿਲੂਗਾ। ਕਿਉਂ ਤਕਲੀਫ ਹੁੰਦੀ ਹੈ, ਜੋ ਸੱਚਾਈ ਬੋਲੀ ਤਕਲੀਫ ਹੁੰਦੀ ਹੈ, ਸੁਣਦਾ ਵਾਦਾ ਨਹੀਂ ਹੈ। ਤੁਸੀਂ ਨਿੱਕਰਾਂ ਦੀ ਗੱਲ ਕਰੋਗੇ ਤਾਂ ਮੈਂ ਦੇਖਿਆ ਕੇਜਰੀਵਾਲ ਦੀ ਲਵਾ ਕੇ ਦੇਖੋ, ਖਾਕੀਓ ਨਿਕਲਣੀ ਉੱਥੋਂ ਵੀ। ਸੰਘ ਦਾ ਹੀ ਤੁਸੀਂ ਬੀਜੇਪੀ ਦੀ ਬੀ ਟੀਮ ਹੋ, ਸੰਘ ਦਾ ਹੀ ਪਾਰਟ ਹੋ, ਉੱਥੋਂ ਹੀ ਆਏ ਹੋ। ਇਹਦਾ ਜਵਾਬ ਨਹੀਂ ਆਏਗਾ। ਗਰੇਵਾਲ ਸਾਹਿਬ ਨੂੰ ਬੋਲਣ ਦਾ ਮੌਕਾ। ਗਰੇਵਾਲ ਜੀ ਪਲੀਜ਼ ਤੁਸੀਂ ਬੋਲੋ। ਪੁਲਿਸ ਸਾਹਿਬ ਬਾਅਦ ਪੁਲਿਸ ਸਾਹਿਬ ਆਪਾਂ ਤੁਹਾਡੇ ਤੇ ਜਵਾਬ ਲੈਣਾ। ਗਰੇਵਾਲ ਜੀ ਨਹੀਂ ਦੇਖੋ ਇਹਨਾਂ ਦੀ ਜਿਹੜੀ ਭਾਸ਼ਾ ਹੈ ਉਹ ਇਹਨਾਂ ਦੀ ਫਰਸਟ੍ਰੇਸ਼ਨ ਦੱਸ ਦਿੰਦੀ ਹੈ। ਤੁਸੀਂ ਗੱਲ ਕੀਤੀ ਹੈ ਗਰੇਵਾਲ ਸਾਹਿਬ, ਭਾਸ਼ਾ ਤੁਹਾਡੀ ਖਰਾਬ ਹੈ। ਤੁਸੀਂ ਬੋਲੋ ਤੇ ਇਹਨਾਂ ਨੇ ਹਰ ਤੁਸੀਂ ਬੋਲੋ ਰਾਮਲੀਲਾ ਤੇ ਦੂਜਾ ਬੋਲੇ ਰਾਸਲੀਲਾ ਹੈ। ਤੁਸੀਂ ਬੋਲੋ ਰਾਮਲੀਲਾ, ਦੂਜਾ ਬੋਲਦੇ ਰਾਸਲੀਲਾ। ਤੁਸੀਂ ਨਿੱਕਰਾਂ ਦੀ ਗੱਲ ਕਰੋ ਤੇ ਰਾਮਲੀਲਾ ਹੈ, ਤੇ ਅਸੀਂ ਗੱਲ ਕਰ ਰਹੀ ਹੈ ਰਾਸਲੀਲਾ ਹੋ ਗਈ। ਹਰ ਗੱਲ ਤੇ ਭਾਸ਼ਾ ਨਾ ਵਧਾਓ, ਕੋਈ ਨਹੀਂ, ਸ਼ਾਂਤ ਰਹੋ, ਕੋਈ ਗੱਲ ਨਹੀਂ। ਤੁਸੀਂ ਆਪਣੇ ਲਫ਼ਜ਼ ਵਾਪਸ ਲੈ ਲਓ। ਫਿਰ ਗੱਲ ਸਿਰਫ ਇੰਨੀ ਕਹਿਣਾ ਕਿ ਪੰਜਾਬ ਦੇ ਲੋਕ ਜਿਹੜੇ ਆ ਨਾ, ਦੇਸ਼ ਦੇ ਲੋਕ ਬਹੁਤ ਸਿਆਣੇ ਆ। ਉਹ ਦੇਖ ਚੁੱਕੇ ਆ ਕਿ ਕਿਹਨਾਂ ਦੇ ਬਿਜ਼ਨਸ ਐਮਪਾਇਰ ਬਣੇ ਨੇ, ਕਿਹਨਾਂ ਦਾ ਕੀ ਕੁਝ ਹੋਇਆ। ਉਹ ਦੇਖ ਚੁੱਕੇ ਆ ਕਿਹਨਾਂ ਨੇ ਐਡੇ ਮੰਤਰੀ 5-5 ਕਰੋੜ ਦੇ ਬਣਾਏ। ਉਹ ਦੇਖ ਚੁੱਕੇ ਆ ਕਿ ਕਿਹਨਾਂ ਕੋਲ ਕਿੰਨੀ ਸੰਪत्ति ਕਿੰਨੇ ਗੁਣਾ ਵੱਧ ਚੁੱਕੀ ਹੈ, ਤੇ ਉਹਦਾ ਨਤੀਜਾ ਹੋਇਆ ਜਿਹੜਾ ਰਿਜ਼ਲਟ ਆਇਆ। ਸਿੱਧੂ ਸਾਹਿਬ ਮੈਂ ਜਿਹੜਾ ਸਵਾਲ ਕੀਤਾ ਉਹਦਾ ਜਵਾਬ ਲੈ ਲਓ। ਜਵਾਬ ਦੀ ਗੱਲ ਨਹੀਂ, ਜਿਹੜੇ 3-4 ਤੁਹਾਡੇ ਮੰਤਰੀਆਂ ਦੇ ਖਿਲਾਫ, ਐਮਐਲਏ ਦੇ ਖਿਲਾਫ ਅੱਜ ਸੋਸ਼ਲ ਮੀਡੀਆ ਹਾਈ ਕੋਰਟ ਤੱਕ ਗੱਲਾਂ ਪਹੁੰਚੀਆਂ ਨੇ, ਉਹਦੇ ਖਿਲਾਫ ਕੀ ਤੁਸੀਂ ਫੈਸਲਾ ਕਰ ਰਹੇ ਹੋ, ਕੀ ਐਕਸ਼ਨ ਲੈ ਰਹੇ ਹੋ, ਉਹਦਾ ਜਵਾਬ ਦਿਓ। ਆਪਾਂ ਗੱਲ ਦਾ ਜਵਾਬ ਲੈ ਲਈ। ਐਵੇਂ ਇਧਰ ਹਵਾ ਚ ਡਾਂਗਾ ਮਾਰੀਓ ਜੀ। ਆ ਲਓ ਇੱਕ ਗੱਲ ਪਤਾ ਕੀ ਹੈ, ਜਦੋਂ ਹੋਰ ਕੁਝ ਦਾ ਜਵਾਬ ਦੇਣ ਨਹੀਂ ਦੇਣਾ, ਰੌਲਾ ਪਾ ਲੈਣਾ ਥੋੜੀ ਦੇਰ ਮਗਰੋਂ। ਤੁਸੀਂ ਜਿਹੜਾ ਸਵਾਲ ਪੁੱਛਿਆ ਜਵਾਬ ਦਿਓ ਉਹਦਾ। ਆਪਾਂ ਜਵਾਬ ਲੈ ਲਈਏ ਫਿਰ ਮਾਨਾ ਤੁਹਾਡੇ ਵੱਲ। ਨਹੀਂ ਬੋਲਣ ਜੀ ਗਰੇਵਾਲ ਜੀ ਆਪਣੀ ਗੱਲ ਮੁਕੰਮਲ ਕਰ ਲਓ। ਆਪਾਂ ਬਾਕੀ ਮਹਿਮਾਨ ਵੀ ਇੰਤਜ਼ਾਰ ਕਰ ਰਹੇ। ਸਿੱਧੂ ਸਾਹਿਬ ਓਪਨ ਚੈਲੰਜ ਕਰਦੇ ਆ, ਜੇ ਸਾਡੇ ਖਿਲਾਫ ਤੁਸੀਂ ਕੁਝ ਵੀ ਲੱਭ ਸਕਦੇ ਹੋ, ਸਾਰੀਆਂ ਏਜੰਸੀਆਂ ਨੂੰ ਸਵਾਗਤ ਹੈ। ਪਹਿਲੀ ਗੱਲ। ਦੂਜੀ ਗੱਲ, ਪੰਜਾਬ ਵਿੱਚ ਜ਼ੀਰੋ ਟੋਲਰੈਂਸ ਟੂ ਕਰਪਸ਼ਨ ਹੈ। ਪੰਜਾਬ ਵਿੱਚ ਇੱਕ ਨਵਾਂ ਸਿਸਟਮ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਪੁਰਾਣਾ ਤਾਣਾ ਬਾਣਾ ਉਹਨੂੰ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ, ਤੇ ਜਿਹੜੇ ਵਿਅਕਤੀਗਤ ਜਿਹੜੇ ਟਿੱਪਣੀਆਂ ਹੋ ਰਹੀਆਂ ਨੇ ਉਤੋਂ ਬੜਾ ਕਲੀਅਰ ਹੈ ਕਿ ਅਸੀਂ ਕਿਤੇ ਤਾਂ ਸਹੀ ਚੁੰਡੀ ਵੱਢ ਰਹੇ ਹਾਂ ਜਿਨ੍ਹਾਂ ਨੂੰ ਇੰਨੀ ਪ੍ਰੋਬਲਮ ਹੋ ਰਹੀ ਹੈ। ਅਸੀਂ ਕਿਸੇ ਤਰ੍ਹਾਂ ਦੀ ਵੀ ਜਾਂਚ ਦਾ ਸਵਾਗਤ ਕਰਦੇ ਹਾਂ, ਪਰ ਅਸੀਂ ਇਹ ਵੀ ਕਹਿੰਦੇ ਹਾਂ ਕਿ ਜਿੱਥੇ ਕੋਈ ਚੀਜ਼ ਹੋਈ ਨਹੀਂ, ਤੁਸੀਂ ਉੱਥੇ ਕਿਵੇਂ ਇਲਜ਼ਾਮ ਲਾ ਸਕਦੇ ਹੋ। ਇੱਥੇ ਇਹਨਾਂ ਦੀ ਕ੍ਰੀਏਟੀਵਿਟੀ ਪਤਾ ਲੱਗਦੀ ਹੈ, ਤੇ ਜਿਹੜੀ ਕ੍ਰੀਏਟੀਵਿਟੀ ਹੈ ਨਾ, ਕਦੇ ਪ੍ਰੋਸੀਜਰ ਗਲਤ ਕੀਤਾ, ਕਦੇ ਕੁਝ ਗਲਤ ਕੀਤਾ, ਕੁਝ ਤਾਂ ਸਹੀ ਹੋਊਗਾ। ਦਿੱਲੀ ਦੇ ਲੋਕਾਂ ਨੇ ਤੀਜੀ ਵਾਰੀ ਸਰਕਾਰ ਚੁਣ ਲਈ, ਕੁਝ ਤਾਂ ਹੋਊਗਾ ਨਾ। ਜੀ ਗਰੇਵਾਲ ਜੀ ਹੋ ਕੇ ਚੀਜ਼ਾਂ ਲੱਭ ਰਹੇ, ਮੋਸਟ ਵੈਲਕਮ ਜਿੰਨੀਆਂ ਮਰਜ਼ੀ ਆ ਗਿਆ। ਕਪੂਰ ਸਾਹਿਬ ਤੁਹਾਡੇ ਤੋਂ ਮੈਂ ਸਵਾਲ ਲੈਣਾ। ਟੀਨਾ ਜੀ ਆਪਣਾ ਸਵਾਲ ਜਿਹੜਾ ਜਵਾਬ ਦੇਣਾ ਚਾਹੁੰਦੇ ਆ ਜੀ। ਮੇਰਾ ਇੱਕ ਕੁਐਸਚਨ ਹੈ ਗਰੇਵਾਲ ਸਾਹਿਬ ਨੂੰ। ਮੈਂ ਇੱਕ ਗੱਲ ਇਹਨਾਂ ਨੂੰ ਦੱਸਣਾ ਚਾਹਾਂਗੀ, ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਇੱਕ ਜ਼ੀਰੋ ਟੋਲਰੈਂਸ ਜਿਹਨੂੰ ਕਹਿੰਦੇ ਆ, ਜ਼ੀਰੋ ਟੋਲਰੈਂਸ ਕਰਪਸ਼ਨ ਜਿਹੜੀ ਇਹ ਹੈਗੀ ਹੈ, ਇਹ ਪਾਰਟੀ ਆਪਣੇ ਆਪ ਨੂੰ ਲੇਬਲ ਦਿੰਦੀ ਹੈ ਪੂਰੇ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਵੀ। ਜਿਸ ਤਰੀਕੇ ਨਾਲ ਵਿਜੇਂਦਰ ਸਿੰਗਲਾ ਜੀ ਦੇ ਨਾਲ ਇਹਨਾਂ ਨੇ ਕੀਤਾ, ਨਾ ਹੀ ਉਹ ਆਡੀਓ ਜਿਹੜੀ ਹੈ ਜਨਤਕ ਕੀਤੀ, ਲੋਕਾਂ ਨੂੰ ਦੱਸਿਆ, ਆਪਸ ਦੇ ਵਿੱਚ ਰੱਖਿਆ, ਕਿਸੇ ਨੂੰ ਕੁਝ ਨਹੀਂ ਪਤਾ। ਹੁਣ ਇੱਕ ਗੁਰਹਰਸਹਾਏ ਦੇ ਐਮਐਲਏ ਔਰ ਉਹਨਾਂ ਦੀ ਓਐਸਡੀ ਦੀ ਇੱਕ ਆਡੀਓ ਵਾਇਰਲ ਹੋ ਰਹੀ ਹੈ। ਇਟਸ ਨਾਟ ਅਬਾਊਟ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਮੀਡੀਆ ਦੇ ਵਿੱਚ ਜਾ ਕੇ ਅਨਨੈਸੈਸਰੀ ਇਸ਼ੂ ਕ੍ਰੀਏਟ ਹੋ ਰਹੇ ਨੇ। ਇਹ ਅੱਜ ਕਈ ਸਾਰੇ ਐਸੀ ਓਪੋਜੀਸ਼ਨ ਪਾਰਟੀਆਂ ਨੇ ਜਿਨ੍ਹਾਂ ਨੇ ਕਾਨਫਰੰਸ ਕਰਕੇ ਉਹ ਆਡੀਓ ਨੂੰ ਜਨਤਕ ਕੀਤਾ, ਲੋਕਾਂ ਤੱਕ ਪਹੁੰਚਾਇਆ। ਮੈਂ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ, ਅੱਜ ਇੱਕ ਹੋਰ ਮੰਤਰੀ ਤੁਹਾਡੇ ਬਿਲਕੁਲ ਰਡਾਰ ਤੇ ਨੇ, ਜਿਹੜੇ ਕਿ ਪਹੁੰਚ ਚੁੱਕੇ ਨੇ, ਔਰ ਰੇਟ ਆਫ ਕਰਪਸ਼ਨ, ਦਿਸ ਇਜ਼ ਵਨ ਆਫ ਦਾ ਪਾਰਟੀ ਜਿਹਦੀ ਰੇਟ ਆਫ ਕਰਪਸ਼ਨ ਇੰਨੀ ਫਾਸਟ ਹੈ, ਡੇ ਬਾਏ ਡੇ ਵੱਧਦੀ ਜਾ ਰਹੀ ਹੈ। ਡੇ ਬਾਏ ਡੇ ਐਮਐਲਏ ਮਿਨਿਸਟਰ ਫਸਦੇ ਹੀ ਜਾ ਰਹੇ ਨੇ। ਸਾਡੀ ਦੀ ਚਲੋ 70 ਸਾਲ ਦੀ ਪਾਰਟੀ ਹੈ, ਗਲਤੀਆਂ ਜੇ ਕਿਸੇ ਕੋਲ ਹੁੰਦੀਆਂ ਉਹਨਾਂ ਤੇ ਚੈਕਿੰਗ ਹੋਣੀ ਚਾਹੀਦੀ ਹੈ, ਬਰਖਾਸਤ ਵੀ ਹੋਣੇ ਚਾਹੀਦੇ ਨੇ,
ਪਰ ਇੰਨੀ ਰੇਟ ਆਫ ਕਰਪਸ਼ਨ ਜਿਹੜੀ ਹੈ ਕਿਸੇ ਪਾਰਟੀ ਨੇ ਇਹਨਾਂ ਰਿਕਾਰਡ ਨਹੀਂ ਤੋੜਿਆ ਜਿੰਨੀ ਜੀ, ਆਮ ਕਿਰਨ ਜੀ, ਆਦਮੀ ਆਪਾਂ ਜਵਾਬ ਲੈ ਪਾਰਟੀ ਨੇ ਲਈਏ। ਤੋੜਿਆ। ਇਹਨਾਂ ਦਾ ਕੁਐਸਚਨ ਹੈ ਕਿ ਉਹਨਾਂ ਤੇ ਐਕਸ਼ਨ ਹੋਏਗਾ ਗਰੇਵਾਲ ਸਾਹਿਬ ਜਾਂ ਨਹੀਂ ਹੋਏਗਾ, ਇਹਦੇ ਆਪਾਂ- ਬਾਰੇ ਦੱਸ ਦਿਓ। ਅੱਜ ਤੇ ਜੀ, ਜਨ ਜੀ, ਤੱਕ ਨਹੀਂ। ਹੋਗੀ ਤੁਹਾਡੀ ਆਡੀਓ, ਤੁਹਾਡੇ ਗਰੇਵਾਲ ਮੰਤਰੀ ਜੀ। ਸਾਹਿਬ ਦੀ ਜਿਹੜੇ ਗੁਰਹਰ ਸਹਾਇ ਤੋਂ ਨੇ। ਜੀ ਜੀ ਗਰੇਵਾਲ ਸਾਹਿਬ, ਪੰਜਾਬ ਦੇ ਵਿੱਚ ਕੋਈ ਵੀ ਜੇ ਗਲਤ ਕੰਮ ਕਰੂਗਾ, ਭਾਵੇਂ ਉਹ ਆਮ ਆਦਮੀ ਪਾਰਟੀ ਦਾ ਹੋਵੇ, ਕਿਸੇ ਪਾਰਟੀ ਦਾ ਹੋਵੇ, ਜਿਵੇਂ ਕਿ ਅਸੀਂ ਪਹਿਲਾਂ ਐਗਜ਼ਾਮਪਲ ਸੈੱਟ ਕੀਤਾ ਹੈ, ਜਿਹਦੇ ਖਿਲਾਫ ਵੀ ਕੋਈ ਵੀ ਸਬੂਤ ਆਏਗਾ ਐਕਸ਼ਨ ਹੋਏਗਾ। ਇਸ ਗੱਲ 'ਚ ਬੇਫਿਕਰ ਹੋ ਜਾਓ। ਤੇ ਕਾਂਗਰਸ 125-30 ਸਾਲ ਪੁਰਾਣੀ ਪਾਰਟੀ ਹੈ। ਹਾਂ, ਸਮਾਂ ਬਹੁਤ ਹੋ ਗਿਆ ਪਾਰਟੀ ਨੂੰ, ਤਾਂ ਇੱਕ ਤਰ੍ਹਾਂ ਦਾ ਇਹਨਾਂ ਦੀ ਰਾਜਨੀਤੀ ਕਰਨ ਦਾ ਤਰੀਕਾ ਸੀ। 25 ਇਹਨਾਂ ਨੂੰ ਲੱਗਦਾ ਸੀ ਸਾਡਾ ਰਾਈਟ ਪਾਰਟੀ ਹੈ। ਸੀ। 125 ਮੈਡਮ 125 ਮੈਡਮ ਐਨੀ ਬਸੰਤ ਨੇ ਬਣਾਈ ਸੀ 1989। ਸੌਰੀ, ਮੈਨੂੰ 25 ਸੁਣਿਆ 125 ਪਲੱਸ ਜੀ 125 ਸਾਲ ਜੀ ਪਲੱਸ, ਉਦੋਂ ਵੀ ਪਲੱਸ ਜਦੋਂ ਗਾਂਧੀ ਇਸ ਨੇ ਟੇਕ ਓਵਰ ਕੀਤਾ। ਸੋ ਮੇਰਾ ਕਹਿਣ ਦਾ ਭਾਵ ਸਿਰਫ ਇੰਨਾ ਹੈ ਕਿ ਇੱਕ ਤਰ੍ਹਾਂ ਦੀ ਰਾਜਨੀਤੀ ਕੀਤੀ ਜਾ ਰਹੀ ਸੀ, ਉਸ ਤਰ੍ਹਾਂ ਦੀ ਰਾਜਨੀਤੀ 'ਚ ਬਦਲਾਅ ਆਇਆ। ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਹੈ ਕਿ ਚਾਹੇ ਕੋਈ ਵੀ ਗਲਤ ਕਰੇ, ਕਿਸੇ ਵੀ ਰੂਲਿੰਗ ਡਿਸਪੈਂਸੇਸ਼ਨ ਦਾ ਹੋਵੇ, ਉਹਦੇ ਖਿਲਾਫ ਐਕਸ਼ਨ ਹੋਊਗਾ, ਭਾਵੇਂ ਉਹ ਸਾਡਾ ਹੋਵੇ, ਭਾਵੇਂ ਉਹ ਪਰਾਇਆ ਹੋਵੇ। ਅਸੀਂ ਬਖਸ਼ਾਂਗੇ ਕਿਸੇ ਨੂੰ, ਇਹ ਆਸ਼ਵਾਸਨ ਅਸੀਂ ਦਿੰਦੇ ਹਾਂ। ਮੈਂ ਤਾਂ ਇੱਕ ਗੱਲ ਕਹਿਣਾ ਹੈ, ਮੈਂ ਫੇਰ ਸਿੱਧੂ ਸਾਹਿਬ ਹਰ ਸੈਗਮੈਂਟ 'ਚ ਮੈਂ ਇੱਕੋ ਗੱਲ ਕਹਿ ਰਿਹਾ ਕਿ ਹਰ ਤਰੀਕੇ ਨਾਲ ਹਰ ਤਰੀਕੇ ਦੀ ਜਾਂਚ ਦਾ ਸਵਾਗਤ ਹੈ। ਤੁਸੀਂ ਕ੍ਰੀਏਟਿਵ ਹੋ ਕੇ ਲੱਭੋ ਚੀਜ਼ਾਂ, ਤਾਂ ਕਿ ਹੌਲੀ ਹੌਲੀ ਐਕਸਪੋਜ਼ ਹੋਵੋਗੇ। ਤੁਸੀਂ ਸੋਸ਼ਲ ਮੀਡੀਆ ਤੇ ਘੁੰਮਦੀਆਂ ਚੀਜ਼ਾਂ ਲਿਆਓ, ਤੁਸੀਂ ਪਰਸਨਲ ਹਮਲੇ ਕਰੋ। ਤੁਸੀਂ ਜਿੰਨਾ ਇਹ ਕਰੋਗੇ, ਸਾਡੀ ਡਿਟਰਮੀਨੇਸ਼ਨ ਓਨੀ ਵਧੂਗੀ। ਸਰ, ਗਿਰਤੇ ਆ ਸ਼ਹਿਸਵਾਰੀ, ਜੇ ਗਿਰੇ ਆ ਤਾਂ ਸਿੱਖਾਂਗੇ ਵੀ, ਪੱਟ ਵੀ ਉਦੋਂ ਹੀ ਖਾਵਾਂਗੇ ਜੇ ਲੜਾਈ ਲੜਾਂਗੇ। ਜੇ ਲੜਾਂਗੇ ਨੇ ਤਾਂ ਸੱਟਾਂ ਕਿੱਥੋਂ ਵੱਜਣਗੀਆਂ? ਅਸੀਂ ਤਿਆਰ ਹਾਂ ਸਰ, ਅਸੀਂ ਤਿਆਰ। ਜੀ ਜੀ ਤੁਹਾਡੀ ਗੱਲ ਆ ਗਈ। ਕਪੂਰ ਸਾਹਿਬ, ਤੁਸੀਂ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਹੋ ਇਸ ਮੁੱਦੇ ਤੇ। ਦੇਖੋ, ਕਿਉਂਕਿ ਮਾਮਲਾ ਸਿੱਧੇ ਤੌਰ ਤੇ ਜਦੋਂ ਆਪਾਂ ਦਿੱਲੀ ਦੀ ਜਾ ਕੇ ਗੱਲ ਕਰਦੇ ਹਾਂ, ਉਪ ਰਾਜਪਾਲ ਤੇ ਕੇਜਰੀਵਾਲ ਭਾਜਪਾ ਨਾਲ ਜਾ ਕੇ ਕੜੀ ਜੁੜਦੀ ਹੈ। ਔਰ ਬਾਰ-ਬਾਰ ਇਹ ਗੱਲ ਆਪ ਵੱਲੋਂ ਕਹੀ ਜਾ ਰਹੀ ਹੈ, ਕਿਉਂਕਿ ਉਹ ਕਹਿੰਦੇ ਅਸੀਂ ਗੁਜਰਾਤ ਜਾ ਰਹੇ ਹਾਂ, ਹਿਮਾਚਲ ਜਾ ਰਹੇ ਹਾਂ, ਦੇਸ਼ ਦੇ ਦੂਜੇ ਸੂਬਿਆਂ 'ਚ ਆਪ ਜਿਹੜੀ ਹੈਗੀ ਪੈਰ ਪਸਾਰ ਰਹੀ ਹੈ। ਇਸ ਵਜ੍ਹਾ ਕਰਕੇ ਹੀ ਜਿਹੜੀ ਹੈ ਭਾਜਪਾ ਵੱਲੋਂ ਇਦਾਂ ਦੀਆਂ ਕਾਰਵਾਈਆਂ ਕਰਵਾਈਆਂ ਜਾ ਰਹੀਆਂ ਆਪ ਦੇ ਉੱਪਰ। ਦੇਖੋ, ਸਮੱਸਿਆ ਸੰਧੂ ਸਾਹਿਬ ਇਹ ਹੈਗੀ ਹੈ ਕਿ ਜਦੋਂ ਆਮ ਆਦਮੀ ਪਾਰਟੀ ਬਣੀ ਸੀ ਨਾ, ਇਹ ਦੋ ਮੁੱਦਿਆਂ ਤੇ ਪਾਰਟੀ ਕ੍ਰੀਏਟ ਹੋਈ ਸੀ। ਸਭ ਤੋਂ ਪਹਿਲਾ ਮੁੱਦਾ ਇਹਨਾਂ ਦਾ ਹੈਗਾ ਸੀ ਕਿ ਆਪਾਂ ਦੇਸ਼ ਦੇ ਵਿੱਚ ਕਰਪਸ਼ਨ ਬਹੁਤ ਜ਼ਿਆਦਾ ਹੈਗੀ ਹੈ, ਉਹਦੇ ਲਈ ਲੋਕਪਾਲ ਲੈ ਕੇ ਆਉਂਦੇ ਆ। ਅੱਜ ਜਦੋਂ ਕਰਪਸ਼ਨ ਦੇ ਮੁੱਦੇ ਤੇ ਖੁਦ ਐਕਸਪੋਜ਼ ਹੁੰਦੇ ਪਏ ਆ ਨਾ, ਇਹਨਾਂ ਨੂੰ ਬੜੀ ਤਕਲੀਫ ਹੋ ਰਹੀ ਹੈ, ਕਿਉਂਕਿ ਅੱਜ ਤੱਕ ਦੀ ਇਹਨਾਂ ਦੀ ਰਾਜਨੀਤੀ ਦਾ ਆਧਾਰ ਹੀ ਇਹੋ ਰਿਹਾ ਹੋਇਆ ਹੈ ਕਿ ਦੂਜੀ ਪਾਰਟੀਆਂ ਬੜੀਆਂ ਕਰਪਟ ਹੈਗੀਆਂ ਵੇ ਔਰ ਆਪਾਂ ਇੱਕ ਕਲੀਨ ਪਾਰਟੀ ਹੈਗੀਆਂ, ਇਸ ਕਾਰਨ ਸਾਨੂੰ ਸਪੋਰਟ ਕੀਤਾ ਜਾਵੇ ਲੋਕਾਂ ਦੁਆਰਾ। ਪਰ ਅੱਜ ਕਰਪਸ਼ਨ ਦੇ ਮੁੱਦੇ ਤੇ ਹਰ ਜਗ੍ਹਾ ਤੇ ਘਿਰੇ ਹੋਏ ਹੈ। ਅੱਜ ਤੱਕ ਇਹ ਲੋਕਪਾਲ ਜਿਹਦੇ ਕਾਰਨ ਇਹ ਪਾਰਟੀ ਬਣੀ ਸੀ, ਅੱਜ ਤੱਕ ਇਹ ਨਾ ਦਿੱਲੀ ਦੇ ਵਿੱਚ ਨਾ ਹੀ ਪੰਜਾਬ ਦੇ ਵਿੱਚ ਲੋਕਪਾਲ ਨੂੰ ਨਿਯੁਕਤ ਕਰ ਪਾਏ। ਦੂਸਰੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਮੈਂ ਕਿ ਜ਼ੀਰੋ ਟੋਲਰੈਂਸ ਦੀ ਗੱਲ ਕਰਦੇ ਪਏ ਹੈਗੀ ਹੈ, ਜਿਹੜੀਆਂ ਇਹਨਾਂ ਨੂੰ ਪੁੱਛਿਆ ਜਾਵੇ ਗਰੇਵਾਲ ਸਾਹਿਬ ਨੂੰ, 3 ਲੱਖ ਤੋਂ ਵੱਧ ਕੰਪਲੇਂਟ ਆ ਚੁੱਕੀਆਂ ਮੈਂ ਤੁਹਾਡੀ ਕਰਪਸ਼ਨ ਦੇ ਮੁੱਦੇ ਤੇ ਪੰਜਾਬ ਦੇ ਉੱਤੇ। ਭਗਵੰਤ ਮਾਨ ਜੀ ਚੀਫ ਮਿਨਿਸਟਰ ਇਹ ਕਹਿੰਦੇ ਆ ਕਿ ਪੰਜਾਬ ਨੂੰ ਆਪਾਂ ਕਰਪਸ਼ਨ ਮੁਕਤ ਕਰ ਦਿੱਤਾ ਹੈਗਾ ਵੈ। ਜਿਹੜੀ ਉਹ 3 ਲੱਖ ਤੋਂ ਵੱਧ ਕੰਪਲੇਂਟ ਹੈ, ਉਹਦਾ ਅੱਜ ਦੀ ਡੇਟ 'ਚ ਸਟੇਟਸ ਕੀ ਹੈ? ਤੁਸੀਂ ਕਿੰਨੇ ਬੰਦਿਆਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਗਈ ਹੈ ਕਿ ਜਾਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੀ 3 ਲੱਖ 3.5 ਲੱਖ ਕੰਪਲੇਂਟ ਆਈ ਹੋਈ ਹੈ ਉਹ ਸਾਰੀਆਂ ਝੂਠੀਆਂ ਕੰਪਲੇਂਟਾਂ ਆ ਗਈਆਂ? ਇਹ ਕੁਝ ਵੈਰੀਫਿਕੇਸ਼ਨ ਤੇ ਦੇਣ ਲੋਕਾਂ ਨੂੰ। ਇੱਕ ਕਰਪਸ਼ਨ ਹੈਲਪਲਾਈਨ ਨੰਬਰ ਇਸ਼ੂ ਕਰਨ ਨਾਲ ਇਹ ਕਿਆ ਕਲੇਮ ਕਰਨਾ ਚਾਹੁੰਦੇ ਕਿ ਸਾਰੇ ਪੰਜਾਬ 'ਚ ਇਹਨਾਂ ਨੇ ਕਰਪਸ਼ਨ ਨੂੰ ਖਤਮ ਕਰ ਦਿੱਤਾ? ਅੱਜ ਤੱਕ ਇਹਨਾਂ ਨੇ ਸਟੇਟਸ ਨਹੀਂ ਦੱਸਿਆ ਕਿ ਜਿਹੜੀ 3.5 ਲੱਖ ਕੰਪਲੇਂਟ ਪਈ ਹੋਈ ਹੈ ਉਹਦਾ ਸਟੇਟਸ ਕੀ ਆ ਗਿਆ, ਉਹਨਾਂ 'ਚੋਂ ਕਿੰਨੀਆਂ ਕੰਪਲੇਂਟਾਂ ਨਿਪਟਾਈਆਂ ਗਈਆਂ, ਕਿਹੜੇ ਅਫਸਰਾਂ ਦੇ ਖਿਲਾਫ, ਕਿਹੜੇ ਲੀਡਰਾਂ ਦੇ ਖਿਲਾਫ ਐਕਸ਼ਨ ਲਿੱਤਾ ਗਿਆ, ਔਰ ਕਿੰਨੀਆਂ ਕੰਪਲੇਂਟਾਂ ਅੱਜ ਦੀ ਡੇਟ ਪੰਜਾਬ 'ਚ ਪੈਂਡਿੰਗ ਹੈਗੀਆਂ। ਆਪਾਂ ਜਵਾਬ ਲੈਣੇ ਆ ਕਪੂਰ ਜੀ। ਪਰ ਗਰੇਵਾਲ ਜੀ ਫਿਰ ਇਸ ਮੁੱਦੇ ਤੇ ਸਵਾਲ ਕਰਨਗੇ। ਉਹ ਕਹਿ ਰਹੇ ਕਿ ਭਾਜਪਾ ਘਬਰਾਈ ਹੋਈ ਹੈ ਜਦੋਂ ਆਮ ਆਦਮੀ ਪੈਰ ਪਸਾਰ ਰਹੀ ਹੈ। ਕੋਈ ਲੱਗਦਾ ਇੰਦਾਂ ਦੀ ਗੱਲ ਘਬਰਾ ਕੇ ਭਾਜਪਾ ਇਦਾਂ ਦੀਆਂ ਕਾਰਵਾਈਆਂ ਕਰ ਰਹੀ ਹੈ? ਦੇਖੋ, ਐਸਾ ਹੈਗਾ ਵੈ ਹਿਮਾਚਲ ਦੇ ਵਿੱਚ ਔਰ ਗੁਜਰਾਤ ਦੇ ਇਲੈਕਸ਼ਨ ਆਉਣ ਵਾਲੇ ਹੈ। ਬੜੀ ਜਲਦੀ ਇਲੈਕਸ਼ਨ ਹੈਗੇ ਨਵੰਬਰ ਦਸੰਬਰ ਤੋਂ, ਉੱਥੇ ਇਹਨਾਂ ਨੂੰ ਪਤਾ ਲੱਗ ਜਾਏਗਾ ਕਿ ਆਮ ਆਦਮੀ ਪਾਰਟੀ ਕਿੱਥੇ ਖੜੀ ਹੈ। ਇੱਥੋਂ ਜ਼ਿਆਦਾ ਮੈਂ ਇਸ ਸਮੇਂ ਕੁਝ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਇੱਕ ਨੌਰਮਲ ਪਾਰਟੀ ਬਣ ਗਈ ਹੈ ਕਿ ਜਦੋਂ ਕੋਈ ਪਾਰਟੀ ਤੇ ਆਮ ਆਦਮੀ ਪਾਰਟੀ ਤੇ ਕਰਪਸ਼ਨ ਦਾ ਜਾਂ ਕੋਈ ਐਲੀਗੇਸ਼ਨ ਲੱਗਦਾ ਹੈ, ਉਹਨਾਂ ਨੂੰ ਲੱਗਦਾ ਕਿ ਬੀਜੇਪੀ ਘਬਰਾ ਗਈ ਹੈ। ਅਰੇ ਭਾਈ, ਤੁਹਾਡੇ ਤੇ ਕੋਈ ਐਲੀਗੇਸ਼ਨ ਲੱਗੇ ਹੈ, ਕੰਪਲੇਂਟਾਂ ਆਈਆਂ, ਤੁਸੀਂ ਉਹਨੂੰ ਫੇਸ ਕਰੋ। ਉਹਨੂੰ ਇਲੈਕਸ਼ਨ ਨਾਲ ਕਿਉਂ ਜੋੜਦੇ ਹੋ? ਏਜੰਸੀਆਂ ਦਾ ਕੰਮ ਆਪਾਂ ਕਰਦੀਆਂ ਪਈਆਂ ਹੈ। ਇਲੈਕਸ਼ਨ ਦੀ ਗੱਲ ਤੁਹਾਡਾ ਇਲੈਕਸ਼ਨ 'ਚ ਨਿਪਟਾਂਗੇ ਆਪਾਂ। ਜੀ ਗਰੇਵਾਲ ਜੀ, ਇਸ ਮੁੱਦੇ ਤੇ ਉਹ ਕਹਿੰਦੇ ਕਿਉਂ ਇਸ ਮਾਮਲੇ ਨੂੰ ਜਿਹੜਾ ਇਲੈਕਸ਼ਨ ਨਾਲ ਜੁੜਿਆ ਜਾ ਰਿਹਾ? ਇਲੈਕਸ਼ਨ ਆਏਗੀ ਕਹਿੰਦੇ ਦੇਖ ਲਾਂਗੇ ਉਦੋਂ ਵੀ ਆਪ ਨੂੰ।
ਪਰ ਮੈਂ ਉਹੀ ਤਾਂ ਕਹਿ ਰਿਹਾ ਕਿ ਕੋਈ ਤਾਂ ਕਾਰਨ ਹੋਊਗਾ ਕਿ ਬਿਲਕਿਸ ਬਾਨੋ ਦੇ ਜਿਹੜੇ ਬਲਾਤਕਾਰੀ ਸੀ ਉਹਨਾਂ ਨੂੰ ਫਟਾਫਟ ਇਲੈਕਸ਼ਨ ਤੋਂ ਪਹਿਲਾਂ ਛੱਡ ਦਿੱਤਾ ਗਿਆ, ਕਾਤਲਾਂ ਨੂੰ ਤੇ ਬਲਾਤਕਾਰੀਆਂ ਨੂੰ ਛੱਡ ਦਿੱਤਾ ਗਿਆ। ਇਹਦਾ ਮਤਲਬ ਕਿ ਧਰਮ ਦੇ ਵਿੱਚ ਵਾਪਸ ਆੜ ਲਈ ਜਾ ਰਹੀ ਹੈ, ਕੋਈ ਤਾਂ ਘਬਰਾਹਟ ਹੋਊਗੀ। ਰਹੀ ਜਿਹੜੀ ਗੱਲ ਇਹਨਾਂ ਨੇ ਕੰਪਲੇਂਟਸ ਦੀ ਕਹੀ ਹੈ, ਸਰ ਰਿਕਾਰਡ ਇਨਵੈਸਟੀਗੇਸ਼ਨਸ ਹੋ ਰਹੀਆਂ ਨੇ ਪੰਜਾਬ 'ਚ, ਰਿਕਾਰਡ ਨੰਬਰ ਆਫ ਅਫੀਸ਼ੀਅਲ ਸਸਪੈਂਡ ਹੋਏ ਆ, ਫੜੇ ਗਏ ਆ। ਡੇਟਾ ਮੈਂ ਸਾਰਾ ਤੁਹਾਨੂੰ ਰਿਲੀਜ਼ ਕਰ ਦੂੰਗਾ ਕਪੂਰ ਸਾਹਿਬ। ਜਿਹੜੀ 3 ਲੱਖ ਕੰਪਲੇਂਟ ਆਈ ਹੈ, ਸਾਰੇ ਜਾਣੂ ਹੁੰਦੇ ਆ ਕਿ ਮੈਜੋਰਿਟੀ ਕੰਪਲੇਂਟਸ ਆਰ ਫ੍ਰਿਵਲਸ, ਬਟ ਇੱਕ ਕੰਪਲੇਂਟ ਤੇ ਇਨਕੁਆਇਰੀ ਕੀਤੀ ਗਈ ਹੈ। ਜਿੱਥੇ ਵੀ ਪਾਇਆ ਗਿਆ ਕਿ ਕਿਸੇ ਨੇ ਵੀ ਕਿਸ ਤਰੀਕੇ ਦੀ ਵੀ ਗਲਤੀ ਕੀਤੀ ਸੀਗੀ ਜੀ, ਜਿੱਥੇ ਵੀ ਕੋਈ ਗਲਤੀ ਕੀਤੀ ਸੀ ਉਹਨਾਂ ਤੇ ਐਕਸ਼ਨ ਵੀ ਲਿਆ ਗਿਆ। ਤੇ ਮੈਂ ਥੋੜਾ ਜਿਹਾ ਸਾਰਿਆਂ ਨੂੰ ਜਾਣੂ ਕਰਾ ਦਾਂ ਕਿ ਪੰਜਾਬ ਦੇ ਵਿੱਚ ਰਿਕਾਰਡ ਨੰਬਰ ਆਫ ਅਫੀਸ਼ੀਅਲਸ, ਚਾਹੇ ਉਹ ਸਿਵਲ ਸਪਲਾਈ ਹੋਣ ਚਾਹੇ ਹੋਣ, ਉਹ ਸਸਪੈਂਡ ਹੋ ਕੇ ਚਾਰਜ ਸ਼ੀਟ ਹੋਏ ਨੇ ਤੇ ਇਹ ਸਿਲਸਿਲਾ ਜਾਰੀ ਰਹੇਗਾ, ਭਾਵੇਂ ਸਾਡਾ ਭਾਵੇਂ ਪਰਾਇਆ। ਪਰ ਅਸੀਂ ਜਿਵੇਂ ਬੀਜੇਪੀ ਹੁਣ ਗੁਜਰਾਤ 'ਚ ਧਰਮ ਦੀ ਰਾਜਨੀਤੀ ਦੇ ਡਰ ਕੇ ਦੁਬਾਰਾ ਪਹੁੰਚ ਗਈ ਹੈ, ਅਸੀਂ ਉਸ ਤੋਂ ਘਬਰਾਉਣ ਵਾਲੀ ਲੜਾਈ ਚੱਲਦੀ ਰਹੇਗੀ। ਧੰਨਵਾਦ ਕਪੂਰ ਜੀ। 2 ਲਾਈਨਾਂ ਦਾ ਕਮੈਂਟ ਕਿਉਂਕਿ ਸਮਾਂ ਨਹੀਂ ਹੈ, ਆਪਾਂ ਇਸ ਮੁੱਦੇ ਤੇ ਜਵਾਬ ਚਾਹਾਂਗੇ। ਬਾਕੀ ਮੈਂ ਸਿਰਫ ਇੱਕੋ ਹੀ ਗੱਲ ਇਹਨਾਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਰੋਜ਼ ਇਹਨਾਂ ਦੀ ਅਖਬਾਰਾਂ ਚੱਡੀਆਂ ਵੱਡੀਆਂ ਐਡ ਦੀਆਂ ਇਹ ਕਰ ਦਿੱਤਾ ਹੈਗਾ। ਮੈਂ ਇਹਨਾਂ ਨੂੰ ਕਹਿਣਾ ਕਿ ਐਡੀ ਵੱਡਾ ਕਰਪਸ਼ਨ ਹੈਲਪਲਾਈਨ ਨੰਬਰ ਚਾਲੂ ਕੀਤਾ ਹੈ, ਇਹ ਅਖਬਾਰ 'ਚ ਐਡ ਦੇ ਕੇ ਡਾਟਾ ਦੱਸਣ ਕਿ ਕਿੰਨੀਆਂ ਕੰਪਲੇਂਟਾਂ ਦੇ ਖਿਲਾਫ ਇਹਨਾਂ ਨੇ ਐਕਸ਼ਨ ਲਿੱਤਾ ਔਰ ਕਿੰਨੀ ਕੰਪਲੇਂਟਾਂ ਸਹੀ ਪਾਈਆਂ ਗਈਆਂ ਔਰ ਕਿੰਨੀਆਂ ਕੰਪਲੇਂਟਾਂ ਅੱਜ ਦੀ ਡੇਟ 'ਤੇ ਪੈਂਡਿੰਗ ਹੈ। ਅੱਜ 6 ਮਹੀਨੇ ਹੋ ਗਏ ਆ ਕਰਪਸ਼ਨ ਹੈਲਪਲਾਈਨ ਨੰਬਰ ਇਸ਼ੂ ਕੀਤੇ ਹੋਏ, ਅੱਜ ਤੱਕ ਤੇ ਪਬਲਿਕ ਕੋਲ ਕੋਈ ਡਾਟਾ ਨਹੀਂ ਹੈਗਾ। ਜੀ ਕਪੂਰ ਜੀ, ਤੁਹਾਡੀ ਗੱਲ ਆ ਗਈ, ਆਪਾਂ ਜਵਾਬ ਲੈ ਲਈਏ। ਫਿਰ ਬਹਿਸ ਜਿਹੜੀ ਕਿ ਆਪਾਂ ਸਮਾਪਤੀ ਵੱਲ ਵੱਧ ਰਹੇ ਹਾਂ ਬਗੈਰ ਜਵਾਬ ਦਿੱਤੇ ਹੀ। ਗਰੇਵਾਲ ਜੀ, ਇਸ ਮੁੱਦੇ ਤੇ 2 ਲਾਈਨਾਂ ਦਾ ਕਮੈਂਟ ਕਿਉਂਕਿ ਕਪੂਰ ਸਾਹਿਬ ਬਾਰ-ਬਾਰ ਇਹ ਕਹਿ ਰਿਹਾ। ਦੇਖੋ ਕਪੂਰ ਸਾਹਿਬ ਤੁਹਾਡੇ ਵੱਲ ਵੀ ਆਣਾ ਚਾਹੀਦਾ, ਮੈਂ ਬਹੁਤ ਜਲਦੀ ਡਾਟਾ ਜਨਤਕ ਕਰ ਦਾਂਗੇ। ਇਹ ਪੰਜਾਬ ਦੇ ਲੋਕ ਮਹਿਸੂਸ ਕਰ ਰਹੇ ਆ ਕਿ ਜਿਹੜੀ ਇਹ ਕਰਪਸ਼ਨ ਹੈਲਪਲਾਈਨ ਹੈ ਉਹਦੇ ਨਾਲ ਉਹਨਾਂ ਨੂੰ ਕਿੰਨੀ ਸਪੋਰਟ ਹੋਈ ਹੈ, ਜਨਤਾ ਨੂੰ ਪਤਾ। ਸਰ ਜਨਤਕ ਵੀ ਕਰ ਦਾਂਗੇ, ਮਿਹਰਬਾਨੀ। ਪੁੱਲਰ ਸਾਹਿਬ, ਸੰਖੇਪ ਵਿੱਚ ਕਮੈਂਟ ਜਿਹੜਾ ਹੈਗਾ, ਸਮਾਂ ਇਜਾਜ਼ਤ ਨਹੀਂ ਦੇ ਰਿਹਾ ਪਰ ਜ਼ਰੂਰ ਤੁਸੀਂ ਦਿਓ। ਦੇਖੋ ਗੱਲ ਇਸ ਤਰ੍ਹਾਂ ਹੈਗੀ ਹੈ ਸਿੱਧੂ ਸਾਹਿਬ ਕਿ ਜਿਹੜੀ ਵੀ ਜਦੋਂ ਇਹਨਾਂ ਦੇ ਪੁਆਇੰਟ ਆਊਟ ਕੀਤਾ ਜਾਂਦਾ, ਇਹਨਾਂ ਦੇ ਕਿਸੇ ਮੰਤਰੀ, ਇਹਨਾਂ ਦੇ ਕਿਸੇ MLA ਜਾਂ ਇਹਨਾਂ ਦੇ ਕਿਸੇ ਵਰਕਰ, ਚਾਹੇ ਉਹ 9 ਕਰੋੜ ਦੀ ਹੈਰੋਇਨ ਦੇ ਸਮਗਲਿੰਗ ਦਾ ਕੇਸ ਹੋਵੇ ਉੱਤੇ, ਤੇ ਇੱਕ ਤੇ ਚੁੱਪੀ ਛਾ ਜਾਂਦੀ ਹੈ। ਦੂਸਰੀ ਗੱਲ ਇਹ ਹੈ ਕਿ ਇਹ ਪਰਸਨਲ ਕਹਿਣ ਲੱਗ ਜਾਂਦੇ, ਸਾਡੇ ਪਰਸਨਲ ਅਟੈਕ ਕੀਤਾ ਜਾ ਰਿਹਾ, ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਜਦੋਂ ਤੁਸੀਂ ਆਪਰੇਸ਼ਨ ਦੇ ਵਿੱਚ ਸੀਗੇ, ਜਦੋਂ ਤੁਸੀਂ ਲੋਕਾਂ ਦੇ ਉੱਤੇ ਐਲੀਗੇਸ਼ਨ ਲਾਉਂਦੇ ਸੀਗੇ, ਚਾਹੇ ਉਹ ਕਰਪਸ਼ਨ ਦੇ ਨੇ ਚਾਹੇ ਡਰੱਗ ਦੇ ਨੇ, ਤੇ ਉਦੋਂ ਉਹ ਪਰਸਨਲ ਨਹੀਂ ਸੀਗਾ। ਤੁਸੀਂ ਉਦੋਂ ਫਿਰ ਮਾਫੀਆ ਮੰਗ ਕੇ ਛੁੱਟਦੇ ਸੀਗੇ। ਇਸ ਕਰਕੇ ਇਹ ਪਰਸਨਲ ਲੈਣ ਦੀ ਬਜਾਏ ਤੁਸੀਂ ਜਿਹੜੀ ਆਪਰੇਸ਼ਨ ਉਹਨਾਂ ਦੇ ਸਵਾਲ ਕਰਨੇ ਆ, ਉਹਨਾਂ ਦੇ ਜਵਾਬ ਤੁਹਾਨੂੰ ਦੇਣੇ ਪੈਣੇ ਆ। ਥੈਂਕ ਯੂ ਟੀਨਾ ਜੀ, ਤੁਸੀਂ ਵੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਹੋ, ਸਮਾਂ ਨਹੀਂ ਹੈ। 2 ਲਾਈਨਾਂ ਦਾ ਕਮੈਂਟ ਤੁਸੀਂ ਵੀ ਇਸ ਮੁੱਦੇ ਤੇ, ਜਦੋਂ ਆਪ ਵਾਲੇ ਕਹਿ ਰਹੇ ਕਿ ਜ਼ੀਰੋ ਟੋਲਰੈਂਸ, ਤਾਂ ਫਿਰ ਕਿਉਂ ਵਿਰੋਧੀ ਤਰ੍ਹਾਂ ਸ਼ੱਕ ਦੀ ਸੂਈ ਘਮਾਉਂਦੀਆਂ? ਸੰਖੇਪ 'ਚ ਮੈਂ ਤਾਂ ਸਿਰਫ ਇਹੀ ਗੱਲ ਕਹਿਣਾ ਚਾਹਾਂਗੀ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਮੈਂਡੇਟ ਦਿੱਤਾ। ਵੈਂਡੇਟਾ ਪੋਲਿਟਿਕਸ ਦੇ ਬਜਾਏ ਜਾਂ ਫਿਰ ਲੋਕਾਂ ਤੇ ਐਵੇਂ ਤੰਜ ਕੱਸਣ ਦੀ ਬਜਾਏ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਮੁੱਦਿਆਂ ਤੇ ਕੰਮ ਕੀਤਾ ਜਾਏ। ਔਰ ਪਾਰਟੀ ਨੇ, ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇਸ ਲਈ ਨਹੀਂ ਅੱਗੇ ਲਿਆਂਦਾ ਕਿ ਤੁਸੀਂ ਹਰ ਮਹੀਨੇ ਜਾਂ ਹਰ ਹਫ਼ਤੇ ਆਪਣੇ MLA ਕਰਪਸ਼ਨ ਦੇ ਵਿੱਚ ਪਾ ਕੇ ਔਰ ਕਦੀ ਉਹਨਾਂ ਦੀ ਵੌਇਸ ਰਿਕਾਰਡਿੰਗ ਸਾਹਮਣੇ ਲਿਆਓ ਤੇ ਐਟ ਦੀ ਐਂਡ ਕਹਿ ਦਿਓ ਕਿ ਹਾਂਜੀ ਅਸੀਂ ਉਹਨਾਂ ਨੂੰ ਬਰਖਾਸਤ ਕਰ ਦਿਆਂਗੇ, ਅਸੀਂ ਇਹ ਕਰ ਦਿਆਂਗੇ, ਅਸੀਂ ਉਹਨਾਂ ਨੂੰ ਨਹੀਂ ਰੱਖਾਂਗੇ, ਅਸੀਂ ਨਵੇਂ ਬੰਦੇ ਲਾਵਾਂਗੇ, ਜਾਂ ਅਸੀਂ ਪ੍ਰਸ਼ਾਸਨ ਦੇ ਵਿੱਚੋਂ ਅਸੀਂ ਲੋਕਾਂ ਨੂੰ ਖਤਮ ਕਰੀ ਜਾਵਾਂਗੇ। ਇਹਨਾਂ ਤੋਂ ਬਿਨਾਂ ਕੰਮ ਨਹੀਂ ਹੋਣਾ। ਤੁਹਾਨੂੰ ਲੋਕਾਂ ਨੇ ਜਿਹਦੇ ਕਰਕੇ ਮੈਂਡੇਟ ਕਰਕੇ ਅੱਗੇ ਪਹੁੰਚਾਇਆ, ਮੁੱਦੇ ਤੇ ਕੰਮ ਕੀਤਾ ਜਾਏ। ਥੈਂਕ ਯੂ ਵੈਰੀ ਮਚ। ਗਰੇਵਾਲ ਜੀ, ਲਾਸਟ ਕਮੈਂਟ ਤੁਹਾਡਾ ਅੱਜ ਦੀ ਬਹਿਸ ਸਮੇਟਣ ਤੋਂ ਪਹਿਲਾਂ। ਲਾਸਟ ਕਮੈਂਟ ਇਹ ਹੈ ਕਿ ਤਿੰਨਾਂ ਦੇ ਗੱਲਾਂ ਬਾਤਾਂ ਤੋਂ ਇੱਕ ਗੱਲ ਤਾਂ ਪਤਾ ਲੱਗ ਗਈ, ਮੈਮ ਨੇ ਵੀ ਸਹੀ ਕਿਹਾ ਕਿ ਅਸੀਂ ਵਾਰ ਰਹੇ ਹਾਂ, ਅਸੀਂ ਗਲਤ ਪ੍ਰੈਕਟਿਸਿਸ ਉਭਾਰ ਰਹੇ ਹਾਂ, ਤੇ ਜੇ ਅਸੀਂ ਉਭਾਰ ਰਹੇ ਅਸੀਂ ਕੁਝ ਤਾਂ ਸਹੀ ਕਰ ਰਹੇ ਹੋਵਾਂਗੇ। ਪੰਜਾਬ ਦੇ ਲੋਕਾਂ ਨੂੰ ਵਾਅਦਾ ਹੈ, ਭਾਵੇਂ ਕੋਈ ਹੋਵੇ ਐਕਸਪੋਜ਼ ਕਰਨੋਂ ਉਹਨੂੰ ਨਹੀਂ ਹਟਾਂਗੇ, ਤੇ ਜਿਹੜਾ ਕੋਈ ਪੰਜਾਬ ਨਾਲ ਧੋ ਕਮਾਊਗਾ ਉਹਨੂੰ ਸਜ਼ਾ ਮਿਲੂਗੀ। ਐਗਜ਼ਾਮਪਲ ਸੈੱਟ ਕੀਤਾ ਤੇ ਅੱਗੇ ਵੀ ਕਰਾਂਗੇ। ਉਹ ਇਹ ਕਹਿੰਦੇ ਜੇ ਆਪਦੇ ਵਿੱਚੋਂ ਹੋਣਗੇ ਤਾਂ ਵੀ ਆਪਣੇ ਫੜਦੇ ਰਹਿ। ਬਿਲਕੁਲ, ਸਭ ਤੋਂ ਪਹਿਲਾਂ ਆ ਲਓ ਮੈਮ, ਉਹੀ ਤਾਂ ਗੱਲ ਹੈ, ਪਹਿਲਾਂ ਆਪਣਿਆਂ ਨੂੰ ਫੜੋ ਤਾਂ ਹੀ ਬਗਾਨੇ ਨੂੰ ਕਹਾਂਗੇ। ਜੇ ਸਾਡੇ ਚੋਂ ਕੋਈ ਹਿੰਮਤ ਕਰੂਗਾ ਮੈਮ, ਇਹੀ ਤਾਂ ਹਿੰਮਤ ਚਾਹੀਦੀ ਹੈ ਇਹਦੇ ਲਈ। ਬੀਬਾ ਜੀ, ਇਹੀ ਤਾਂ ਹਿੰਮਤ ਚਾਹੀਦੀ ਹੈ। 3-4 ਘੁੰਮ ਰਹੇ ਟੀਵੀ ਉੱਤੇ ਇਹਨਾਂ ਦਾ ਕਰ ਲਓ ਨਾ ਫਿਰ ਐਕਸ਼ਨ। ਆਪਣੇ ਬੰਦੇ ਕਰਪਸ਼ਨ ਤੋਂ ਟਾਈ ਜਾਓਗੇ ਤੇ ਪੰਜਾਬ ਦੇ ਮੁੱਦੇ ਕਦੋਂ ਅੱਗੇ ਆਉਣਗੇ? ਆਪਣੀ ਤਾਂ ਹਿੰਮਤ ਚਾਹੀਦੀ ਹੈ ਜੀ। ਬਹੁਤ ਧੰਨਵਾਦ। ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸਾਰੇ ਮਹਿਮਾਨਾਂ ਦਾ ਬਹੁਤ ਧੰਨਵਾਦ। ਜਿਸ ਮੁੱਦੇ ਤੇ ਆਪਾਂ ਚਰਚਾ ਕੀਤੀ ਹੈ, ਬੇਸ਼ੱਕ ਗੱਲ ਦਿੱਲੀ ਦੇ ਉਪ ਰਾਜਪਾਲ ਤੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਉਹਨਾਂ ਚਾਹਦੀ ਹੈ, ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਸਵਾਲ ਦੋਨਾਂ ਧਿਰਾਂ ਵੱਲੋਂ ਰਾਜਨੀਤੀ ਕੌਣ ਕਰ ਰਿਹਾ ਇਸ ਬਾਰੇ ਜਾਂ ਤਾਂ ਜਿਹੜੀਆਂ ਜਾਂਚ ਏਜੰਸੀਆਂ ਉਹ ਨਿਪਟਾਰਾ ਕਰਨਗੀਆਂ। ਜਿੱਦਾਂ ਮੈਂ ਕਹਿਣਾ, ਜੇ ਆਪਾਂ ਪੋਲੀਟੀਕਲ ਨਜ਼ਰੀਏ ਤੋਂ ਗੱਲ ਕਰੀਏ, ਚਾਹੇ ਪੰਜਾਬ ਆ ਚਾਹੇ ਦੇਸ਼ ਹੈ, ਉਹ ਨਿਪਟਾਰਾ ਕਰਨਗੇ ਕਿਹੜੀ ਧਿਰ
ਭ੍ਰਿਸ਼ਟਾਚਾਰ ਨਾਲ ਲਿਪਤ ਹੈ ਤੇ ਕਿਹੜੀ ਧਿਰ ਜਿਹੜੀ ਹੈਗੀ ਹੈ ਕਿਸੇ ਸੂਬੇ ਜਾਂ ਦੇਸ਼ ਨੂੰ ਅੱਗੇ ਲਿਜਾਣਾ ਚਾਹੁੰਦੀ ਹੈ। ਪਰ ਇਹ ਜ਼ਰੂਰ ਹੈ ਕਿ ਸਾਰੇ ਮਹਿਮਾਨਾਂ ਦੇ ਅਸੀਂ ਧੰਨਵਾਦੀ ਹਾਂ ਜਿਹੜੇ ਸਮਾਂ ਕੱਢ ਕੇ ਸਾਡੇ ਸੱਦੇ ਤੇ ਬਹਿਸ ਦੇ ਅੰਦਰ ਆਏ। ਇਸ ਦੇ ਨਾਲ ਹੀ ਆਪਾਂ ਤੁਹਾਡੇ ਕੋਲੋਂ ਵੀ ਲੈ ਰਹੇ ਹਾਂ ਇਜਾਜ਼ਤ। ਸਤਿ ਸ੍ਰੀ ਅਕਾਲ।